ਗਲਤ ਜਿਹਾ ਘੇਰ ਮੈਨੂੰ ਮੈਂ ਮੁਕੇਸ਼ ਭਾਈ ਕੋਈ ਖੁਰਾਫਾਤ ਗੱਲਾਂ ਲੱਭ ਰਿਹਾ ਹੋਣਾ ਵੀ ਕੋਈ ਨਾ ਕੋਈ ਸ਼ੇਰ ਕੱਢੂਗਾ ਪਹਿਲੋਂ, ਉਹ ਫਿਰ ਆਪਣਾ ਕੋਈ ਪਾਸਤਾ ਕੱਢੂਗਾ ਕਿਸੇ ਕੱਢ ਕੇ, ਜਾਂ ਫਿਰ ਕੋਈ ਨਾ ਕੋਈ ਇਹੋ ਜਿਹਾ ਕੱਢ ਕੇ ਫਿਰ ਬਾਈ ਸ਼ੁਰੂ ਕਰੂਗਾ ਨਾ। ਉਹ ਕਹਿੰਦਾ ਸੀ ਘਟੀਆ ਜਿਹਾ ਬੰਦਾ ਵਾ ਵੀ ਉਹ ਕੰਮ ਕੁਮ ਨਹੀਂ ਕਰਦਾ ਕੋਈ ਵੀ। ਤੁਹਾਨੂੰ ਇਹਦਾ ਸਵਾਦ ਲੈਣ ਨੂੰ ਕੁਛ ਨਾ ਕੁਛ ਚਾਹੀਦਾ ਹੁੰਦਾ। ਦੋਵੇਂ ਖਤਰਨਾਕ ਬੰਦੇ ਤੁਸੀਂ ਹੈ ਇਕੱਠੇ ਹੋ ਗਏ। ਤੁਸੀਂ ਰੋਜ਼ਾਨਾ ਸਪੋਕਸਮੈਨ ਕੰਮ ਕਰਦੇ ਹੋ ਨਾ। ਅਮਿਤ ਹੁਣੇ ਨਵਾਂ ਦੂਜੇ ਚੈਨਲ ਤੋਂ ਆਇਆ, ਇਹ ਵੀ ਛੱਡ ਕੇ ਆਇਆ ਕਿਤੋਂ ਆਪਣਾ ਚੰਕ 'ਚ ਵਾਰ-ਵਾਰ ਚਲਵਾਉਂਗਾ ਮੈਂ। ਜੋ ਰਾਣਾ ਕੇਪੀ ਵਾਲੀ ਗੱਲ ਹੈ ਨਾ, ਹਾਈਲਾਈਟ ਕਰਕੇ ਚਲਵਾਉਣੀ ਹੈ। ਰੁਕੋ ਮੈਂ ਇੰਟਰਵਿਊ ਜੀ ਦੇ ਰਿਹਾ, ਇੰਟਰਵਿਊ ਦੇਣ ਤੋਂ ਬਾਅਦ ਫਿਰ ਕਰ ਲੈਂਦੇ ਹਾਂ। ਤੇ ਸ਼ੁਰੂ ਹੀ ਕਰਤਾ ਸਾਰਾ। ਦੇਖੋ ਸਹਿਣ ਸ਼ਕਤੀ ਤੇ ਰੱਖਣੀ ਪੈਂਦੀ ਹੈ, ਉਹਦੇ ਬਿਨਾ ਗੁਜ਼ਾਰਾ ਨਹੀਂ ਹੈਗਾ। ਬਸ ਇੰਨੀ ਕੁ ਬੇਨਤੀ ਆ ਵੀ ਸਾਨੂੰ ਨਾ ਘੇਰੋ। ਜੇ ਉੱਥੇ ਕੋਈ ਚਲਾਇਆ ਤਾਂ ਅਸੀਂ ਉਹ ਵੀ ਸੀਗਾ ਜਦੋਂ ਆਡੀਓ ਵਾਇਰਲ ਹੋਇਆ ਸੀ ਕਿ ਤੈਨੂੰ ਮਿੱਧ ਕੇ ਰੱਖ ਦਿਆਂਗੇ। ਜਿੰਨੀ ਮਦਦ ਤੇਰੀ ਕਰਦੇ ਸੀ ਨਾ, ਮਿੱਧ ਕੇ ਰੱਖ ਦਿਆਂਗੇ। ਮੀਡੀਆ ਦੇ ਉੱਤੇ ਜਿਹੜਾ ਧੱਕਾ ਹੋ ਰਿਹਾ ਇਸ ਟਾਈਮ, ਅਸੀਂ ਤੁਹਾਡੇ ਨਾਲ ਖੜੇ ਹਾਂ। ਮੈਂ ਜਾਖੜ ਸਾਹਿਬ ਦਾ ਮੈਂ ਕਹੂੰਗਾ, ਐਵੇਂ ਕਹੂੰਗਾ, ਮੈਂ ਉਹਨਾਂ ਦਾ ਮਤਲਬ ਪਾਸ਼ਕ ਤਾਂ ਤੁਹਾਨੂੰ ਵੱਡਾ ਲਾਲਚ ਦਿੱਤਾ ਲੱਗਦਾ ਕਾਂਗਰਸ ਨੇ। ਮੋਦੀ ਨੂੰ ਵੀ ਸਵਾਦ ਆ ਰਿਹਾ ਹੋਣਾ ਵੀ ਹਾਂ ਪੁੱਤ ਬਹੁਤ ਬੋਲਦਾ ਸੀ ਜਾਖੜ ਸਾਹਿਬ, ਪਾਰਲੀਮੈਂਟ 'ਚ ਬੜਾ ਗਰਜਦਾ ਸੀਗਾ। ਰਾਣਾ ਕੇਪੀ ਸਾਥ ਦੇ ਰਹੇ ਬੜਾ ਸਵਾਦ ਹੈ ਤੁਹਾਨੂੰ। ਰਾਣਾ ਕੇਪੀ ਯਾਦ ਆ ਗਿਆ ਅੱਜ। ਚੰਨੀ ਸਾਹਿਬ ਨੂੰ ਬੁਲਾ ਲਓ, ਬਾਹਰ ਹੀ ਆਏ ਗਏ ਹੋਏ, ਆਏ ਨਹੀਂ ਮੁੜ ਕੇ। ਕਹਿ ਦੋ ਕੈਮਰੇ ਤੇ ਦੇਖਦੇ ਵੀ ਹੋਣੇ ਆ ਕਿ ਵਾਪਸ ਕਦੋਂ ਆ ਰਹੇ। ਕਾਂਗਰਸ ਨੂੰ ਤਾਂ ਬਹੁਤ ਲੋੜ ਹੈਗੀ। ਕਿੰਨੇ ਦੋਗਲੇ ਬੰਦੇ। ਗੁਲਾਮ ਨਬੀ ਆਜ਼ਾਦ ਨੂੰ ਤੁਸੀਂ ਦੋਗਲਾ ਕਹਿ ਰਹੇ ਹੋ। ਕੋਰਟ ਦੇ ਵਿੱਚੋਂ ਬਾਦਲ ਬਰੀ ਹੋ ਜਾਣ ਕੋਈ ਚੱਕਰ ਨਹੀਂ। ਦੇਖੋ ਇੱਕ ਨੋਸ਼ਨ ਬਣ ਚੁੱਕਾ ਵੀ ਜਿਹੜਾ ਵੀ ਕੋਈ ਲੀਡਰ ਮੰਤਰੀ ਬਣ ਗਿਆ ਉਹ ਚੋਰ ਡਾਕੂ ਹੀ ਆ। ਹੁਣ ਸ਼ਰੇਆਮ ਸਾਹਮਣੇ ਬੰਦਾ ਗਾਲਾਂ ਕੱਢ ਰਿਹਾ ਹੋਵੇ, ਆਮ ਬੰਦਾ ਨਹੀਂ ਸੁਣਦਾ, ਆਮ ਬੰਦਾ ਲੜ ਪੈਂਦਾ। ਲੀਡਰਾਂ ਨੂੰ ਕੋੜੇ ਘੁੱਟ ਵੀ ਪੀਣੇ ਪੈਂਦੇ। ਕਰੀਏ ਰੋਲਿੰਗ ਹੈ। ਰਮਨ ਸੰਧੂ ਲਿਖਦੇ ਨੇ ਕਿ ਲੁਕਾਉਣਾ ਹਾਂ ਮੈਂ ਜਿਹੜਾ ਇਸ਼ਕੋ ਇੰਜ ਬੇਪਰਦ ਹੁੰਦਾ ਹੈ, ਉਹਦੇ ਪੈਰੀ ਚੁੱਭੇ ਕੰਡਾ ਤੇ ਮੈਨੂੰ ਦਰਦ ਹੁੰਦਾ ਹੈ। ਤੇ ਹਾਏ ਦੀ ਆਵਾਜ਼ ਵੀ ਨਿਕਲਦੀ ਹੈ ਕਾਂਗਰਸ ਚੋਂ। ਤੇ ਆਵਾਜ਼ ਦੀ ਆਵਾਜ਼ ਨਿਕਲਣੀ ਸ਼ੁਰੂ ਹੋ ਗਈ ਹੈ। ਔਰ ਮੇਰੇ ਨਾਲ ਮੇਰੇ ਸਹਿਯੋਗੀ, ਮੇਰੇ ਸਾਥੀ ਅਮਿਤ ਕੁਮਾਰ ਰਾਜਪਾਲ ਵੀ ਹੈਗੇ ਨੇ ਤੇ ਢਿੱਲੋਂ ਸਾਹਿਬ ਸਾਡੇ ਵਿਚਕਾਰ ਬੈਠੇ। ਗੱਲਬਾਤ ਕਰਾਂਗੇ। ਢਿੱਲੋਂ ਸਾਹਿਬ ਲੁਧਿਆਣੇ ਜਾ ਰਹੇ ਹੋ। ਖਹਿਰਾ ਸਾਹਿਬ ਪਹਿਲੇ ਨਾਰਾਜ਼ ਸੀਗੇ, ਤੁਸੀਂ ਖਹਿਰਾ ਸਾਹਿਬ ਦੀ ਸੁਣਦੇ ਕਿਉਂ ਨਹੀਂ? ਉਹ ਕਹਿੰਦੇ ਸਾਰੀ ਟੀਮ ਹੀ ਉਧਰ ਨੂੰ ਕਰਤੀ ਤੁਸੀਂ, ਫਿਰ ਤੁਸੀਂ ਲੁਧਿਆਣੇ ਜਾ ਰਹੇ ਹੋ। ਤੁਹਾਨੂੰ ਵੀ ਤਾਂ ਸਵਾਦ ਲੈਣ ਨੂੰ ਕੁਛ ਨਾ ਕੁਛ ਚਾਹੀਦਾ ਹੁੰਦਾ। ਤੁਸੀਂ ਖਹਿਰਾ ਸਾਹਿਬ ਦੀਆਂ ਬਾਕੀ ਗੱਲਾਂ ਘੱਟ ਸੁਣਦੇ ਜੇ, ਪਰ ਆਹ ਗੱਲਾਂ ਤੁਸੀਂ ਵੀ ਜ਼ਿਆਦਾ ਸੁਣਦੇ ਹੋ। ਤੁਸੀਂ ਉਹ ਕਹਿੰਦੇ ਸੀ ਉਹਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਮਸਲਾ ਚੱਕੋ, ਉਹ ਸ਼ਾਇਦ ਇੱਕ ਅੱਧੀ ਵਾਰ ਤੁਸੀਂ ਚੱਕ ਕੇ ਮਾੜਾ ਮੋਟਾ ਠੰਡੇ ਰਹਿ ਗਏ। ਇਹ ਟਵੀਟ ਉਹਨਾਂ ਨੇ ਮਾੜਾ ਜਿਹਾ ਕੀਤਾ, ਤੁਸੀਂ 3 ਦਿਨ ਹੋ ਗਏ ਹਾਲ ਤੱਕ ਇਹੋ ਸਵਾਲ ਕਰੀ ਜਾ ਰਹੇ ਜੇ ਬਾਰ-ਬਾਰ। ਉਹ ਗੱਲ ਨਿਬੜ ਗਈ, ਉਹ ਗੱਲ ਖਤਮ। ਸਵਾਲ ਹੈ ਨਹੀਂ ਹੈ, ਸਵਾਲ ਹੋ ਗਿਆ। ਇੱਕ ਦਿਨ ਇੱਕ ਅੱਧਾ ਦਿਨ ਨਹੀਂ ਹੁੰਦਾ ਨਾ। ਫਿਰ ਉਹ ਲਵਲੀ ਪ੍ਰੋਫੈਸ਼ਨਲ ਆਪਸ 'ਚ ਹੀ ਭਿੜ ਗਏ ਸਾਰੇ। ਨਹੀਂ ਭਿੜ ਗਈ। ਸੰਦੀਪ ਜਾਖੜ ਜੀ ਵੀ ਆ ਗਏ, ਵੜਿੰਗ ਸਾਹਿਬ ਆ ਗਏ, ਟਵਿੱਟਰ ਹੀ ਹੋ ਗਿਆ। ਬਾਜਵਾ ਵੀ ਬੋਲ ਪਏ ਜੀ। ਕੀ ਕਹਿ ਕੇ ਬਾਜਵਾ ਨਸੀਹਤ ਦੇ ਕੇ ਕਹਿੰਦੇ ਕਿ ਥੋੜਾ ਸਬਰ ਰੱਖੀਦਾ ਹੁੰਦਾ ਖਹਿਰਾ ਸਾਹਿਬ, ਇੰਨਾ ਨਹੀਂ ਬੋਲੀਦਾ ਹੁੰਦਾ। ਚਲੋ ਚੰਗੀ ਗੱਲ ਆ। ਫਿਰ ਉਹ ਦੇਖੋ ਸਾਡੇ ਤਾਂ ਵੱਡੇ ਭਰਾ ਵਾ ਸਾਰੇ, ਔਰ ਸਤਿਕਾਰਯੋਗ ਸਾਰੇ ਅਹੁਦਿਆਂ ਤੇ ਵੀ ਆ। ਲੇਕਿਨ ਕਹਿਣ ਦਾ ਇਹ ਭਾਵ ਆ ਵੀ ਉਹਨਾਂ ਨੇ ਕੋਈ ਨਸੀਹਤ ਹੀ ਦਿੱਤੀ ਆ, ਇਹਦੇ ਨਾਲ ਤੁਸੀਂ ਉਹਨੂੰ ਜ਼ਿਆਦਾ ਡੀਕੋਡ ਕਰਤਾ ਵੀ ਪਤਾ ਨਹੀਂ ਵੜਿੰਗ ਸਾਹਿਬ ਤੇ ਇਹਨਾਂ ਦੀ ਸੀ ਨਿਕਲ ਗਈ ਕਿ ਸਾਹ ਨੇ। ਕਦਰ ਘਟ ਜਾਂਦੀ ਹੈ ਇਦਾਂ, ਜੇ ਕਿ ਤੁਹਾਡੀ ਪਾਰਟੀ ਦੇ ਵਿੱਚ ਕੋਈ ਇਦਾਂ ਲੀਡਰ ਬੋਲ ਰਿਹਾ ਕਿ ਆਪਣੇ ਕੋਲ ਬਥੇਰੇ ਮੁੱਦੇ ਪਏ ਨੇ, ਬੇਅਦਬੀ ਦਾ ਮਸਲਾ ਪਿਆ ਏ, ਕਿਸਾਨੀ ਦਾ ਮਸਲਾ ਪਿਆ ਏ, ਹੜ੍ਹ ਆਏ ਹੋਏ ਨੇ, ਤੇ ਉਸ ਤੋਂ ਬਾਅਦ ਲੀਡਰ ਇਦਾਂ ਕਹਿੰਦਾ ਕਿ ਐਵੇਂ ਤੁਸੀਂ ਕਦਰ ਘਟਾ ਰਹੇ ਹੋ। ਦੇਖੋ ਤੁਸੀਂ ਇਸ ਗੱਲ ਨੂੰ, ਇੱਕ ਆਰਗੇਨਾਈਜੇਸ਼ਨਲ ਪੋਲਿਟਿਕਸ ਆ ਔਰ ਇੱਕ ਇਸ਼ੂ ਬੇਸਡ ਪੋਲਿਟਿਕਸ ਆ। ਪੀਸੀਸੀ ਪ੍ਰਧਾਨ ਵਾਸਤੇ ਆਰਗੇਨਾਈਜੇਸ਼ਨ ਵੀ ਜ਼ਰੂਰੀ ਹੈ ਔਰ ਇਸ਼ੂਜ਼ ਵੀ ਜ਼ਰੂਰੀ ਹੈ। ਜਦੋਂ ਕਿਸੇ ਤੇ ਭੀੜ ਪਊਗੀ, ਭਾਵੇਂ ਉਹ ਸਾਡੇ ਪਾਰਟੀ ਦੇ ਲੀਡਰ ਸੀਗੇ, ਸਾਰਿਆਂ ਦਾ ਫਰਜ਼ ਬਣਦਾ ਉਹਨਾਂ ਨਾਲ ਖੜਨ ਦਾ। ਔਰ ਉਹ ਆਰਗੇਨਾਈਜੇਸ਼ਨ ਦੇ ਵਿੱਚ ਕਿਸੇ ਸਰਪੰਚ ਤੇ ਵੀ ਪਊਗੀ, ਉਹਦੇ ਨਾਲ ਵੀ ਖੜਨ ਦਾ। ਜੇ ਧੱਕਾ ਹੋਊਗਾ ਅਸੀਂ ਹੌਸਲਾ ਹੀ ਦੇ ਸਕਦੇ ਨਾ, ਕਿਉਂਕਿ ਸਾਡੀ ਨਾ ਤਾਂ ਸਰਕਾਰ ਦੇ ਵਿੱਚ ਕੋਈ ਪੁਲਿਸ ਨੇ ਸੁਣਨੀ ਆ, ਨਾ ਸਾਡੀ ਕਿਸੇ ਹੋਰ ਨੇ ਸੁਣਨੀ ਆ। ਸੋ ਬੰਦੇ ਨਾਲ ਖੜਨਾ ਉਹ ਕੋਈ ਮਾੜੀ ਗੱਲ ਨਹੀਂ ਆ। ਔਰ ਇਸ ਮਸਲੇ ਦੇ ਉੱਤੇ ਰਾਜਨੀਤੀ ਚੱਲਦੀ ਪਈ ਆ। ਜੇ ਅਸੀਂ ਵੀ ਉਹਨਾਂ ਦਾ ਸਾਥ ਛੱਡ ਦਾਂਗੇ ਤੇ ਲੋਕੀ ਤਾਂ ਆਲਰੇਡੀ, ਕਈ ਲੋਕ ਤੁਸੀਂ ਵੇਖੋ ਕਿਹੋ ਜਿਹੀ ਵਾਹੀਅਤ ਬਕਵਾਸ ਕਰਦੇ। ਕਈ ਲੋਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਲੋਕ ਵੀ ਬਹੁਤ ਸਪੇਸ ਦਿੰਦੇ ਹੋ, ਜਿਵੇਂ ਕਿ ਤੁਸੀਂ ਆ ਵੇਖ ਹੀ ਲਓ, ਜਿਹੜਾ ਡਿਸਮਿਸ ਡੀਐਸਪੀ ਆ, ਠੀਕ ਆ, ਉਹ ਮਤਲਬ ਜਿਹੜੀ ਉਹਦੀ ਭਾਸ਼ਾ ਵਾ ਕਿ ਉਹ ਕੈਮਰਿਆਂ ਦੇ ਉੱਤੇ ਲਿਆਉਣ ਯੋਗੀ ਆ। ਜਿਸ ਤੁਹਾਨੂੰ ਕਿਹੜੀ ਚੁੱਭੀ, ਉਹਦੀ ਕਿਹੜੀ ਭਾਸ਼ਾ, ਮਤਲਬ ਇਦਾਂ ਦੀ ਕਿਹੜੀ ਲੈਂਗੁਏਜ ਚੁੱਭ ਗਈ? ਨਜਾਇਜ਼ ਔਲਾਦ ਕਹਿਣਾ ਕਿਸੇ ਨੂੰ, ਗਾਲਾਂ ਕੱਢਣੀਆਂ, ਬਾਹਰ ਨਿਕਲੋ ਲਲਕਾਰੇ ਮਾਰਨੇ। ਦੇਖੋ ਅਗਰ ਕਾਂਗਰਸ ਪਾਰਟੀ ਦੇ ਉੱਥੇ ਵਰਕਰਾਂ ਦੇ ਵਿੱਚ ਸਹਿਣਸ਼ੀਲਤਾ ਸੀ, ਉਹਨਾਂ ਨੇ ਕਿਹਾ ਨਹੀਂ ਭਾਈ, ਹੱਥ ਜੋੜਤੇ, ਸਭ ਨੇ ਕਿਹਾ ਠੀਕ ਆ। ਤੁਸੀਂ ਉਹ ਲੋਕ ਕਈ ਉਹਨੂੰ ਵਿਖਾਉਂਦੇ ਆ ਡੀਐਸਪੀ ਨੇ ਕੱਢੇ ਵੱਟ, ਸਾਡੇ ਭਾਈਚਾਰੇ ਜਿਹੇ ਜੋ ਕੁਛ ਨਹੀਂ। ਮੈਂ ਉਹੀ ਕਹਿ ਰਿਹਾ ਵੀ ਮੇਰਾ ਕਹਿਣ ਦਾ ਮਤਲਬ ਆ ਵੀ ਇਹ ਕੋਈ ਅਸੀਂ ਉਸ ਲੈਵਲ ਦੇ ਉੱਤੇ, ਕਿਉਂਕਿ ਇੱਕ ਨਹੀਂ ਡਿੱਗ ਸਕਦੇ ਨਹੀਂ ਗੱਲ, ਲੇਕਿਨ ਉੱਥੋਂ ਕੋਈ ਹੋਰ ਉਹਦੇ ਵੱਟ ਕੱਢ ਦਿੰਦਾ, ਤੁਸੀਂ ਫਿਰ ਕੀ ਚਲਾਉਣਾ ਸੀ?
ਜੇ ਉੱਥੇ ਕੋਈ ਚਲਾਇਆ ਤਾਂ ਸੀ ਉਹ ਵੀ ਸੀਗਾ ਜਦੋਂ ਆਡੀਓ ਵਾਇਰਲ ਹੋਇਆ ਸੀ ਕਿ ਤੈਨੂੰ ਮਿੱਧ ਕੇ ਰੱਖ ਦਿਆਂਗੇ। ਮੈਂ ਤਾਂ ਇਹ ਕਹਿੰਦਾ ਵੀ ਬਿਲਕੁਲ ਉਹ ਵੀ ਤੁਸੀਂ ਚਲਾਣਾ। ਉੱਥੇ ਆਸ਼ੂ ਭਾਜੀ ਦੀ ਕਿਤੇ ਨਾ ਕਿਤੇ ਮੈਂ ਇਹ ਕਹੂੰਗਾ ਗਲਤੀ ਸੀ। ਉੱਥੇ ਉਹਨਾਂ ਨੂੰ ਪਬਲਿਕਲੀ ਉਹਨਾਂ ਨੂੰ ਪਤਾ ਵੀ ਇਹ ਚੀਜ਼ਾਂ ਪਬਲਿਕ ਸਪੇਸ ਦੇ ਵਿੱਚ ਜਦੋਂ ਆ ਜਾਂਦੀਆਂ ਤੇ ਅੱਜ ਉਹ ਚੀਜ਼ਾਂ ਦੁਬਾਰਾ ਲੈ ਕੇ ਆ ਰਹੀਆਂ। ਉਹਨਾਂ ਦੀ ਇੰਟੈਂਸ਼ਨ ਜਿਹੜੀ ਆਸ਼ੂ ਜੀ ਦਾ ਜਿਹੜਾ ਟੈਂਪਰਾਮੈਂਟ ਆ ਔਰ ਆਸ਼ੂ ਜੀ ਦੀ ਜਿਹੜੀ ਸੋਚ ਆ ਉਹ ਬੜੀ ਸਾਫ਼ ਸੁਥਰੀ ਆ। ਉਹ ਸਾਡੇ ਨਾਲ ਵੀ ਐਂ ਕਰਦੇ ਆ, ਲੇਕਿਨ ਸ਼ਾਇਦ ਕਈ ਵਾਰ ਉਹ ਪਬਲਿਕ ਲਾਈਫ ਉਹ ਜਦੋਂ ਆਪਸ 'ਚ ਪਾਰਟੀ 'ਚ ਵੀ ਹੁੰਦੇ ਆ ਉਹ ਵੀ ਉੱਥੇ ਬੜੇ ਮਤਲਬ ਜੋ ਵੀ ਆ ਮੂੰਹ ਤੇ ਬੋਲਦੇ ਆ। ਸੁਭਾਅ ਕਿਵੇਂ ਦਾ ਆਸ਼ੂ ਸਾਹਿਬ ਹੋਰਾਂ ਦਾ ਸੁਭਾਅ ਕਿਵੇਂ ਦਾ ਹੈਗਾ ਹੈ? ਕਿਉਂਕਿ ਤੁਸੀਂ ਰਹੇ ਹੋ ਪਾਰਟੀ ਦੇ ਵਿੱਚ, ਉਹਨਾਂ ਨਾਲ ਰਹੇ ਹੋ, ਇੱਕ ਲੀਡਰ ਦੀ ਪਹਿਚਾਣ ਹੁੰਦੀ ਨੇ ਯਾਰ। ਆਪਾਂ ਇੱਕ ਅਬਜ਼ਰਵ ਕਰਦੇ ਹੁੰਦੇ ਆ ਕਿ ਯਾਰ ਇਹ ਬੰਦਾ ਇਹੋ ਜਿਹਾ, ਜੋ ਤੁਹਾਨੂੰ ਪਤਾ ਲੱਗਿਆ ਕਿ 5000 ਕਰੋੜ ਦੇ ਕਰੀਬ ਘੁਟਾਲੇ ਦੇ ਵਿੱਚ ਨਾਮ ਸਾਹਮਣੇ ਆ ਰਿਹਾ, ਵਿਜੀਲੈਂਸ ਦੇ ਵੱਲੋਂ ਨਾਮਜ਼ਦ ਵੀ ਕੀਤਾ ਗਿਆ, ਗ੍ਰਿਫਤਾਰੀ ਵੀ ਹੁਣ ਪਾਈ ਗਈ ਹੈਗੀ ਆ, ਕਿਵੇਂ ਦਾ ਲੱਗਿਆ ਤੁਹਾਨੂੰ ਕਿ ਯਾਰ ਇਹੋ ਜਿਹਾ ਬੰਦਾ ਸੱਚੀ ਘੁਟਾਲੇ ਦੇ ਵਿੱਚ ਸ਼ਾਮਲ ਹੋ ਸਕਦਾ? ਦੇਖੋ ਜਿਵੇਂ ਤੁਸੀਂ 5000 ਕਰਤਾ ਹੁਣੇ, ਉਹ ਪਹਿਲਾਂ ਵਿਜੀਲੈਂਸ 2000 ਕਰ ਰਹੀ ਸੀ। ਔਰ ਤੁਹਾਨੂੰ ਮੈਂ ਦੱਸਦਾ ਉਹ ਟੋਟਲ ਜਿਹੜਾ ਟੈਂਡਰ ਆ ਉਹ 700 ਕਰੋੜ ਦਾ ਹੀ ਆ। ਅੱਛਾ, ਹੁਣ 700 ਕਰੋੜ ਦੇ ਵਿੱਚੋਂ ਠੇਕੇਦਾਰਾਂ ਨੇ ਉਹਦੀ ਖਰਚਾ ਉਹ ਸਾਰਾ ਕੁਝ ਹੈਗਾ ਵਾ। ਇਸ ਕਰਕੇ ਕਹਿ ਰਿਹਾ ਆਸ਼ੂ ਭਾਜੀ ਨਾਲ ਇੱਕ ਨਿੱਜੀ ਸੰਬੰਧ ਵੀ ਆ, ਠੀਕ ਆ। ਔਰ ਮੈਂ ਮਤਲਬ ਕੋਈ ਜੋ ਮਰਜ਼ੀ ਬੋਲੀ ਜਾਵੇ, ਅਸੀਂ ਡਟ ਕੇ ਉਹਨਾਂ ਦੇ ਨਾਲ ਖੜੇ ਆ ਔਰ ਸਾਨੂੰ ਪਤਾ ਪਾਕ ਸਾਫ ਆ। ਔਰ ਇਹਦੀ ਜਿਹੜੀ ਪਰਤਾਂ ਖੁੱਲਣੀਆਂ ਉਹ ਕੋਰਟ 'ਚ ਖੁੱਲਣਗੀਆਂ। ਮਿਨਿਸਟਰ ਦੇ ਹੱਥ ਦੇ ਵਿੱਚ ਉਸ ਪਾਲਿਸੀ ਜਿਹੜੀ ਮੇਕਿੰਗ ਦੇ ਵਿੱਚ ਅਫਸਰਾਂ ਨੇ ਪਾਲਿਸੀ ਬਣਾਈ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਪਰੂਵ ਹੋਈ ਔਰ ਉਹਦੇ ਵਿੱਚ ਮੰਤਰੀ ਜੀ ਨੇ ਆਪਣਾ ਨੋਟ ਬਣਾ ਕੇ ਅੱਗੇ ਭੇਜਤਾ। ਤੇ ਫਿਰ ਇਹਦੇ ਵਿੱਚ ਆਸ਼ੂ ਕੱਲਾ ਜ਼ਿੰਮੇਵਾਰ ਕਿਵੇਂ ਹੋ ਗਿਆ? ਕਿਉਂਕਿ ਆਸ਼ੂ ਲੁਧਿਆਣਾ ਦੀ ਕਾਰਪੋਰੇਸ਼ਨ ਇਲੈਕਸ਼ਨ ਆ ਰਹੀ ਆ। ਆਸ਼ੂ ਇੱਕ ਕੱਦਵਰ ਲੀਡਰ ਆ ਔਰ ਆਪਣਾ ਇਸ ਵਾਰ ਜ਼ਰੂਰ ਹਾਰ ਗਿਆ, ਲੇਕਿਨ ਆਸ਼ੂ ਜੀ ਦੀ ਉੱਥੇ ਇੱਕ ਪੰਜਾਬ ਕਾਂਗਰਸ 'ਚ ਵੀ ਇੱਕ ਜਗ੍ਹਾ ਵਾ ਉਸ ਅਕਸ ਨੂੰ ਖਰਾਬ ਕਰਨ ਨੂੰ ਔਰ ਉਸ ਚੀਜ਼ ਨੂੰ ਡੀਰੇਲ ਕਰਨ ਨੂੰ। ਕਿਉਂ ਅੱਜ ਸਿਰਫ ਕਾਂਗਰਸ ਪਾਰਟੀ ਦੇ ਹੀ ਲੀਡਰ ਸਾਰੇ ਜਿਹੜੇ ਕਾਂਗਰਸ 'ਚ ਹੈਗੇ ਆ ਉਹੀ ਦਾਗੀ ਲੱਗ ਰਹੇ ਆ? ਉਹ ਕਹਿੰਦੇ ਕਿ ਕਰਪਸ਼ਨ ਕੀਤੀ ਹੈ ਤਾਂ ਵਾਸਤੇ ਦਾਗੀ ਲੱਗੀ ਜਾਂਦੇ ਸਾਨੂੰ। ਮੈਂ ਕਹਿ ਰਿਹਾ ਕਰਪਸ਼ਨ ਸੁਖਬੀਰ ਬਾਦਲ ਦੇ ਅੱਜ ਕੇਸ ਭੁੱਲ ਗਏ। ਉਹ ਕਹਿੰਦੇ ਆ ਕਿ ਫਾਈਲਾਂ ਖੋਲੀ ਜਾਂਦੇ ਅਸੀਂ। ਚਲੋ ਉਹ ਤਾਂ ਚਲੋ ਹੁਣ ਮੈਂ ਬਥੇਰੇ ਲੀਡਰ ਆ ਹੋਰ ਗੱਲ ਕਹਿ ਦਿੰਦਾ। ਮੁੱਖ ਮੰਤਰੀ ਕੌਣ ਸੀ 4.5 ਸਾਲ? ਤੁਹਾਡੇ ਸੀਐਮ ਸਾਹਿਬ ਸੀਗੇ, ਕੈਪਟਨ ਅਮਰਿੰਦਰ ਸਿੰਘ। ਉਸ ਤੋਂ ਪਿਛਲੇ 5 ਸਾਲ ਵੀ ਕੈਪਟਨ ਅਮਰਿੰਦਰ ਸਿੰਘ ਸੀ। 9.5 ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਕੁਰਸੀ ਤੇ ਰਹੇ ਆ। ਲੇਕਿਨ ਅੱਜ ਉਹਨਾਂ ਨੂੰ ਡਿਫੈਂਡ ਕੌਣ ਕਰ ਰਿਹਾ? ਅੱਜ ਉਹ ਕਾਂਗਰਸ ਛੱਡ ਗਿਆ, ਲੇਕਿਨ ਕਾਂਗਰਸ ਨੂੰ ਹੀ ਲੋਕ ਪੁੱਠਾ ਸਿੱਧਾ ਬੋਲ ਰਹੇ ਆ। ਜਿਹੜਾ ਕਾਂਗਰਸ ਛੱਡ ਗਿਆ, ਜਿਨ੍ਹਾਂ ਨੇ ਮੁੱਖ ਮੰਤਰੀ ਦੀ ਕੁਰਸੀ ਤੇ ਰਹੇ, ਡਿਫੈਂਡ ਅਸੀਂ ਵੀ ਅੱਜ ਉਹਨਾਂ ਨੂੰ ਕਰ ਰਹੇ ਹਾਂ। ਉਹੀ ਤਾਂ ਗੱਲ, ਲੀਡਰ ਕਰਦੇ ਕੀ ਨੇ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਡਿਫੈਂਡ ਕਰ ਸੱਤਾ ਵੀ ਭੋਗਦੇ ਨੇ। ਜਿਵੇਂ ਕਿ ਮੈਂ ਤੁਹਾਨੂੰ ਸਮਝੋ, ਜੇ ਆਪਾਂ ਆਮ ਬੰਦਾ ਇਹਦੇ ਦੇਖੇ ਨਾ ਕਿ ਪੋਲਿਟਿਕਸ ਦੇ ਵਿੱਚ ਕੀ ਚੱਲ ਰਿਹਾ, ਤਾਂ ਇਹ ਕਹਿੰਦੇ ਯਾਰ ਸੱਤਾ ਵੀ ਭੋਗਦੇ ਨੇ, ਉਸ ਤੋਂ ਬਾਅਦ ਖਾਂਦੇ ਵੀ ਨੇ, ਲੜਦੇ ਵੀ ਆਪਸ ਦੇ ਵਿੱਚ ਨੇ, ਤੇ ਵੱਖਰੇ ਹੋ ਕੇ ਦੂਜੀ ਹੋਰ ਪਾਰਟੀ ਚਲੇ ਜਾਂਦੇ, ਫਿਰ ਵਿਚਾਰਧਾਰਾ ਵੀ ਕਿੱਥੇ ਜਾਂਦੀ ਹੈ? ਦੇਖੋ ਇੱਕ ਨੋਸ਼ਨ ਬਣ ਚੁੱਕਾ ਵੀ ਜਿਹੜਾ ਵੀ ਕੋਈ ਲੀਡਰ ਮੰਤਰੀ ਬਣ ਗਿਆ ਉਹ ਚੋਰ ਡਾਕੂ ਹੀ ਆ। ਇਹ ਪੱਕੀ ਗੱਲ ਤੁਸੀਂ ਮਤਲਬ ਇਹ ਕਿਸੇ ਨੂੰ ਪੁੱਛ ਲਓ। ਲੀਡਰ ਦਾ ਦੂਜਾ ਨਾਮ ਅੱਜ ਦੇ ਸਮੇਂ 'ਚ ਇਹ ਹੋ ਗਿਆ ਜਿਹੜਾ ਵੀ ਕੋਈ ਆ। ਮੈਂ ਸਰਕਾਰ ਦਾ ਕੋਈ ਹਿੱਸਾ ਨਹੀਂ ਸੀ, ਮੈਂ ਕਾਂਗਰਸ ਪਾਰਟੀ ਦਾ ਜ਼ਰੂਰ ਯੂਥ ਕਾਂਗਰਸ ਦਾ ਪ੍ਰਧਾਨ ਸੀ, ਲੇਕਿਨ ਸਾਰੇ ਇਹ ਸੋਚਦੇ ਸੀ ਜਿਵੇਂ ਪਤਾ ਨਹੀਂ ਸਰਕਾਰ ਦੇ ਵਿੱਚ ਐਮਐਲਏਆਂ ਦੀ ਜਿਹੜੇ ਐਮਐਲਏ ਵੀ ਸੀ ਉਹਨਾਂ ਦੀ ਕਿੰਨੀ ਕੁ ਚੱਲਦੀ ਸੀ। ਲੇਕਿਨ ਆਹ ਜਿਹੜਾ ਨੋਸ਼ਨ ਬਣ ਗਿਆ ਨਾ ਵੀ ਜਿਹੜਾ ਵੀ ਕੋਈ ਲੀਡਰ ਉੱਠਿਆ, ਜਿਹੜਾ ਵੀ ਕੋਈ ਮੰਤਰੀ ਆ ਉਹ ਚੋਰ ਡਾਕੂ ਆ। ਇਹ ਲੋਕਾਂ ਦੇ ਵਿੱਚ ਇਹ ਸਾਨੂੰ ਵੀ ਹਾਲੇ ਤੱਕ ਸਮਝ ਨਹੀਂ ਪੈ ਰਹੀ ਵੀ ਭਰਤ ਭੂਸ਼ਣ ਆਸ਼ੂ ਨੇ ਆਪਣੇ ਲੁਧਿਆਣੇ ਹਲਕੇ 'ਚ ਮੈਂ ਕਹਿੰਦਾ ਇੱਕ ਬੰਦਾ ਆ ਕੇ ਕਹਿ ਦੇ ਵੀ ਮੈਂ ਆਪਣੇ ਹੱਥੀਂ ਨੂੰ ਪੈਸੇ ਫੜਾਏ ਸੀ। ਕਰਪਸ਼ਨ ਦੇ ਨਾਮ ਦੇ ਉੱਤੇ ਗੱਲ ਕਰ ਰਹੇ ਨਾ, ਕੋਈ ਇੱਕ ਬੰਦਾ ਇਹ ਆ ਕੇ ਕਹਿ ਦੇ ਜਿਹੜਾ ਗਵਾਹ ਵੀ ਬਣਾਇਆ ਉਹਨਾਂ ਨੇ, ਜਿਹੜਾ ਉਹਨਾਂ ਨੇ ਉਹ ਵੀ ਕਹਿ ਰਿਹਾ ਵੀ ਮੈਂ ਮਿਲਿਆ ਹੀ ਨਹੀਂ ਇਹਨਾਂ ਨੂੰ। ਔਰ ਫਿਰ ਵੀ ਉਹ ਆਸ਼ੂ ਅੱਜ ਪੇਂਟ ਕਰ ਦਿੱਤਾ ਗਿਆ ਕਰਪਟ। ਤੁਸੀਂ ਜਦੋਂ ਸਰਕਾਰ ਬਦਲੀ ਆ, ਠੀਕ ਆ, ਸਰਕਾਰਾਂ ਬਦਲ ਤੇ ਇਹ ਸਭ ਕੁਝ ਚੱਲਦਾ ਵਾ, ਇਹ ਸਭ ਕੁਝ ਹੋਊਗਾ, ਲੇਕਿਨ ਗੱਲ ਤਾਂ ਆਉਣ ਦਿਓ ਨਾ ਸਮਾਂ। ਸੁਖਬੀਰ ਬਾਦਲ ਦੀਆਂ ਪ੍ਰਾਪਰਟੀਆਂ ਸਾਰਿਆਂ ਦੇ ਸਾਹਮਣੇ ਆ, ਕਿੱਥੋਂ ਚੱਲੇ ਕਿੱਥੇ ਪਹੁੰਚ ਗਏ। ਭਰਤ ਭੂਸ਼ਣ ਆਸ਼ੂ ਦੇ ਘਰ ਅੱਜ ਨੌਕਰ ਵੀ ਨਹੀਂ ਹੈਗਾ। ਭਰਤ ਭੂਸ਼ਣ ਘਰ ਦੇ ਘਰੇ ਚੱਲ ਜਾਓ, ਉਹਨਾਂ ਦੀ ਵਾਈਫ ਜਿਹੜੀ ਆ ਉਹੀ ਤੁਹਾਨੂੰ ਚਾਹ ਪਿਆਉਂਦੇ ਹੋਏ ਦਿਖਣਗੇ, ਕਿਉਂਕਿ ਇੱਕ ਸਿਸਟਮ ਸ਼ੁਰੂ ਤੋਂ ਚੱਲਦਾ ਸੀਗਾ। ਮੈਂ ਕੋਈ ਉਹਨਾਂ ਨੂੰ ਇਸ ਕਰਕੇ ਡਿਫੈਂਡ ਨਹੀਂ ਕਰ ਰਿਹਾ, ਮੈਂ ਡਿਫੈਂਡ ਕਰਨਾ ਉਹਨਾਂ ਨੂੰ, ਲੇਕਿਨ ਜੋ ਸੱਚ ਆ ਉਹ ਵੀ ਸਾਹਮਣੇ ਆਉਣਾ ਚਾਹੀਦਾ ਨਾ। ਭਰਤ ਭੂਸ਼ਣ ਆਸ਼ੂ ਨੂੰ ਕੋਈ ਕਹਿ ਦੇ, ਅੱਜ ਤੱਕ ਕੋਈ ਅਫਸਰ ਕਹਿ ਦੇ, ਕੋਈ ਬੰਦਾ ਕਹਿ ਦੇ 1 ਰੁਪਈਏ ਦੀ ਕਿਸੇ ਨੂੰ ਬਗਾਰ ਪਾਈ ਹੋਵੇ, ਕੋਈ ਤਾਂ ਆ ਕੇ ਖੜਾ ਹੋ ਕੇ ਕਹਿ ਦੇ। ਇੱਕ ਬੰਦਾ ਜਿਹੜਾ ਡਿਸਮਿਸ ਹੋਇਆ, ਜਿਹਦੇ ਨਾਲ ਉਹਨਾਂ ਦਾ ਰੌਲਾ ਚੱਲਦਾ, ਉਹਦੀ ਚੀਜ਼ ਨੂੰ ਆਪਾਂ ਬਣਾ ਕੇ ਸਾਰੇ ਪੰਜਾਬ ਦੇ ਵਿੱਚ ਇੱਕ ਨੈਰੇਟਿਵ ਬਣਾਈ ਜਾ ਰਹੇ ਹਾਂ। ਸੋ ਇਸ ਕਰਕੇ ਤਕਲੀਫ ਹੁੰਦੀ ਹੈ, ਇਸ ਕਰਕੇ ਉਹਨਾਂ ਨਾਲ ਖੜਨਾ ਜ਼ਰੂਰੀ ਆ। ਅਗਰ ਉਹ ਲੋਕ ਬੋਲਦੇ ਆ ਠੀਕ ਆ, ਅਸੀਂ ਉਹਨਾਂ ਦੇ ਵਾਂਗੂ ਤਾਂ ਨਹੀਂ ਬੋਲਣਾ, ਲੇਕਿਨ ਅਸੀਂ ਆਪਣੇ ਬੰਦੇ ਨਾਲ ਖੜਨਾ ਔਰ ਲੋਕਾਂ ਦੀ ਕਚਹਿਰੀ ਦੇ ਵਿੱਚ ਜਾ ਕੇ ਇਹ ਚੀਜ਼ਾਂ ਨੂੰ ਸਾਬਤ ਤਾਂ ਕਰਨਾ ਪਊਗਾ ਨਾ।
ਲੜਾਈ ਲੋਕਾਂ ਦੀ ਕਚਹਿਰੀ 'ਚ ਵੀ ਆ ਸਾਡੀ। ਪਰ ਮਾਪਦੰਡ ਇਹੀ ਵੱਖਰੇ ਹੋ ਗਏ ਸੀ ਜਦੋਂ ਖਹਿਰਾ ਸਾਹਿਬ ਜੇਲ੍ਹ ਦੇ ਵਿੱਚ ਗਏ ਸੀਗੇ। ਉਦੋਂ ਕਾਂਗਰਸ ਦੇ ਵਿੱਚ ਸਿਰਫ ਸਿੱਧੂ ਸਾਹਿਬ ਹੀ ਉਹਨਾਂ ਨੂੰ ਇੱਕ ਅੱਧੀ ਵਾਰ ਫੋਨ ਕੀਤਾ ਸੀ ਤੇ ਘਰੇ ਗਏ ਸੀਗੇ। ਉਦੋਂ ਸਾਰੀ ਕਾਂਗਰਸ ਕਿੱਥੇ ਸੀਗੀ? ਦੇਖੋ, ਜਦੋਂ ਪਹਿਲੀ ਗੱਲ ਤਾਂ ਮੈਨੂੰ ਉਹ ਹੀ ਨਹੀਂ ਪਤਾ ਉਦੋਂ ਖਹਿਰਾ ਸਾਹਿਬ ਕਾਂਗਰਸ ਪਾਰਟੀ ਸੀਗੇ ਕਿ ਨਹੀਂ ਸੀਗੇ। ਖਹਿਰਾ ਸਾਹਿਬ ਤੇ ਈਡੀ ਦਾ ਜਿਹੜਾ ਪਰਚਾ ਹੋਇਆ ਸੀਗਾ ਉਦੋਂ ਕਿੱਥੇ ਸੀ? ਔਰ ਉਦੋਂ ਇਹਦੇ ਵਿੱਚ ਵੀ ਕਹਿਣ 'ਚ ਕੋਈ ਗਰੇਜ ਨਹੀਂ। ਉਦੋਂ ਖਹਿਰਾ ਸਾਹਿਬ ਨਵੇਂ ਪਾਰਟੀ 'ਚ ਆਏ ਸੀ। ਉਦੋਂ ਕਿੰਨਾ ਕੁਛ ਤਾਂ ਉਹ ਬੋਲਦੇ ਪਏ ਸੀ। ਹੁਣ ਇੱਕਦਮ ਪਾਰਟੀ ਕਿਵੇਂ ਅਪਣਾਉਣ ਨੂੰ ਵੀ ਟਾਈਮ ਲੱਗਦਾ ਨਾ। ਭਰਤ ਭੂਸ਼ਣ ਆਸ਼ੂ ਦੀ ਜ਼ਿੰਦਗੀ ਕਾਉਂਸਲਰ ਲੈਵਲ ਤੋਂ ਸ਼ੁਰੂ ਹੋਈ। ਸ਼ੁਰੂਆਤੀ ਕਾਂਗਰਸੀ ਨੇ ਖਹਿਰਾ ਸਾਹਿਬ। ਚਲੋ ਖਹਿਰਾ ਸਾਹਿਬ ਕਾਂਗਰਸੀ ਹੋਣਗੇ, ਖਹਿਰਾ ਸਾਹਿਬ ਦਾ ਮੈਂ ਸਤਿਕਾਰ ਕਰਦਾ। ਖਹਿਰਾ ਸਾਹਿਬ ਨਾਲ ਅੱਜ ਵੀ ਉਹਨਾਂ ਦੇ ਜਿਹੜੇ ਮੁੱਦਿਆਂ ਤੇ ਪਕੜ ਆ ਬਹੁਤ ਜ਼ਬਰਦਸਤ ਆ। ਲੇਕਿਨ ਤੁਸੀਂ ਭਰਤ ਭੂਸ਼ਣ ਆਸ਼ੂ ਕਾਉਂਸਲਰ ਤੋਂ ਜ਼ਿੰਦਗੀ ਸ਼ੁਰੂ ਕੀਤੀ, ਠੀਕ ਆ। 97 ਦੇ ਵਿੱਚ ਕਾਉਂਸਲਰ ਲੜਦੇ ਆ, 2002 'ਚ ਲੜਦੇ ਆ, 2007 'ਚ ਲੜਦੇ ਆ, 12 ਦੇ ਵਿੱਚ ਜਾ ਕੇ ਟਿਕਟ ਮਿਲਦੀ ਆ, 20 ਸਾਲਾਂ ਦਾ ਉਹ ਸਫ਼ਰ ਆ। ਉਸ ਤੋਂ ਬਾਅਦ 17 ਵਿੱਚ ਦੁਬਾਰਾ ਜਿੱਤਦੇ ਆ, ਮੰਤਰੀ ਬਣਦੇ ਆ। ਇੰਨੇ ਸਫ਼ਰ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ 'ਚ ਵੀ ਈਰਖਾ ਵੱਧ ਜਾਂਦੀ ਆ। ਯਾਰ ਕਾਉਂਸਲਰ ਤੋਂ ਉੱਠਿਆ ਮੰਤਰੀ ਤੱਕ ਪਹੁੰਚ ਗਿਆ। ਕਈ ਵਾਰ ਉਹ ਚੀਜ਼ਾਂ ਈਰਖਾ ਔਰ ਜੈਲਸੀ ਕਰਕੇ ਨਿਕਲਦੀਆਂ ਬਾਹਰ। ਉਹ ਅਗਲੇ ਕਹਿੰਦੇ ਜਰਿਆ ਨਹੀਂ ਜਾਂਦਾ। ਔਰ ਇਹ ਆਪਣੀ ਫਿਦਰਤ 'ਚ ਕਿਤੇ ਨਾ ਕਿਤੇ ਹੈਗਾ ਵਾ। ਆਪਣੇ ਪਿੰਡਾਂ ਦੇ ਵਿੱਚ ਵੀ ਤੁਸੀਂ ਕਹਿ ਲਓ ਜਾਂ ਕਿਤੇ ਵੀ ਕਹਿ ਲਓ, ਇਹ ਕਿਤੇ ਨਾ ਕਿਤੇ ਸ਼ਰੀਕਾ ਭਾਈਚਾਰਾ ਜਿਹਨੂੰ ਆਪਾਂ ਕਹਿ ਦਈਦਾ, ਉਹ ਚੱਲ ਪੈਂਦਾ। ਔਰ ਸ਼ਰੀਕ ਹੀ ਸਭ ਤੋਂ ਵੱਡੇ ਤੁਹਾਡੇ ਦੁਸ਼ਮਣ ਹੋ ਜਾਂਦੇ। ਤੇ ਇੱਕ ਜਿਹੜਾ CLU ਵਾਲਾ ਮਾਮਲਾ ਹੈਗਾ, ਨਵਜੋਤ ਸਿੰਘ ਸਿੱਧੂ ਹੋਰਾਂ ਨੇ ਉਹਦੀ ਜਾਂਚ ਕਰਵਾਈ ਸੀ ਜਦੋਂ ਸਥਾਨਕ ਸਰਕਾਰਾਂ ਦੇ ਮੰਤਰੀ ਸੀਗੇ। ਤੇ DSP ਸੇਖੋ ਹੋਰਾਂ ਨੇ ਇਸ ਦੀ ਜਾਂਚ ਕੀਤੀ ਸੀਗੀ ਤੇ ਇੱਕ ਕਾਪੀ ਆਪਣੇ ਕੋਲ ਰੱਖੀ ਤੇ ਦੂਜੀ ਕਾਪੀ ਭੇਜਤੀ ਸੀ ਸਿੱਧੂ ਸਾਹਿਬ ਹੋਰਾਂ ਕੋਲ। ਤੇ ਹੁਣ ਉਸ ਮਾਮਲੇ ਨੂੰ ਲੈ ਕੇ ਕੋਰਟ ਸੱਦ ਰਹੀ ਹੈਗੀ ਆ ਸਿੱਧੂ ਸਾਹਿਬ ਹੋਰਾਂ ਦੀ ਪੇਸ਼ੀ। ਸਿੱਧੂ ਸਾਹਿਬ ਪੇਸ਼ੀ ਵੀ ਨਹੀਂ ਦੇ ਰਹੇ। ਲੱਗਦਾ ਕਿ ਇੱਕ ਹੋਰ ਮਾਮਲੇ ਦੇ ਵਿੱਚ ਵੀ ਆਸ਼ੂ ਸਾਹਿਬ ਤੇ ਇਹ ਵੀ ਉਦੋਂ ਢਿੱਲੋਂ ਸਾਹਿਬ ਇੱਕ ਚੀਜ਼ ਅਮਿਤ ਦੇ ਸਵਾਲ ਦੇ ਵਿੱਚ ਮੈਂ ਜੋੜ ਦੇਣਾ ਚਾਹੁੰਦਾ, ਕਿਉਂਕਿ ਸਿੱਧੂ ਸਾਹਿਬ ਨੇ ਖੁਦ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਕਿਹਾ ਸੀਗਾ ਕਿ ਭਾਵੇਂ ਸੰਤਰੀ ਹੋਵੇ ਮੰਤਰੀ ਹੋਵੇ, ਮੈਂ ਜ਼ਰੂਰ ਠੋਕਾਂਗਾ, ਛੱਡਾਂਗਾ ਕਿਸੇ ਨੂੰ ਨਹੀਂ। ਹਮੇਸ਼ਾ ਬੋਲਣ ਵਾਲੇ ਹੁਣ ਚੁੱਪ ਨੇ। ਦੇਖੋ, ਠੋਕਣ ਠਿਕਾਣਾ ਬਿਲਕੁਲ ਇਹ ਆਪਣੀ ਜਾਂ ਰਾਜਨੀਤੀ ਦਾ ਇੱਕ ਹਿੱਸਾ ਵਾ। ਲੇਕਿਨ ਕੱਲਾ ਇਸੇ ਤੇ ਸਾਰਾ ਫੋਕਸ ਕਰਕੇ ਆਮ ਆਦਮੀ ਪਾਰਟੀ ਬਾਕੀ ਇਸ਼ੂਜ਼ ਨੂੰ ਸਕਟਲ ਆਊਟ ਕਰ ਰਹੀ ਆ। ਉਹ ਆਏ ਸੀਗੇ ਬਦਲਾਵ ਦੇ ਨਾਮ ਤੇ। ਬਦਲਾਵ ਦੇ ਵਿੱਚ 1000 ਬੀਬੀਆਂ ਨੂੰ ਪੈਨਸ਼ਨ ਵੀ ਸੀ। ਉਹਦਾ ਆਪਾਂ ਨੂੰ ਪਤਾ ਹੈ ਕਿ ਹਾਲੇ ਮਿਲਨੇ ਵੀ ਨਹੀਂ ਮਿਲਨੇ ਨਾ। ਆਪਾਂ ਨੂੰ ਬੜੀ ਵਧੀਆ ਗੱਲ ਆ, ਤੁਸੀਂ ਕਹਿ ਰਹੇ ਹੋ, ਤੁਹਾਡੀ ਗੱਲ ਸਹੀ ਆ ਵੀ ਨਹੀਂ ਮਿਲਨੇ ਉਹ। ਕਿਉਂਕਿ ਸਟੇਟ ਦਾ ਆਪਾਂ ਨੂੰ ਉਹਦੇ ਵਿੱਚ ਓਵਰਆਲ ਜੋ ਕਰਜ਼ਾ ਸੀਗਾ ਉਹਨੂੰ ਕਿਵੇਂ ਖਤਮ ਕਰਨਾ, ਐਗਰੀਕਲਚਰ ਪਾਲਿਸੀ ਕੀ ਲਿਆਣੀ ਆ। ਅੱਜ ਉਹ ਐਗਰੀਕਲਚਰ ਯੂਨੀਵਰਸਿਟੀ ਵਾਲੇ ਬੱਚੇ 31 ਦਿਨ ਹੋ ਗਏ ਸੀ ਬੈਠੇ ਹੋਏ, 34 ਦਿਨ ਅਸੀਂ ਗਏ। ਅਗਲੇ ਦਿਨ ਉਹਨਾਂ ਨੂੰ ਭਗਵੰਤ ਮਾਨ ਨੇ ਬੁਲਾਇਆ। ਮੇਰਾ ਸਿਰਫ ਇਹ ਕਹਿੰਦਾ, ਨੌਜਵਾਨ ਅੱਜ ਜਿਹੜੇ ਧਰਨਿਆਂ ਤੇ ਬੈਠੇ ਆ, ਕਿੰਨੇ ਧਰਨੇ ਲੱਗੇ। ਵੇਰਕਾ ਵਾਲਿਆਂ ਦਾ ਵੱਖਰਾ ਧਰਨਾ ਲੱਗਾ, ਬੇਰੁਜ਼ਗਾਰਾਂ ਦਾ ਸੰਗਰੂਰ ਵੱਖਰਾ ਧਰਨਾ ਲੱਗਾ, ਅਨੰਦਪੁਰ ਸਾਹਿਬ ਵੱਖਰਾ ਟੀਚਰਾਂ ਦਾ ਧਰਨਾ ਲੱਗਾ। ਫਿਰ ਇਹ ਚੀਜ਼ਾਂ ਨੂੰ ਸਕਟਲ ਆਊਟ ਕਰਨ ਨੂੰ ਕੁਛ ਨਾ ਕੁਛ ਮਸਾਲਾ ਵੀ ਚਾਹੀਦਾ ਨਾ। ਉਹ ਪੰਜਾਬੀਆਂ ਨੂੰ ਜ਼ਿਆਦਾ ਮਜ਼ਾ ਆਉਂਦਾ ਠੋਕਤਾ। ਪਰ ਲੱਗਦਾ ਜੇਕਰ ਤੁਸੀਂ ਜਾਂਦੇ ਨਿਯੁਕਤੀ ਪੱਤਰ ਦੇ ਜਾਂਦੇ, ਜਿਹੜੀ ਅੱਜ ਮਾਨ ਸਰਕਾਰ ਵੰਡੀ ਜਾਂਦੀ ਹੈਗੀ ਆ, ਤੁਹਾਡੇ ਥੋੜੇ ਜ਼ਿਆਦਾ ਪ੍ਰਭਾਵ ਦੇ ਵਿੱਚ ਹੁੰਦੇ ਤੁਸੀਂ। ਦੇਖੋ, ਇਹ ਨਿਯੁਕਤੀ ਪੱਤਰ ਦੇਣੇ ਇੱਕ ਪ੍ਰੋਸੈਸ ਆ। ਇਸ ਸਮੇਂ ਦੇ ਵਿੱਚ ਡਾਕੂਮੈਂਟ ਵੈਰੀਫਿਕੇਸ਼ਨ ਵੀ ਆ, ਉਹਦੇ ਵਿੱਚ ਪੇਪਰ ਵੀ ਆ, ਉਹਦੇ ਵਿੱਚ ਇੰਟਰਵਿਊਜ਼ ਵੀ ਆ। ਉਹ ਪ੍ਰੋਸੈਸ ਨੂੰ ਬਾਈਪਾਸ ਕਰਾਂਗੇ ਤੇ ਕੱਲ ਨੂੰ ਹਾਈ ਕੋਰਟ ਸਟੇ ਲਾ ਦੂਗਾ। ਨਿਯੁਕਤੀ ਪੱਤਰ ਦੇਣਾ, ਹਰ ਚੀਜ਼ ਨੂੰ ਆਪਾਂ 5 ਸਾਲ ਦੇ ਸਾਈਕਲ 'ਚ ਨਾ ਵੇਖੋ ਵੀ 5 ਸਾਲ ਦਾ ਸਾਈਕਲ ਸੀ। ਸਰਕਾਰ ਨੇ ਕੁਝ ਚੀਜ਼ਾਂ ਇਨੀਸ਼ੀਏਟ ਕਰਨੀਆਂ। ਸਰਕਾਰਾਂ ਹਮੇਸ਼ਾ ਚੱਲਦੀਆਂ ਰਹੀਆਂ, ਪਾਰਟੀਆਂ ਬਦਲਦੀਆਂ ਰਹਿੰਦੀਆਂ, ਲੇਕਿਨ ਤੁਸੀਂ ਹਰ ਚੀਜ਼ ਨੂੰ ਐਵੇਂ ਨਾ ਵੇਖੋ ਨਾ ਵੀ ਮਤਲਬ ਮੰਨ ਲਓ ਅਸੀਂ ਨਿਯੁਕਤੀ ਪੱਤਰ ਦੇ ਦਿੰਦੇ ਤੇ ਫਿਰ ਉਹਦੇ ਨਾਲ ਮਤਲਬ ਕੀ ਸਾਨੂੰ ਮਤਲਬ ਵੋਟਾਂ ਵੱਧ ਪੈ ਜਾਂਦੀਆਂ। ਅੱਜ ਲੜਾਈ ਮੋਰੈਲਿਟੀ ਦੀ ਆ, ਅੱਜ ਲੜਾਈ ਮੋਰਲ ਵੈਲਿਊਜ਼ ਦੀ, ਅੱਜ ਲੜਾਈ ਕਿਤੇ ਨਾ ਕਿਤੇ ਕਿਰਦਾਰਾਂ ਦੀ ਆ। ਉਹਦੇ ਵਿੱਚ ਅਸੀਂ ਜ਼ਰੂਰ ਮਗਰ ਰਹੇ ਹਾਂ। ਪਰ ਢਿੱਲੋਂ ਸਾਹਿਬ, ਲੋਕਾਂ ਨੂੰ ਇਹ ਬਦਲਾਅ ਵੀ ਬੜਾ ਚੰਗਾ ਲੱਗ ਰਿਹਾ। ਉਹ ਕਹਿੰਦੇ ਕੁਹਾਂਦੇ ਜਿਹੜੇ ਮੰਤਰੀ ਸੀਗੇ, ਲੀਡਰ ਸੀਗੇ, ਜੋ ਆਲੀਸ਼ਾਨ ਬੰਗਲਿਆਂ 'ਚ ਰਹਿੰਦੇ ਸੀਗੇ, ਐਸ਼ੋ-ਆਰਾਮ ਦੀ ਜ਼ਿੰਦਗੀ ਜੀਂਦੇ ਸੀਗੇ, ਵੱਡੀਆਂ ਗੱਡੀਆਂ 'ਚ ਘੁੰਮਦੇ ਸੀਗੇ, ਉਹਨਾਂ ਨੂੰ ਜੇਲ੍ਹ ਯਾਤਰਾ ਤੱਕ ਕਰਾਤੀ ਆਮ ਆਦਮੀ ਪਾਰਟੀ ਨੇ। ਇਹਨਾਂ ਲਈ ਉਹ ਵੀ ਬਦਲਾਅ ਬਹੁਤ ਚੰਗਾ ਲੱਗਦਾ। ਪਰ ਸੋਸ਼ਲ ਮੀਡੀਆ ਖੰਗਾਲ ਲਓ ਜਾਂ ਬਾਹਰ ਸੜਕਾਂ ਤੇ ਚਾਹ ਪੀਂਦੇ ਹੋ ਤੁਸੀਂ, ਲੋਕਾਂ ਕੋਲ ਜਾ ਕੇ ਪੁੱਛ ਲਓ, ਕਹਿੰਦੇ ਮਜ਼ਾ ਹੀ ਆ ਗਿਆ, ਸਵਾਦ ਆ ਗਿਆ। ਔਰ ਕਾਰਵਾਈ ਤਾਂ ਹੁੰਦੀ ਵੀ ਉਹ ਇਦਾਂ ਕਹਿੰਦੇ ਆ। ਦੇਖੋ, ਇਸ ਗੱਲ ਦੇ ਵਿੱਚ ਵੀ ਕੋਈ ਦੋ ਰਾਏ ਨਹੀਂ। ਲੋਕਾਂ ਨੂੰ ਇੱਕ ਪ੍ਰੋਬਲਮ ਤਾਂ ਸੀਗੀ। ਅਗਰ ਅਸੀਂ ਕਹੀਏ 5 ਸਾਲ ਦੀ ਸਾਡੀ ਸਰਕਾਰ ਰਹੀ ਆ ਤੇ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਆ। ਤੁਸੀਂ ਇੱਕ ਚੀਜ਼ ਦੱਸੋ ਮੈਨੂੰ, ਤੁਸੀਂ ਇਹ ਕਹਿੰਦੇ ਹੋ ਕਿ ਜਿਹੜੀ ਕਾਂਗਰਸ ਹੈਗੀ ਆ ਉਹਦੇ 'ਚ ਜਿਹੜੇ ਵੀ ਲੀਡਰ ਹੈਗੇ ਨੇ ਉਹਨਾਂ 'ਚੋਂ ਕੋਈ ਵੀ ਕਰਪਟ ਨਹੀਂ ਹੈਗਾ? ਮੰਨਦੇ ਹੋ ਇਹ ਗੱਲ ਤੁਸੀਂ? ਨਹੀਂ, ਬਹੁਤ ਲੀਡਰ ਆ ਜਿਹੜੇ ਨਹੀਂ ਕਰਪਟ ਹੈਗੇ। ਬਹੁਤ ਲੀਡਰ ਆ ਜਿਹੜੇ ਬਾਕੀਆਂ ਦੇ ਕਰਕੇ ਉਹ ਵੀ ਦਾਗੀ ਹੋ ਜਾਂਦੇ ਆ ਸਾਰੇ। ਮਤਲਬ ਬਹੁਤ ਲੀਡਰ ਹੈਗੇ ਜਿਹੜੇ ਕਰਪਟ ਨਹੀਂ ਹੈਗੇ, ਕੁਝ ਹੈਗੇ ਜਿਹੜੇ ਕਰਪਟ ਹੈਗੇ ਆ। ਬਿਲਕੁਲ ਸੀਗੇ ਇਹਦੇ ਅੰਦਰ। ਸੀਗੇ ਕਿ ਹੈਗੇ ਆ? ਮੈਂ ਤਾਂ ਇਹੀ ਕਹਿ ਰਿਹਾ ਨਾ, ਲੋਕਾਂ ਨੇ ਬਾਹਰ ਕਿਉਂ ਕੱਢਿਆ? ਲੋਕਾਂ ਨੂੰ ਸਭ ਪਤਾ ਹੁੰਦਾ, ਠੀਕ ਆ। ਲੋਕਾਂ ਨੇ ਦੇਖੋ, ਕਰਪਸ਼ਨ ਜਿਹੜੀ ਆ ਇਹ ਨਹੀਂ ਹੁੰਦਾ ਵੀ ਜੇ ਮੰਨ ਲਓ 117 MLA ਸੀ ਤੇ ਸਾਰਿਆਂ ਨੇ ਆਪਣਾ ਕੀਤੀ ਸੀ। ਹਾਂ, ਲੇਕਿਨ ਕਈਆਂ ਨੇ ਕੀਤੀ ਆ, ਠੀਕ ਆ। ਉਹਨਾਂ ਨੂੰ ਸਾਹਮਣੇ ਵੀ ਆਉਣਾ ਚਾਹੀਦਾ। ਪ੍ਰੋਬਲਮ ਕਿੱਥੇ ਆ? ਤੁਸੀਂ ਕਹਿ ਰਹੇ ਸਾਹਮਣੇ ਆਉਣਾ ਚਾਹੀਦਾ। ਇਹ ਪਾਰਟੀ ਦੇ ਪ੍ਰਧਾਨ ਨੂੰ ਪਤਾ ਕਿ ਇਹੋ ਜਿਹੇ ਲੀਡਰ ਹੈਗੇ ਨੇ ਪਾਰਟੀ 'ਚ? ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਦੇਖੋ, ਪਤਾ ਤਾਂ ਹੁਣ ਜਿਵੇਂ ਮੰਨ ਲਓ ਕਿ ਤੁਹਾਡਾ ਕੋਈ ਮਿੱਤਰ ਸੱਜਣ ਆ ਕੇ ਦੱਸ ਦਿੰਦਾ ਵਾ, ਗੱਲ ਹੁੰਦੀ ਆ ਪਾਰਟੀ ਪ੍ਰਧਾਨ ਵੀ ਕਹਿੰਦਾ ਯਾਰ ਮੈਨੂੰ ਕੋਈ ਪ੍ਰੂਫ ਤਾਂ ਦਿਓ, ਅਗਰ ਅਗਲੇ ਤੇ ਮੈਂ ਕਾਰਵਾਈ ਕਰਨੀ ਆ। ਕੱਲ੍ਹ ਨੂੰ ਕੋਈ ਵੀ ਉੱਠ ਕੇ ਐਲੀਗੇਸ਼ਨਾਂ ਲਾ ਰਿਹਾ,
ਮੈਂ ਇਸ ਗੱਲ ਨੂੰ ਇਸ ਕਰਕੇ ਗੱਲ ਕਰ ਰਿਹਾ, ਭਰਤ ਭੂਸ਼ਣ ਆਸ਼ੂ ਦੇ ਉੱਤੇ ਅਗਰ ਐਲੀਗੇਸ਼ਨ ਲੱਗਦੇ ਆ, ਕਿਉਂ ਲੱਗਦੇ ਆ? ਕਿਉਂਕਿ ਉਹ ਕਾਂਗਰਸ ਸਾਰੀ ਉਸ ਤਰੀਕੇ ਨਾਲ ਪੇਂਟ ਕੀਤੀ ਗਈ ਹੈ। ਲੋਕਾਂ ਦੇ ਮਨ 'ਚ ਇਹ ਆਉਂਦਾ ਸ਼ਾਇਦ ਭਰਤ ਭੂਸ਼ਣ ਆਸ਼ੂ ਵੀ ਇਸੇ ਟੋਲੇ ਦਾ ਹਿੱਸਾ ਹੋਊਗਾ। ਲੇਕਿਨ ਮੈਂ ਤੁਹਾਨੂੰ ਇਸ ਕਰਕੇ ਨਹੀਂ ਗੱਲ ਕਰਦਾ ਵੀ ਇਕੱਲੀ ਕਰਨ ਖਾਤਰ ਗੱਲ ਕਰਦੇ ਆ। ਜੇਲ੍ਹਾਂ 'ਚ ਤੁਸੀਂ ਗੱਲ ਕਰਦੇ ਸੀ ਨਾ, ਜੇਲ੍ਹਾਂ 'ਚ ਸੁਖਬੀਰ ਬਾਦਲ ਵੀ ਗਿਆ ਸੀ। ਜੇਲ੍ਹਾਂ ਦੇ ਵਿੱਚ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬਾਦਲਾਂ ਨੇ ਬੜੀ ਕੋਸ਼ਿਸ਼ ਕੀਤੀ ਸੀ। ਉਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਬੜੇ ਸਟੇਟਾਂ ਸੂਬਿਆਂ 'ਚ ਜੈਲਲਿਤਾ ਸੀ, ਆਪਣਾ ਉਹਨਾਂ ਨੇ ਕਰੁਣਾਨਿਧੀ ਨੂੰ ਜੇਲ੍ਹ ਭੇਜਿਆ ਸੀ। ਤੁਸੀਂ ਅਗਰ ਕਹੋਗੇ ਆਪਣਾ ਕਹਿੰਦੇ ਸਾਬਕਾ ਪ੍ਰਧਾਨ ਮੰਤਰੀ ਵੀ ਜੇਲ੍ਹ ਗਏ ਆ। ਜੇਲ੍ਹ ਜਾਣਾ ਅਗਰ ਲੋਕਾਂ ਨੂੰ ਇਹਦੇ ਨਾਲ ਸੰਤੁਸ਼ਟੀ ਮਿਲਦੀ ਆ, ਤੇ ਲੋਕਾਂ ਨੂੰ ਵੀ ਆਪਣਾ ਇੱਕ ਸੋਚਣ ਦਾ ਨਜ਼ਰੀਆ ਬਦਲਣਾ ਪਊਗਾ ਵੀ ਸਰਕਾਰਾਂ ਤੋਂ ਆਪਾਂ ਜੇਲ੍ਹ ਭਜਾਉਣ ਵਾਸਤੇ ਆਪਾਂ ਇਕੱਲੇ ਸੰਤੁਸ਼ਟ ਨਾ ਹੋਈਏ। ਪਰ ਇਹ ਦੇਖੋ ਨਾ ਬੇਸ ਕੀ ਹੈ, ਕਰਪਸ਼ਨ ਦੇ ਇਲਜ਼ਾਮ ਲੱਗ ਰਹੇ ਨੇ ਢਿੱਲੋਂ ਸਾਹਿਬ। ਭਾਜੀ ਇਹਦੇ ਅੰਦਰ ਕਹਿਣ 'ਚ ਕੋਈ ਗਰੇਜ ਨਹੀਂ ਆ ਵੀ ਕਰਪਸ਼ਨ ਸੀਗੀ, ਠੀਕ ਆ, ਕਰਪਸ਼ਨ ਸੀਗੀ। ਹੁਣ ਆਮ ਆਦਮੀ ਰੋਕ ਲੇ ਕਰਪਸ਼ਨ। ਵਿਜੇਂਦਰ ਸਿੰਗਲਾ ਕਿਹੜੇ ਕੇਸ 'ਚ ਅੰਦਰ ਗਿਆ? ਉਹ ਤਾਂ ਤੁਹਾਡੇ ਮਤਲਬ ਕਿ ਹੁਣ ਤਾਂ ਵਿਧਾਇਕ ਦਲ ਦੀ ਮੀਟਿੰਗਾਂ 'ਚ ਵੀ ਬਹਿੰਦੇ ਨੇ। ਮੈਂ ਉਹ ਹੋਏ ਚਲੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਪਬਲਿਕ ਸਟੰਟ ਸੀਗਾ ਆਮ ਆਦਮੀ ਪਾਰਟੀ ਦਾ? ਨਹੀਂ, ਵਿਜੇ ਸਿੰਗਲਾ ਕਰਪਸ਼ਨ 'ਚ ਗਿਆ ਨਾ ਅੰਦਰ। ਮਨੀਸ਼ ਸਿਸੋਦੀਆ ਤੇ ਕੀ ਚੱਲ ਰਿਹਾ? ਮਨੀਸ਼ ਸਿਸੋਦੀਆ ਤੇ ਏਡੀ ਵੱਡੀ ਕਰਪਸ਼ਨ ਦਾ ਇਲਜ਼ਾਮ ਆ, ਔਰ ਉਹੀ ਇੱਥੇ ਸੇਮ ਪਾਲਿਸੀ ਇੱਥੇ ਲਾਗੂ ਕੀਤੀ ਆ। ਇਹ ਕਰ ਦੇਣ ਬੰਦ। ਤੁਹਾਨੂੰ ਲੱਗਦਾ ਨਹੀਂ ਮੇਰਾ ਇੱਕ ਚੀਜ਼ ਦੱਸੋ, ਜਦੋਂ ਬੀਜੇਪੀ, ਤੁਸੀਂ ਵੈਸੇ ਬੀਜੇਪੀ ਨੂੰ ਘੇਰਦੇ ਹੋ, ਜਦੋਂ ਈਡੀ ਮਗਰ ਪੈਂਦੀ, ਲੀਡਰਾਂ ਦੇ, ਕਾਂਗਰਸੀ ਲੀਡਰਾਂ ਦੇ ਮਗਰ ਪੈਂਦੀ, ਤਾਂ ਤੁਸੀਂ ਕਹਿੰਦੇ ਹੋ ਬੀਜੇਪੀ ਜਿਹੜੀ ਹੈਗੀ ਡਰਾਉਂਦੀ ਹੈ, ਧਮਕਾਉਂਦੀ ਹੈ। ਉਹੀ ਸੈਂਟਰਲ ਏਜੰਸੀਆਂ ਜਿਹੜੀਆਂ ਹੈਗੀਆਂ ਨੇ ਮਨੀਸ਼ ਸਿਸੋਦੀਆ ਮਗਰ ਹੈ। ਕੇਜਰੀਵਾਲ ਸਾਹਿਬ ਵਿਧਾਨ ਸਭਾ 'ਚ ਖੜੇ ਹੋ ਕੇ ਦੱਸਦੇ ਆ ਕਿ ਮੇਰੇ ਮੰਤਰੀ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਸੀਗੇ ਸਿਸੋਦੀਆ ਸਾਹਿਬ ਨੂੰ, ਲੇਕਿਨ ਇਹ ਵਿਕੇ ਨਹੀਂ। ਡਿਪਟੀ ਸੀਐਮ ਹੈਗੇ, ਮੈਨੂੰ ਇਹੋ ਜਿਹਾ ਡਿਪਟੀ ਸੀਐਮ ਨਹੀਂ ਮਿਲਣਾ। ਫਿਰ ਤੁਸੀਂ ਕਹਿੰਦੇ ਹੋ ਕਿ ਹਾਂ ਮੰਤਰੀ, ਉਹਨਾਂ ਦੇ ਮਗਰ ਸੀਬੀਆਈ ਪੈ ਗਈ। ਇੱਥੇ ਫਿਰ ਦੋਆ ਚਿਹਰਾ ਨਹੀਂ ਨਜ਼ਰ ਆਉਂਦਾ ਕਿ ਹਾਂ ਵੀ ਆਪਣੀ ਵਾਰੀ ਜਦੋਂ ਹੁੰਦਾ ਤੁਸੀਂ ਕਹਿੰਦੇ ਹੋ ਕਿ ਸੈਂਟਰਲ ਏਜੰਸੀਆਂ ਮਗਰ ਪੈ ਗਈਆਂ। ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਮਗਰ ਵੀ ਸੈਂਟਰਲ ਏਜੰਸੀਆਂ ਪੈ ਗਈਆਂ? ਅਗਰ ਤੁਸੀਂ ਮੈਨੂੰ 2 ਮਿੰਟ ਦਿਓ ਨਾ ਸਾਰੀ ਗੱਲ ਨੂੰ 2 ਮਿੰਟ 'ਚ ਦੱਸਣ ਦਾ। ਤੁਸੀਂ ਵੇਖੋ, ਪਹਿਲੀ ਗੱਲ, ਰਾਹੁਲ ਗਾਂਧੀ ਮਿਨਿਸਟਰ ਨਹੀਂ ਸੀ। ਸੋਨੀਆ ਗਾਂਧੀ ਤੇ ਮਗਰ ਈਡੀ ਪਈ, ਉਹ ਮਿਨਿਸਟਰ ਨਹੀਂ ਸੀ। ਉਹ ਕਾਂਗਰਸ ਪਾਰਟੀ ਦੀ ਇੱਕ ਅਖਬਾਰ ਦੀ ਗੱਲ ਆ, ਪਾਰਟੀ ਦੀ ਅਖਬਾਰ ਦੀ ਗੱਲ ਆ। ਇੱਥੇ ਉਹ ਸਰਕਾਰ ਦੇ ਵਿੱਚ ਮਿਨਿਸਟਰ ਆ, ਲੋਕਾਂ ਦਾ ਪੈਸਾ ਵਾ। 2 ਚੀਜ਼ਾਂ 'ਚ ਫਰਕ ਆ। ਆਪਾਂ ਹਰ ਚੀਜ਼ ਨੂੰ ਕਿਉਂਕਿ ਫੇਸ ਵੈਲਿਊ ਤੇ ਸਮਝ ਕੇ ਦਵਾ ਦਵਾ ਆਪਾਂ ਜਜਮੈਂਟ ਪਾਸ ਕਰ ਦਈਦੀ ਆ। ਉਹ ਮੰਤਰੀ ਆ, ਉਹਨੇ ਐਕਸਾਈਜ਼ ਦੀ ਪਾਲਿਸੀ ਬਣਾਈ ਆ, ਉਹਨੇ ਲੋਕਾਂ ਦੇ ਨਾਲ, ਠੇਕੇਦਾਰਾਂ ਦੇ ਨਾਲ ਸਰਕਾਰ ਡੀਲ ਕਰ ਰਹੀ ਆ। ਔਰ ਰਾਹੁਲ ਗਾਂਧੀ ਤੇ ਕਾਹਦੇ ਇਲਜ਼ਾਮ ਆ? ਉਹ ਇਹ ਕਹਿੰਦੇ ਆ ਵੀ ਕਾਂਗਰਸ ਪਾਰਟੀ ਦੀ ਇੱਕ ਅਖਬਾਰ ਸੀ, ਉਹਦੇ ਜਿਹੜੇ ਸ਼ੇਅਰ ਆ ਇਹਨਾਂ ਨੇ ਕਾਂਗਰਸ ਪਾਰਟੀ ਦੇ ਨਾਂ ਟਰਾਂਸਫਰ ਕਰ ਲਏ। ਤੁਸੀਂ ਸਿਸੋਦੀਆ ਸਾਹਿਬ ਨੂੰ ਕਿਉਂ ਘੇਰਦੇ ਹੋ? ਕੱਲਾ 15 ਬੰਦੇ ਹੋਰ ਹੈਗੇ ਸੀਬੀਆਈ ਦੀ ਐਫਆਈਆਰ ਦੇ ਵਿੱਚ ਨਾਮਜ਼ਦ ਹੈਗੇ, ਉਹ ਵੀ ਤਾਂ ਬੰਦੇ ਹੀ ਨੇ ਨਾ। ਫਿਰ ਕੱਲਾ ਸਿਸੋਦੀਆ ਸਾਹਿਬ ਹੀ ਕਿਉਂ ਐਕਸ਼ਨ ਦੇ ਉੱਤੇ ਨੇ ਜਾਂ ਟਾਰਗੇਟ ਤੇ? ਕਿਉਂਕਿ ਰੌਲਾ ਉਹ ਪਾਉਂਦੇ ਸਭ ਤੋਂ ਵੱਧ। ਇਮਾਨਦਾਰੀ ਦਾ ਇਹਨਾਂ ਦਾ ਕੰਮ ਕੀ ਆ ਵੀ ਅਸੀਂ ਇਮਾਨਦਾਰ, ਅਸੀਂ ਕੱਟੜ ਇਮਾਨਦਾਰ, ਬਾਕੀ ਸਾਰੇ ਚੋਰ ਡਾਕੂ। ਇਹ ਉਹੀ ਸੀਗਾ ਜਿਨ੍ਹਾਂ ਨੇ ਜੇਟਲੀ ਤੇ ਇਲਜ਼ਾਮ ਲਾਏ, ਜਿਨ੍ਹਾਂ ਨੇ ਬਿਕਰਮ ਮਜੀਠੀਆ ਤੋਂ ਮਾਫੀਆਂ ਮੰਗੀਆਂ। ਔਰ ਇਹਨੇ ਤੁਸੀਂ ਕਟਿੰਗ ਨਹੀਂ ਪੜ੍ਹੀ ਜਿਹੜੀ ਨਿਊਯਾਰਕ ਟਾਈਮਸ ਦੇ ਵਿੱਚ ਛਪੀ? ਐਡਾ ਵੱਡਾ ਮਤਲਬ ਫਰੰਟ ਪੇਜ ਤੇ, ਮਤਲਬ ਪੂਰਾ ਪੇਜ ਹੀ ਉਹਨਾਂ ਨੇ ਸਾਂਭਤਾ, ਫੜ ਕੇ ਲਿਖਤਾ ਉਹਦੇ ਤੇ ਕਿ ਹਾਂ ਵੀ ਸਕੂਲ ਦੇਖਣੇ 'ਚ ਜਾ ਕੇ ਦਿੱਲੀ ਦੇਖੋ। ਮਾਨ ਸਨਮਾਨ ਵਧਾਇਆ ਕਹਿੰਦੇ। ਮੈਂ ਤੈਨੂੰ ਉਹੀ ਕਹਿ ਰਿਹਾ ਨਾ ਵੀ ਜਦੋਂ ਤਾਂ ਮਾਫੀਆਂ ਮੰਗਣੇ, ਡੈਫਾਮੇਸ਼ਨ ਕੇਸਾਂ ਤੋਂ ਭੱਜਣੇ, ਆਪਣੇ ਆਪ ਨੂੰ ਕੱਟੜ ਇਮਾਨਦਾਰ ਦੇ ਆਪ ਹੀ ਸਰਟੀਫਿਕੇਟ ਦੇਣ ਇਹ, ਔਰ ਬਾਕੀ ਸਾਰੇ ਚੋਰ ਡਾਕੂ। ਔਰ ਜਦੋਂ ਆਪਣੇ ਤੇ ਗੱਲ ਆਉਂਦੀ ਆ ਉਦੋਂ ਕਿਉਂ ਭੱਜਦੇ ਆ? ਅੱਛਾ, ਤੁਹਾਨੂੰ ਨਹੀਂ ਲੱਗਦਾ ਕਾਂਗਰਸ ਨੂੰ ਇਹ ਮਾਡਲ ਅਪਣਾਉਣਾ ਚਾਹੀਦਾ ਆਮ ਆਦਮੀ ਪਾਰਟੀ ਦਾ ਕਿ ਆਪਣੇ ਲੀਡਰਾਂ ਨੂੰ ਫੜ ਕੇ ਅੱਗੇ ਕਰ ਦਿਓ, ਜਿਨ੍ਹਾਂ ਨੇ ਕਰਪਸ਼ਨ ਕੀਤੀ ਉਹਨਾਂ ਨੂੰ ਫੜ ਲਓ? ਤੁਸੀਂ ਕਿਹਾ ਨਾ ਕਿ ਕੁਝ ਬੰਦੇ ਹੈਗੇ ਨੇ ਜਿਹੜੇ ਕਰਪਟ ਹੈਗੇ ਨੇ, ਤਾਂ ਕਾਂਗਰਸ ਦੇ ਪ੍ਰਧਾਨ ਇਹ ਕਿਉਂ ਨਹੀਂ ਕਰਦੇ ਕਿ ਖੁਦ ਹੀ ਉਹਨਾਂ ਨੂੰ ਲਿਆ ਕੇ ਖੜਾ ਕਰ ਦਿਓ ਸਾਹਮਣੇ ਕਿ ਹਾਂਜੀ ਇਹਨਾਂ ਨੇ ਕਰਪਸ਼ਨ ਕੀਤੀ? ਇਹ ਮਾਡਲ ਤਾਂ ਚੰਗਾ ਮਾਡਲ ਹੈਗਾ ਕਿ ਨਹੀਂ ਹੈਗਾ? ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਵੀ ਸੀ, ਕੈਪਟਨ ਕਹਿੰਦੇ ਕਿ ਮੈਂ ਤਾਂ ਨਾਮ ਹੀ ਦਿੱਤੇ ਸੀਗੇ, ਉਹ ਕਹਿੰਦੇ ਪਾਰਟੀ ਟੁੱਟ ਜੂਗੀ। ਤੁਸੀਂ ਦੋਵੇਂ ਨੌਜਵਾਨ ਐਂਕਰ ਜੇ, ਮੈਂ ਵੀ ਇੱਕ ਉਹ ਹਾਂ, ਪਰ ਮੈਂ ਨੌਜਵਾਨ ਹਾਂ। ਮੈਂ ਵੀ ਨੌਜਵਾਨ ਹਾਂ, ਪਰ ਮੈਂ ਤੁਹਾਡੀ ਥੋੜੀ ਹਿਸਟਰੀ ਦਰੁਸਤ ਕਰਦਾ। ਕਾਂਗਰਸ ਪਾਰਟੀ ਨੇ ਜਦੋਂ 2G ਸਕੈਮ ਆਇਆ ਸੀ ਤੇ 1 ਮਿੰਟ ਫੜ ਕੇ ਸਾਰੇ ਅੰਦਰ ਦਿੱਤੇ ਸੀ? ਨਹੀਂ ਦਿੱਤੇ ਸੀ। ਕਲਮਾਡੀ ਆਇਆ ਸੀ, ਫੜ ਕੇ ਅੰਦਰ ਦਿੱਤਾ ਸੀ ਕਿ ਨਹੀਂ ਦਿੱਤਾ ਸੀ? ਇਹ ਜਿਹੜੇ ਮਾਡਲ ਆ ਨਾ, ਇਹ ਆਪਾਂ ਨੂੰ ਅੱਜ ਦਾ ਦਿਨ ਲੱਗਦੇ ਸਮਝ ਨਹੀਂ ਆਉਂਦੀ। ਪੰਜਾਬ ਦੇ ਲੀਡਰ ਫਿਰ ਸੰਸਕਾਰ ਕਿਉਂ ਨਹੀਂ ਲੈਂਦੇ? ਸੈਂਟਰਲ ਜਿਹੜੇ ਲੀਡਰਸ ਹੈਗੇ ਨੇ ਉਹਨਾਂ ਕੋਲੋਂ ਸੰਸਕਾਰ ਤਾਂ ਲੈ ਲਓ। ਵਧੀਆ ਚੀਜ਼ ਹੈਗੀ ਤੁਸੀਂ ਜਿਹਦੀ ਗੱਲ ਕਰ ਰਹੇ ਹੋ। ਗੱਲ ਸੁਣੋ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸ਼ਾਇਦ ਕਿਤੇ ਨਾ ਕਿਤੇ ਵੀਕ ਲੀਡਰਸ਼ਿਪ ਰਹੀ ਉਦੋਂ। ਅਗਰ ਕੈਪਟਨ ਅਮਰਿੰਦਰ ਸਿੰਘ ਨੇ ਐਕਸ਼ਨ ਨਹੀਂ ਲਿੱਤਾ ਤੇ ਲੀਡਰਸ਼ਿਪ ਕੈਪਟਨ ਦੀ ਵੀਕ ਰਹੀ ਨਾ। ਹਾਈ ਕਮਾਂਡ ਨੇ ਵੀ ਤਾਂ ਅੱਗੇ ਉਹ ਦਿੱਤਾ ਨਹੀਂ, ਇਹ ਤਾਂ ਕੈਪਟਨ ਸਾਹਿਬ ਕਹਿ ਰਹੇ ਆ ਨਾ, ਪਾਰਟੀ ਪ੍ਰੇਮ ਜਾ ਗਿਆ ਹੋਵੇ। ਇਹ ਤਾਂ ਕੈਪਟਨ ਸਾਹਿਬ ਕਹਿ ਰਹੇ ਆ ਨਾ, ਇਹ ਤਾਂ ਕੈਪਟਨ ਸਾਹਿਬ ਕਹਿ ਰਹੇ ਆ। ਕੈਪਟਨ ਸਾਹਿਬ ਨੂੰ ਪੁੱਛੋ ਵੀ ਮੰਤਰੀ ਬਣਾਉਣ ਵਾਸਤੇ ਕਿੰਨਾ। ਹੁਣ ਇਹ ਅੰਦਰਲੀਆਂ ਗੱਲਾਂ, ਇਹ ਤੁਸੀਂ ਕਿਸੇ ਦਿਨ ਇਹਦੇ ਤੇ ਤਾਂ ਮਤਲਬ ਅਗਰ ਕਾਂਗਰਸ ਪਾਰਟੀ ਦੇ ਲੀਡਰ ਹੋਣ ਤੇ ਕਿਤਾਬ ਲਿਖ ਦੇਣ ਵੀ ਉਦੋਂ ਕਿੰਨੇ ਬੰਦੇ ਨੇ ਕੀ ਕੁਛ ਕੀਤਾ। ਔਰ ਉਹ ਚੀਜ਼ਾਂ ਜਿਹੜੀਆਂ ਆਪਣਾ ਕਾਂਗਰਸ ਪਾਰਟੀ ਦੇ ਟਾਈਮ ਦੇ ਉੱਤੇ ਜਿਹੜੀਆਂ ਇਹ ਕਰ ਰਹੇ, ਉਹ ਲੀਡਰਸ਼ਿਪ ਕਮਜ਼ੋਰ ਮੁੱਖ ਮੰਤਰੀ ਦੀ ਸੀ। ਫਿਰ ਅਗਰ ਮੁੱਖ ਮੰਤਰੀ ਖੜ ਜਾਂਦਾ, ਅਗਰ ਉਦੋਂ ਕਰਪਟ ਸੀਗੇ ਤੇ ਮੁੱਖ ਮੰਤਰੀ ਖੜ ਜਾਂਦਾ। ਜੇ ਪਾਣੀਆਂ ਦੇ ਰੱਖ ਉਹਦਾ ਸਟੈਂਡ ਲੈ ਲੈਂਦੇ ਤਾਂ ਤੁਸੀਂ ਕਸੂਰ ਕੈਪਟਨ ਅਮਰਿੰਦਰ ਸਿੰਘ ਕਹਿ ਰਿਹਾ ਵੀ ਮੈਂ ਐਕਸ਼ਨ ਨਹੀਂ ਲਿੱਤਾ ਤੇ ਕਸੂਰ ਕਾਂਗਰਸ ਪਾਰਟੀ ਦਾ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਦਾ ਕਸੂਰ ਕਿਉਂ ਨਾ ਹੋਇਆ?
ਕੈਪਟਨ ਅਮਰਿੰਦਰ ਸਿੰਘ ਨੇ ਮੈਂ ਵੀ ਕਈ ਕਨਵਰਸੇਸ਼ਨ ਦਾ ਹਿੱਸਾ ਸੀ ਜਿੱਥੇ ਅਸੀਂ ਵੀ ਕਿਤੇ ਰੌਲਾ ਪਾਇਆ ਸੀਗਾ ਵੀ ਕੈਪਟਨ ਸਾਹਿਬ ਆ ਵੇਖੋ ਮੈਨੂੰ ਜੋ ਜਵਾਬ ਮਿਲ, ਮੈਂ ਉਹ ਕਹਿੰਦਾ ਨਾ ਕੈਮਰੇ ਦੇ ਉੱਤੇ ਮੈਂ ਕੀ ਗੱਲਾਂ ਕਰਾਂ, ਕਿਉਂਕਿ ਫਿਰ ਕੀ ਹੋਊਗਾ। ਕੀ ਕਹਿੰਦੇ ਸੀ ਕੈਪਟਨ ਸਾਹਿਬ? ਛੱਡੋ ਇਹ ਗੱਲਾਂ ਨੂੰ। ਤੁਸੀਂ ਰੋਲਾ ਪਾਇਆ ਉਦੋਂ ਕੋਈ ਮੂਹਰੋਂ ਕਿਉਂ ਜਵਾਬ ਆਉਂਦਾ ਸੀਗਾ? ਮੂਹਰੋਂ ਜਵਾਬ ਹੀ ਨਹੀਂ ਆਉਂਦਾ ਸੀ ਤੁਹਾਨੂੰ। ਹੁਣ ਜਾ ਕੇ ਕੈਪਟਨ ਸਾਹਿਬ ਨੇ ਫੈਸਲਾ ਤਾਂ ਕੈਪਟਨ ਸਾਹਿਬ ਨੇ ਕਰਨਾ ਸੀ, ਫੈਸਲਾ ਤਾਂ ਕੈਪਟਨ ਸਾਹਿਬ ਨੇ ਕਰਨਾ ਸੀ ਨਾ। ਤੇ ਲੇਕਿਨ ਜਦੋਂ ਮੂਹਰੋਂ ਜਵਾਬ ਹੀ ਨਹੀਂ ਆਉਣਾ, ਤੁਸੀਂ ਇੱਕ ਵਾਰ ਕਹਿ ਲਓਗੇ, ਦੋ ਵਾਰ ਕਹਿ ਲਓਗੇ, ਕਿੰਨੀ ਕੁ ਵਾਰ ਬੇਇੱਜ਼ਤੀ ਕਰਾਓਗੇ? 4.5 ਸਾਲ ਕੈਪਟਨ ਅਮਰਿੰਦਰ ਰਹੇ ਨੇ, ਤੁਹਾਨੂੰ ਦੂਜੇ ਕਿ ਤੀਜੇ ਸਾਲ ਸਮਝ ਆਇਆ ਯਾਰ ਕਿ ਨਹੀਂ ਇਹ ਮੁੱਖ ਮੰਤਰੀ ਸਾਡੇ ਹੱਥਾਂ ਦੇ ਵਿੱਚ ਨਹੀਂ ਆ? ਦੇਖੋ, ਜਿਵੇਂ ਸਿੱਧੂ ਸਾਹਿਬ ਕਹਿੰਦੇ ਕਿ ਰਬੜ ਦਾ ਗੁੱਡਾ ਜਿੱਦੋਂ ਨਹੀਂ, ਮੈਨੂੰ ਤਾਂ ਬੜਾ ਵਿਸ਼ਵਾਸ ਸੀ ਕੈਪਟਨ ਸਾਹਿਬ ਦਾ। ਮੈਂ ਤੁਹਾਨੂੰ ਐਵੇਂ ਕਹਾਂ, ਮੇਰੀ ਆਖਰੀ ਦਮ ਤੱਕ ਇਹ ਸੀ ਵੀ ਕੈਪਟਨ ਸਾਹਿਬ ਆਪਣਾ ਕੀ ਕਹਿੰਦੇ ਕੁਛ ਨਾ ਕੁਛ ਐਕਸ਼ਨ ਕਰਾਂਗੇ। ਕਰੋਨਾ ਵਿੱਚ ਆਇਆ, ਤੁਸੀਂ ਵੇਖੋ ਅਗਰ ਅਸੀਂ ਪਹਿਲੇ ਦਿਨ ਵੀ ਸਪੀਚ ਦਿੱਤੀ ਜਿੱਦਣ ਮੈਂ ਪ੍ਰਧਾਨ ਬਣਿਆ ਸੀ, ਮੈਂ ਉਦੋਂ ਵੀ ਕਿਹਾ ਸੀ ਅਗਰ ਤੁਸੀਂ ਬਾਦਲਾਂ ਦੇ ਖਿਲਾਫ ਐਕਸ਼ਨ ਨਾ ਲਿੱਤਾ ਤੇ ਪੰਜਾਬ ਆਪਾਂ ਨੂੰ ਮਾਫ ਨਹੀਂ ਕਰੂਗਾ। ਇਹ ਵੈਂਡੇਟਾ ਨਹੀਂ ਸੀ? ਇਹ ਕਿਹਾ ਕਿ ਜੇ ਬਾਦਲਾਂ ਦੇ ਖਿਲਾਫ ਆਪਾਂ ਐਕਸ਼ਨ ਨਾ ਲਿੱਤਾ, ਇਹ ਵੈਂਡੇਟਾ ਨਹੀਂ ਸੀ? ਲੋਕਾਂ ਨੇ ਸਾਨੂੰ ਵੈਂਡੇਟਾ ਕਿਉਂ ਸੀ? ਵੈਂਡੇਟਾ ਤਾਂ ਹੁੰਦਾ ਜਦੋਂ ਰਿਪੋਰਟਾਂ ਬਣੀਆਂ ਪਈਆਂ, ਅਧਿਕਾਰੀਆਂ ਨੇ ਰਿਪੋਰਟ ਭੇਜੀ ਪਈ ਔਰ ਤੁਸੀਂ ਉਹ ਫਾਈਲ ਦੇ ਉੱਤੇ ਬੈਠੇ ਰਹੋ, ਫਿਰ ਲੋਕੀ ਦਾ ਸਵਾਲ ਪੁੱਛਣਗੇ ਨਾ। ਅਸਲ ਵਿੱਚ ਕੋਰਟ 'ਚੋਂ ਬਰੀ ਹੋ ਜਾਣੋ, ਕੋਰਟ ਦੇ ਵਿੱਚੋਂ ਬਾਦਲ ਬਰੀ ਹੋ ਜਾਣ, ਕੋਈ ਚੱਕਰ ਨਹੀਂ। ਕੋਰਟ ਦੇ ਵਿੱਚੋਂ ਬਿਕਰਮ ਮਜੀਠੀਆ ਜ਼ਮਾਨਤ ਲੈ ਕੇ ਆਇਆ, ਕੋਈ ਗੱਲ ਨਹੀਂ, ਕੋਰਟ ਦੀ ਪ੍ਰਤੀਕਿਰਿਆ ਵਾ। ਸਾਨੂੰ ਲੋਕਾਂ ਦੀ ਇੱਕ ਆਵਾਜ਼ ਸੀ ਵੀ ਇਹਨਾਂ ਨੇ ਆਹ ਚੀਜ਼ਾਂ ਕੀਤੀਆਂ ਵਾ, ਇਹਦਾ ਫੈਸਲਾ ਕਰਕੇ ਦਿਓ। ਅਸੀਂ ਉਹਦੇ ਤੇ ਐਕਸ਼ਨ ਨਾ ਲਈਏ ਤੇ ਅਸੀਂ ਉਹਨਾਂ ਨਾਲ ਰਲੇ ਹੋ ਗਏ ਨਾ। ਅਗਰ ਅਸੀਂ ਐਕਸ਼ਨ ਲੈ ਲੈਂਦੇ, ਕੋਰਟ ਦੇ ਵਿੱਚ ਹੁਣ ਵੀ ਜ਼ਮਾਨਤ ਹੋਈ ਨਾ। ਮੇਰਾ ਸਿਰਫ ਇਹ ਕਹਿਣ ਦਾ ਮਤਲਬ ਜਦੋਂ ਤੁਸੀਂ ਐਕਸ਼ਨ ਨਹੀਂ ਲੈਂਦੇ, ਤੁਸੀਂ ਵੀ ਉਨੇ ਚੋਰ ਹੋ। ਅਗਰ ਔਰ ਜਦੋਂ ਤੁਸੀਂ ਗਲਤ ਐਕਸ਼ਨ ਲੈਂਦੇ ਹੋ ਤਾਂ ਵੀ ਤੁਸੀਂ ਚੋਰ ਹੋ। ਹੁਣ ਐਕਸ਼ਨ ਦੇ ਐਵਜ ਵਿੱਚ ਤੁਸੀਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਕਮਜ਼ੋਰ ਕਰਨ ਲੱਗ ਪਓ। ਲੀਡਰਾਂ 'ਚ ਵੈਸੇ ਸਹਿਣ ਸ਼ਕਤੀ ਬਹੁਤ ਹੁੰਦੀ ਢਿੱਲੋਂ ਸਾਹਿਬ, ਮਤਲਬ ਕਿ ਇੰਨੀ ਕੈਬਨਿਟ ਸੀਗੀ, ਵੱਡੇ ਵੱਡੇ ਲੀਡਰ ਸੁਖਜਿੰਦਰ ਰੰਧਾਵਾ ਵਰਗੇ ਸੀਗੇ, ਉਹ ਵੀ ਬੋਲਦੇ ਰਹੇ, ਪਰ ਸਾਰਾ ਕੁਝ ਸਹਿੰਦੇ ਰਹੇ। ਸਹਿਣ ਸ਼ਕਤੀ ਬਹੁਤ ਹੁੰਦੀ ਹੈ ਲੀਡਰਾਂ ਦੇ ਵਿੱਚ। ਦੇਖੋ, ਸਹਿਣ ਸ਼ਕਤੀ ਤਾਂ ਰੱਖਣੀ ਪੈਂਦੀ ਹੈ, ਉਹਦੇ ਬਿਨਾਂ ਗੁਜ਼ਾਰਾ ਨਹੀਂ ਹੈਗਾ। ਹੁਣ ਸ਼ਰੇਆਮ ਸਾਹਮਣੇ ਬੰਦਾ ਗਾਲਾਂ ਕੱਢ ਰਿਹਾ ਹੋਵੇ, ਆਮ ਬੰਦਾ ਨਹੀਂ ਸੁਣਦਾ, ਆਮ ਬੰਦਾ ਲੜ ਪੈਂਦਾ, ਲੀਡਰਾਂ ਨੂੰ ਕੋੜੇ ਘੁੱਟ ਵੀ ਪੀਣੇ ਪੈਂਦੇ। ਠੀਕ ਆ, ਸਾਡੇ ਵਰਗਿਆਂ 'ਚ ਸ਼ਾਇਦ ਨਹੀਂ ਹੈਗੀ ਨਹੀਂ ਸਹਿਣ ਸ਼ਕਤੀ, ਲੇਕਿਨ ਮੈਂ ਬੜੇ ਵੱਡਿਆਂ 'ਚ ਵੇਖਿਆ, ਬੜੇ ਲੀਡਰ ਮੂੰਹ ਤੇ ਆ ਕੇ ਬੜਾ ਕੁਝ ਬੋਲ ਕੇ ਜਾਂਦੇ ਆ। ਬਾਦਲ ਸਾਹਿਬ ਮਸ਼ਹੂਰ ਹੈ ਇਸ ਗੱਲ ਨੂੰ। ਉਹ ਫਿਰ ਉਹਨਾਂ ਦੀ ਜਦੋਂ ਕਾਪਾ ਚੱਲਦਾ ਸੀ, ਉਹ ਇਹੋ ਜਿਹਾ ਖਤਰਨਾਕ ਚੱਲਦਾ ਸੀ, ਫਿਰ ਬੰਦਾ ਪਾਣੀ ਨਹੀਂ ਲੱਭਦਾ ਸੀ। ਤੁਸੀਂ ਕਾਪਾ ਚਲਾਉਣ ਦਾ ਇੰਤਜ਼ਾਰ ਕਰਿਓ, ਸਰਕਾਰ ਆ ਜਾਏ ਫਿਰ ਵੇਖਾਂਗੇ। ਦੇਖੋ, ਜਿਨ੍ਹਾਂ ਨੇ ਗਲਤ ਕੀਤਾ ਵਾ, ਜੇ ਕੋਈ ਹੁਣ ਤੁਸੀਂ ਕਹੋ ਵੀ ਏਡੀ ਵੀ ਗੈਰਤ ਨਹੀਂ ਮਰੀ, ਹੁਣ ਧੱਕੇ ਉਹ ਕਰਨ ਤੇ ਬਾਅਦ 'ਚ ਅਸੀਂ ਕਹੀਏ ਨਹੀਂ ਅਸੀਂ ਵੀ ਏਡੇ ਵੀ ਉਹ ਤਾਂ ਹੋਣਾ ਨਹੀਂ ਚਾਹੀਦਾ। ਜੇ ਕਿਸੇ ਨੇ ਧੱਕਾ ਕੀਤਾ ਉਹਦਾ ਤਾਂ ਹਿਸਾਬ ਕਿਤਾਬ ਜ਼ਰੂਰ ਹੋਣਾ। ਕਾਂਗਰਸ ਛੱਡਣ ਨੂੰ ਦਿਲ ਨਹੀਂ ਕਰਦਾ ਜੋ ਹਾਲਾਤ ਬਣੇ ਹੋਏ ਆ ਕਾਂਗਰਸ ਦੇ, ਜਿਸ ਤਰੀਕੇ ਨਾਲ ਤੁਸੀਂ ਆਰਗੇਨਾਈਜੇਸ਼ਨਲ ਪੋਲਿਟਿਕਸ ਦੀ ਗੱਲ ਕਰਦੇ ਹੋ। ਪੂਰੇ ਹਿੰਦੁਸਤਾਨ ਦੇ ਨਜ਼ਰ ਘੁਮਾ ਕੇ ਵੇਖ ਲਓ ਜਿਸ ਤਰੀਕੇ ਦੇ ਨਾਲ ਲੀਡਰ ਇੱਧਰੋਂ ਦੀ ਉੱਧਰ ਛਾਲ ਮਾਰ ਕੇ ਜਾਂਦੇ। ਤੁਹਾਡਾ ਦਿਲ ਨਹੀਂ ਕਰਦਾ ਛੱਡ ਕੇ ਬੀਜੇਪੀ ਚੱਲਣਾ, ਜਿਨ੍ਹਾਂ ਨੂੰ ਤੁਸੀਂ ਗੁਰੂ ਧਾਰਿਆ ਆਏਗਾ, ਸੁਨੀਲ ਜਾਖੜ ਸਾਹਿਬ ਨੂੰ, ਉਹ ਵੀ ਚੱਲ ਗਏ। ਦੇਖੋ, ਤੁਸੀਂ ਰੋਜ਼ਾਨਾ ਸਪੋਕਸਮੈਨ ਕੰਮ ਕਰਦੇ ਹੋ ਨਾ, ਅਮਿਤ ਹੁਣੇ ਨਵਾਂ ਦੂਜੇ ਚੈਨਲ ਤੋਂ ਆਇਆ, ਇਹ ਵੀ ਛੱਡ ਕੇ ਆਇਆ ਕਿਤੋਂ। ਇਹ ਕੋਈ ਪ੍ਰੋਫੈਸ਼ਨ ਨਹੀਂ ਆ। ਅਗਰ ਤੁਸੀਂ ਕਹੋ ਨਾ ਰਾਜਨੀਤੀ ਕੋਈ ਪ੍ਰੋਫੈਸ਼ਨ ਆ ਵੀ ਹਾਂ ਵੀ ਹੁਣ ਜੌਬ ਓਪਰਚੁਨਿਟੀ ਇੱਥੇ ਘਟ ਗਈ ਆ ਤੇ ਹੁਣ ਦੂਜੀ ਜੌਬ ਫੜ ਲਓ, ਤੁਹਾਡੀ ਤਾਂ ਕੀਤਾ ਵਾ ਨਾ। ਕਾਂਗਰਸ ਦੀ ਤੁਹਾਨੂੰ ਲੱਗਦਾ ਉਹ ਆਈਡੀਓਲੋਜੀ ਹਲੇ ਜਿੰਦਾਬਾਦ ਹੈਗੀ ਆ? ਉਹ ਤਾਂ ਵਿਚਾਰਧਾਰਾ ਲੱਭਦੀ ਵੀ ਨਹੀਂ, ਨਜ਼ਰ ਨਹੀਂ ਆਉਂਦੀ ਵੀ। ਲੇਕਿਨ ਇਹ ਜਾਖੜ ਜਿਹੜੇ ਕਿੰਨੇ 3 ਪੀੜ੍ਹੀਆਂ ਤੋਂ ਸੀਗੇ ਉਹ ਬੀਜੇਪੀ ਦੇ ਵਿੱਚ ਚਲੇ ਗਏ, ਵਿਚਾਰਧਾਰਾ ਜਾਂਦੀ ਕਿੱਥੇ ਆ? ਮੈਂ ਉਹੀ ਕਹਿ ਰਿਹਾ ਨਾ, ਆਪਣਾ ਕਹਿੰਦੇ ਪ੍ਰਧਾਨ ਜੀ ਥੋੜ੍ਹੇ ਛੇਤੀ ਮੇਰੀ ਗੱਲ ਨੂੰ ਖਤਮ ਨਹੀਂ ਹੋਣ ਦਿੱਤਾ, ਮੈਂ ਇਹੀ ਕਹਿਣ ਲੱਗਾ ਸੀ। ਤੇ ਵਿਚਾਰਧਾਰਾ ਤੁਸੀਂ ਜਿਹੜੀ ਕਹਿੰਦੇ ਹੋ ਨਾ, ਉਹ ਕਾਂਗਰਸ ਦਾ ਜਿਹੜਾ ਅੱਜ ਹਾਲਾਤ ਹੋਏ ਉਹ ਇਸੇ ਕਰਕੇ ਵਿਚਾਰਧਾਰਾ ਤੋਂ ਪਾਸੇ ਹੋਏ। ਵਿਚਾਰਧਾਰਾ ਵੀ ਇੱਕ ਬੜਾ ਵੱਡਾ ਮਤਲਬ ਫੀਲਡ ਆ, ਉਹ ਰਾਤੋਂ ਰਾਤ ਤੱਕ ਕਿਸੇ ਨੂੰ ਸਮਝ ਨਹੀਂ ਪੈਣੀ। ਲੇਕਿਨ ਰਾਹੁਲ ਗਾਂਧੀ ਦੀ ਵਿਚਾਰਧਾਰਾ ਜੋ ਵੀ ਆ, ਠੀਕ ਆ, ਪਰਿਵਾਰਵਾਦ ਕਰਕੇ ਅੱਜ ਉਹਨਾਂ ਦੇ ਉੱਤੇ ਜੋ ਵੀ ਨਾਮ ਲੱਗਦੇ ਆ, ਲੇਕਿਨ ਡੈਮੋਕ੍ਰੇਸੀ ਦੀ ਅਗਰ ਆਪਾਂ ਗੱਲ ਕਰਦੇ ਆ, ਅੱਜ ਸਾਡੇ ਵਰਗਿਆਂ ਨੂੰ ਤੁਸੀਂ ਸਾਰੇ ਜੋ ਮਰਜ਼ੀ ਤੁਸੀਂ ਕਹ ਲਓ, ਮੇਰੇ ਘਰੇ ਬੈਠੇ ਹੋ, ਆ ਮੇਰਾ 25 ਸਾਲਾਂ ਤੋਂ ਘਰ ਆ, ਠੀਕ ਆ, ਮੇਰੇ ਫਾਦਰ ਸਾਹਿਬ ਬੈਂਕ 'ਚ ਆ, ਮੇਰੇ ਮਦਰ ਹਾਊਸ ਵਾਈਫ ਸੀ, ਸਾਡੇ ਘਰੇ ਕੋਈ ਨੇੜੇ ਤੇੜੇ ਵੀ ਕੋਈ MLA ਕੀ ਸਰਪੰਚ ਕੀ ਕੋਈ ਪੰਚ ਵੀ ਨਹੀਂ ਸੀ। ਅੱਜ ਮੇਰੇ ਵਰਗਾ ਮੁੰਡਾ ਅੱਜ ਤੁਹਾਨੂੰ ਇੰਟਰਵਿਊ ਦੇ ਰਿਹਾ, ਯੂਥ ਕਾਂਗਰਸ ਦਾ ਪ੍ਰਧਾਨ ਆ, ਮੈਂ 2 ਵਾਰ ਇਲੈਕਸ਼ਨ ਲੜ ਚੁੱਕਿਆ ਕਾਂਗਰਸ ਪਾਰਟੀ ਦੀ ਟਿਕਟ 'ਤੇ। ਕਿਤੇ ਨਾ ਕਿਤੇ ਇਹੋ ਜਿਹੇ ਗੋਲਡੀ ਆ, ਇਸ ਵਾਰ MP ਦੀ ਇਲੈਕਸ਼ਨ ਲੜ ਗਿਆ, ਉਹਦੇ ਮਤਲਬ ਕਿੱਥੋਂ ਉੱਠੇ ਆ ਇਹੋ ਜਿਹੇ ਨੌਜਵਾਨਾਂ ਨੂੰ। ਅਸੀਂ ਸਾਰੇ ਯੂਨੀਵਰਸਿਟੀ ਪੋਲਿਟਿਕਸ ਸੀਗੇ। ਵਿਚਾਰਧਾਰਾ ਜਿਹੜੀ ਆ ਨਾ, ਵਿਚਾਰਧਾਰਾ ਇਹ ਸੀ ਨਾ, ਅੱਜ ਜਿਹੜੀ ਆਮ ਆਦਮੀ ਅੱਜ ਗੱਲ ਕਰ ਰਹੀ ਹੈ ਵੀ ਆਮ ਘਰਾਂ ਦੇ ਬੱਚਿਆਂ ਨੂੰ ਅੱਗੇ ਲੈ ਕੇ ਆਉਣਾ, ਸਾਡੇ ਕੋਲ ਪ੍ਰਚਾਰ ਉਹਨਾਂ ਨਹੀਂ ਹੈਗਾ। ਵਿਚਾਰ ਤਾਂ ਰਾਹੁਲ ਗਾਂਧੀ ਨੇ ਅੱਜ ਤੱਕ, ਇੱਕ ਗੱਲ ਦੱਸੋ ਤੁਸੀਂ, ਇਹ ਸਾਰੇ ਕਹਿੰਦੇ ਉਹਨਾਂ ਨੇ ਕਿਹੜਾ ਅੱਜ ਤੱਕ ਪ੍ਰਾਈਮ ਮਿਨਿਸਟਰ ਕਦੋਂ ਅਸੀਂ ਗਾਂਧੀ ਪਰਿਵਾਰ 'ਚੋਂ ਅਖੀਰਲਾ 30 ਸਾਲ ਪੁਰਾਣਾ ਰਾਜੀਵ ਗਾਂਧੀ, ਉਸ ਤੋਂ ਬਾਅਦ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਬਣ ਸਕਦੀ ਸੀ, ਨਹੀਂ ਬਣੀ। ਰਾਹੁਲ ਗਾਂਧੀ ਕੈਬਨਿਟ ਮਿਨਿਸਟਰ ਬਣ ਸਕਦਾ ਸੀ, ਨਹੀਂ ਬਣਿਆ। ਪਰ ਤੁਹਾਨੂੰ ਇਹ ਲੱਗਦਾ ਫਿਰ ਵੀ ਰਿਮੋਟ ਕੰਟਰੋਲ, ਉਹ ਪਦ ਨਹੀਂ ਲੈ ਰਹੇ। ਇੱਥੇ ਸੁਖਬੀਰ ਬਾਦਲ ਪ੍ਰਧਾਨਗੀ ਨਹੀਂ ਛੱਡਦਾ, ਮਤਲਬ ਮੈਂ ਤੁਹਾਨੂੰ ਇੱਕ ਛੋਟੀ ਕੋਈ ਪੰਚੀ ਨਹੀਂ ਛੱਡਦਾ। ਨਵਜੋਤ ਸਿੱਧੂ ਇਹੀ ਕਹਿੰਦਾ ਨਾ, ਮੈਂ ਅਸਤੀਫੇ ਭੁਆ ਮਾਰੇ।
ਇਹੋ ਹੀ ਗੱਲ ਤਾਂ ਕਰਕੇ ਲੋਕਾਂ 'ਚ ਪਪੂਲਰ ਹੋਇਆ ਨਾ ਵੀ ਨਹੀਂ ਉਹਨੇ ਬੰਦੇ ਨੇ ਤਿਆਗ ਕੀਤਾ ਸ਼ਾਇਦ। ਤੇ ਗਾਂਧੀ ਮੈਂ ਤੁਹਾਨੂੰ ਆਈਡੀਓਲੋਜੀ ਦੀ ਜਿਹੜੀ ਤੁਸੀਂ ਹੁਣ ਗੱਲ ਕਰ ਰਹੇ ਸੀ ਆਈਡੀਓਲੋਜੀ ਦੀ ਆ ਜਾਓ ਹੁਣ ਕਾਂਗਰਸ ਦੀ ਆਈਡੀਓਲੋਜੀ ਕੀ ਆ ਜੋ ਸਾਡੇ ਕਨਸਟੀਟਿਊਸ਼ਨ ਲਿਖਿਆ ਸੱਤਿਆ ਅਹਿੰਸਾ ਸਵਰਾਜ ਸਰਵੋਦਇਆ ਅੰਤੋਦਇਆ। ਮੈਂ ਵੀ ਮੰਨਦਾ ਵੀ ਇਹ ਚੀਜ਼ਾਂ ਦੇ ਉੱਤੇ ਕੋਈ ਪਾਲਣ ਨਹੀਂ ਹੁੰਦਾ ਕਿਉਂਕਿ ਸ਼ਾਇਦ ਇਸ ਚੀਜ਼ ਨਾਲ ਵੋਟਾਂ ਨਹੀਂ ਮਿਲਦੀਆਂ। ਅਗਰ ਕਲੀਅਰ ਬੋਲ ਰਹੇ ਹੋ ਤੁਸੀਂ। ਮੈਂ ਤੁਹਾਨੂੰ ਕਹਿ ਰਿਹਾ ਆਈਡੀਓਲੋਜੀ ਦੇ ਉੱਤੇ ਅਗਰ ਵੋਟਾਂ ਮਿਲਦੀਆਂ ਹੋਣ ਤੇ CPI ਦਾ ਅੱਜ ਨਾਸ ਕਿੱਥੇ ਹੋਇਆ। ਕਮਿਊਨਿਸਟ ਪਾਰਟੀ ਦੀ ਵੀ ਕੋਈ ਆਈਡੀਓਲੋਜੀ ਸੀ। ਕਮਿਊਨਿਸਟ ਪਾਰਟੀ ਨੇ ਉਹ ਇੱਕ ਟਾਈਮ ਦੇ ਉੱਤੇ ਕਮਿਊਨਿਜ਼ਮ ਵਰਸਸ ਆਪਣਾ ਕੈਪੀਟਲਿਜ਼ਮ ਆਪਾਂ ਗੱਲ ਕਰਦੇ ਹੁੰਦੇ ਸੀਗੇ ਆਈਡੀਓਲੋਜੀ ਦੇ ਉੱਤੇ। BJP ਦੀ ਆਈਡੀਓਲੋਜੀ ਸ਼ਾਇਦ ਇਸ ਕਰਕੇ ਬਚੀ ਆ ਕਿਉਂਕਿ ਉਹਨਾਂ ਦਾ RSS ਜਿਹੜਾ ਵਿੰਗ ਆ ਉਹ ਉਸ ਆਈਡੀਓਲੋਜੀ ਦੇ ਉੱਤੇ ਕੰਮ ਕਰਦਾ। ਤੁਸੀਂ ਖੁਸ਼ ਹੋ ਕਾਂਗਰਸ 'ਚ? ਮੈਂ ਬਹੁਤ ਖੁਸ਼ ਹਾਂ ਔਰ ਮੈਂ ਤੁਹਾਨੂੰ ਵੀ ਕਹਿੰਦਾ ਰੱਬ ਅੱਗੇ ਨਹੀਂ ਪਤਾ ਕੀ ਆਪਣਾ ਰੱਬ ਇਹੋ ਜਿਹੀ ਕੋਈ ਹਾਲਾਤ ਨਾ ਲਿਆਵੇ ਲੇਕਿਨ ਅੱਜ ਮੈਂ ਠੋਕ ਕੇ ਇਸ ਗੱਲ ਨੂੰ ਕਹਿੰਦਾ। ਮੈਂ ਅੱਜ ਵੀ ਕਹਿੰਦਾ ਰਾਜਨੀਤੀ ਛੱਡਣੀ ਮਨਜ਼ੂਰ ਆ। ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਰਾਜਨੀਤੀ ਕਰਨੀ ਆ। ਇਸ ਤੋਂ ਬਾਅਦ ਨਹੀਂ ਵੀ ਹੁੰਦੀ ਅਸੀਂ ਕਿਹੜਾ ਘਰੋਂ ਕੋਈ MLA ਬਣੇ ਸੀ ਕਦੀ ਜ਼ਿੰਦਗੀ 'ਚ। ਸਾਡੇ ਕਿਹੜਾ ਮਾਂ ਪਿਓ ਦੇ ਵਿੱਚੋਂ ਕੋਈ ਉਹਨਾਂ ਨੇਤਾਵਾਂ ਦੇ ਮੁੰਡਿਆਂ ਨੂੰ ਹੁੰਦਾ ਹੋਊਗਾ ਵੀ ਯਾਰ ਮੇਰਾ ਬਾਪ MLA ਸੀ ਮੈਂ ਤਾਂ ਜਿੱਥੇ ਤੱਕ ਅੱਜ ਪਹੁੰਚਿਆ ਮੈਂ ਇਹਦੇ ਵਾਸਤੇ ਵੀ ਕਾਂਗਰਸ ਪਾਰਟੀ ਦਾ ਸੰਤੁਸ਼ਟ ਹਾਂ। ਤੁਹਾਡੇ ਘਰ ਦੇ ਕੀ ਕਹਿੰਦੇ ਨੇ, ਮੰਮੀ ਪਾਪਾ ਕੀ ਕਹਿੰਦੇ ਨੇ ਕਾਂਗਰਸ ਨੂੰ ਲੈ ਕੇ, ਤੁਹਾਡੀ ਪੋਲਿਟਿਕਸ ਨੂੰ ਲੈ ਕੇ ਜਾਂ ਜੋ ਅੱਜ ਕੱਲ ਕਾਂਗਰਸ ਦੇ ਵਿੱਚ ਚੱਲ ਰਿਹਾ ਉਸ ਨੂੰ ਲੈ ਕੇ? ਉਹ ਤਾਂ ਕਹਿੰਦੇ ਹੋਏ ਯਾਰ ਕੀ ਰੱਖਿਆ ਉਹਨਾਂ ਦੇ 'ਚ ਕਹਿੰਦੇ ਸਾਡੇ ਮਾਪਿਓ ਵੀ ਕਹਿੰਦੇ ਸੀਗੇ ਕਈ ਵਾਰੀ ਤਾਂ ਯਾਰ ਕੀ ਪੱਤਰਕਾਰ ਕੀ ਬਣਨਾ ਹੈ ਕੀ ਹੁੰਦਾ। ਗੱਲ ਇਹ ਬਲੱਡ ਲਾਈਨ ਦੀ ਹੁੰਦੀ ਆ ਹਰੇਕ ਦੀ ਹੁੰਦੀ ਆ। ਮੇਰੇ ਫਾਦਰ ਨੇ ਬਹੁਤ ਸੰਘਰਸ਼ ਕੀਤਾ। ਫਾਦਰ ਮੇਰੇ ਮੇਰੇ ਦਾਦਾ ਜੀ ਉੱਥੇ ਅਨੰਦਪੁਰ ਸਾਹਿਬ ਦਸ਼ਮੇਸ਼ ਅਕੈਡਮੀ ਸੀ ਬੜਾ ਵਧੀਆ ਸੀਗਾ ਔਰ ਮੇਰੇ ਮਦਰ ਦਾ ਉਸ ਤੋਂ ਵੀ ਜ਼ਿਆਦਾ ਸੰਘਰਸ਼ ਆ। ਠੀਕ ਆ ਸੋ ਉਹ ਸੰਘਰਸ਼ ਤੋਂ ਅੱਜ ਅਸੀਂ ਡਰ ਕੇ ਵੀ ਕਾਂਗਰਸ ਪਾਰਟੀ ਦੇ ਹਾਲਾਤ ਮਾੜੇ ਆ ਤੇ ਅਸੀਂ ਘਰ ਬਹਿ ਜਾਈਏ ਔਰ ਜਿਵੇਂ ਜਾਂ ਲੰਕੇਸ਼ ਜੀ ਜਿਵੇਂ ਕਹਿੰਦੇ ਵੀ ਕੋਈ ਹੋਰ ਬੈਟਰ ਓਪਰਚੁਨਿਟੀਆਂ ਲੱਭ ਲਈਏ ਜਿੱਥੇ ਅਸੀਂ ਵੀ ਸਰਕਾਰਾਂ 'ਚ ਆ ਜਾਈਏ ਕਿਉਂਕਿ ਜਾਖੜ ਸਾਹਿਬ ਹੁਣੀ ਆ ਗਏ ਆ ਇਹਦੇ ਇਲਾਕੇ ਦੇ ਵੀ ਆ ਇਹਨਾਂ ਥੋੜ੍ਹਾ ਜਿਹਾ ਕਈ ਵਾਰ ਉਹ ਭਾਵਨਾ ਵੀ ਇਹਦੀ ਨਿਕਲ ਆਉਂਦੀ ਆ। ਸੋ ਇਸ ਕਰਕੇ ਉਹ ਜਾਖੜ ਸਾਹਿਬ ਵਾਂਗੂ ਓਪਰਚੁਨਿਟੀ ਬੈਟਰ ਲੱਭੀਏ। 50 ਸਾਲ ਤੁਸੀਂ ਰਹੇ ਹੋ ਜੇ ਅੱਜ 5-10 ਸਾਲ ਸੰਘਰਸ਼ ਕਰਨਾ ਪੈ ਜਾਂਦਾ ਤੇ ਕੀ ਹੁੰਦਾ। ਜੇ ਅੱਜ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਕੀ ਹੁੰਦਾ। ਜੇ ਲੋਕਾਂ ਦੀਆਂ ਥੋੜ੍ਹੀ ਜਿਹੀ ਗਾਲਾਂ ਸੁਣ ਲੈਂਦੇ ਕੀ ਹੁੰਦਾ। ਕਮੀਆਂ ਪੇਸ਼ੀਆਂ ਇਹਨਾਂ ਦੀਆਂ ਪੁਰਾਣਿਆਂ ਦੀਆਂ ਮੈਂ ਭੁਗਤਣੀਆਂ ਸਾਨੂੰ ਪੈ ਰਹੀਆਂ। ਜਿਨ੍ਹਾਂ ਨੇ ਸਰਕਾਰਾਂ ਹਟਾਈਆਂ ਜਿਨ੍ਹਾਂ ਨੇ ਸਰਕਾਰਾਂ 'ਚ ਰਾਜ ਭਾਗ ਹੰਢਾਏ ਉਹ ਤਾਂ ਅੱਜ ਦੁਬਾਰਾ ਆਪਣੀ ਬੈਟਰ ਓਪਰਚੁਨਿਟੀ ਲੱਭ ਰਹੇ ਜਾਂ ਘਰਾਂ 'ਚ ਬਹਿ ਗਏ। ਅੱਜ ਕੌਣ ਆ ਸੜਕਾਂ ਦੇ ਉੱਤੇ ਉਹ ਬੰਦੇ ਸ਼ਾਇਦ ਜਿਨ੍ਹਾਂ ਨੇ ਦੁਬਾਰਾ ਇਹ ਉਮੀਦ ਆ ਵੀ ਨਹੀਂ ਯਾਰ ਅਸੀਂ ਸੰਘਰਸ਼ ਕਰਨ ਨੂੰ ਤਿਆਰ ਹਾਂ। ਸੋ ਇਹ ਜਿਹੜੀ ਤੁਸੀਂ ਗੱਲ ਕਰਦੇ ਨਾ ਮਾਂ ਪਿਓ 'ਚੋਂ ਇੱਕ ਹੀ ਚੀਜ਼ ਮਿਲੀ ਆ ਉਹ ਇਹ ਆ ਵੀ ਨਹੀਂ ਕੋਈ ਗੱਲ ਨਹੀਂ ਵੀ ਮਾੜਾ ਚੰਗਾ ਸਮਾਂ ਆਉਂਦਾ ਰਹਿੰਦਾ। ਮਾੜਾ ਚੰਗਾ ਸਮਾਂ ਆਉਂਦਾ ਰਹਿੰਦਾ। ਤੁਸੀਂ ਸਮਾਂ ਜਿਹੜਾ ਇਹ ਸਾਡੇ ਹੱਥ 'ਚ ਨਹੀਂ ਬਾਈ ਜੀ। ਰਾਜਨੀਤੀ 'ਚ ਕਦੋਂ ਸਰਕਾਰ ਬਦਲਣੀ ਅਗਰ ਕੋਈ ਸੋਚਦਾ ਨਾ ਵੀ ਕੋਈ ਬੜੇ ਪੋਲੀਟੀਕਲ ਪੰਡਿਤ ਪ੍ਰਸ਼ਾਂਤ ਕਿਸ਼ੋਰ ਸਰਕਾਰਾਂ ਬਣਾ ਦਿੰਦਾ। ਸਰਕਾਰਾਂ ਲੋਕ ਬਣਾਉਂਦੇ ਆ। ਲੋਕਾਂ ਦੀ ਭਾਵਨਾ ਕੀ ਆ। ਮੋਦੀ ਦਾ ਵੀ ਦੌਰ ਆਇਆ ਉਸ ਤੋਂ ਪਹਿਲਾਂ 70 ਸਾਲ ਕਾਂਗਰਸ ਵੀ ਰਹੀ ਆ 10 ਸਾਲ ਇਹ ਵੀ ਰਹੂਗਾ। ਜੇ 5 ਸਾਲ ਹੋਰ ਰਹਿ ਜਾਊਗਾ ਤੇ ਫਿਰ ਕਿਹੜਾ ਕੋਈ ਭਾਰ ਟੁੱਟ ਚੱਲੇ ਆ ਕਿ ਸਰਕਾਰਾਂ ਦੇ ਵਿੱਚ ਰਹਿ ਕੇ ਘਰ ਚਲਾਉਣੇ ਆ। ਸੰਘਰਸ਼ ਆ ਇਹ 2 MPਆਂ ਤੋਂ ਚੱਲ ਕੇ ਅੱਜ ਫੁੱਲ ਮੈਜੋਰਿਟੀ 'ਚ ਆ ਗਏ ਤੇ ਕੀ ਆ ਸਮਾਂ ਹੀ ਆ ਨਾ। ਹੁਣ ਗੱਲ ਇਹ ਆ ਸਰਵਾਈਵਲ ਦੀ। ਗੱਲ ਇਹ ਆ ਵੀ ਕੀ ਤੁਸੀਂ ਸਰਵਾਈਵ ਕਰ ਸਕੋਗੇ ਇੰਨਾ ਟਾਈਮ। ਇੰਨਾ ਜਿਹੜੀਆਂ ਤਸ਼ੱਦਦਾਂ ਹੋਣੀਆਂ ਜਾਂ ਤੁਸੀਂ ਢਹਿ ਜਾਓਗੇ ਜਾਂ ਕਿਤੇ ਬੰਦਾ ਮਾਰੀ ਜਾਵੇ ਫਿਰ ਤਾਂ ਕੁਝ ਨਹੀਂ ਕਰ ਸਕਦਾ। ਪਰ ਅਗਰ ਸਰਵਾਈਵ ਕਰ ਗਏ ਤਾਂ ਫਿਰ ਸਮਾਂ ਕਿਸੇ ਦਿਨ ਚੰਗਾ ਵੀ ਆਊਗਾ। ਹਾਲ ਜ਼ਿਆਦਾ ਮਾੜਾ ਹੋ ਗਿਆ। ਹਾਲ ਮਾੜਾ ਇਸ ਕਰਕੇ ਹੋ ਗਿਆ ਕਿ ਚਲੋ ਸਰਕਾਰ ਤਾਂ ਹੈਗੀ ਆ ਫਿਰ ਤੁਸੀਂ ਆਪ ਹੀ ਦਰਦ ਖੋਲ ਕੇ ਰੱਖਤਾ ਸਾਹਮਣੇ ਲੋਕਾਂ ਦੇ ਕਿ DSP ਸ਼ੇਖੋ ਵੀ ਸਾਨੂੰ ਬੋਲ ਕੇ ਚਲਾ ਗਿਆ ਸ਼ਰੇਆਮ। ਇੱਦਾਂ ਲੋਕ ਤੁਹਾਨੂੰ ਜਗ੍ਹਾ ਜਗ੍ਹਾ ਘੇਰਨਾ ਸ਼ੁਰੂ ਕਰਤਾ ਲੋਕਾਂ ਨੇ। ਤੇ ਘੇਰਨਗੇ ਹੀ। ਇਹ ਪਿਛਲੇ 20 ਸਾਲਾਂ ਤੋਂ ਜੋ ਕੁਛ ਅਸੀਂ ਕੀਤਾ ਸੀ ਗੁੱਸਾ ਤਾਂ ਲੋਕਾਂ 'ਚ ਹੋਊਗਾ ਹੀ। ਹੁਣ ਉਹ ਸੁਣਨੀਆਂ ਵੀ ਪੈਣੀਆਂ ਸਹਿਣ ਵੀ ਕਰਨੀਆਂ ਪੈਣੀਆਂ। ਬਸ ਇੰਨੀ ਕੁ ਬੇਨਤੀ ਆ ਵੀ ਸਾਨੂੰ ਨਾ ਘੇਰੋ। ਅਸੀਂ ਤਾਂ ਨਵੇਂ ਆ। ਉਹਨਾਂ ਨੂੰ ਤਾਂ ਘੇਰੋ ਜਿਹੜੇ ਬੈਠੇ ਹੋਏ ਆ ਕੋਠੀਆਂ ਵਿੱਚ। ਅਸੀਂ ਬਾਹਰ ਆ ਕੇ ਜੇ ਮੰਨ ਲਓ ਮੁੱਦਾ ਚੁੱਕ ਰਹੇ ਹਾਂ ਅੱਜ ਰਾਜਾ ਵੜਿੰਗ ਮੰਤਰੀ ਬਣਿਆ ਅਖੀਰਲੇ 3 ਮਹੀਨਿਆਂ 'ਚ ਤੇ ਭਾਰ ਢੋ ਰਿਹਾ ਉਹ ਪਿਛਲੇ 20 ਸਾਲਾਂ ਦਾ ਕਾਂਗਰਸ ਦਾ। ਸਮਾਂ ਲੱਗੂਗਾ ਤੁਸੀਂ ਕਹਿੰਦੇ। ਮੇਰਾ ਸਿਰਫ ਇਹ ਕਹਿਣ ਦਾ ਮਤਲਬ ਆ ਤੁਸੀਂ ਜਿਹੜੀ ਇਹ ਗੱਲ ਕਰ ਸਮਾਂ ਉੱਪਰ ਨੀਚੇ ਹੁੰਦਾ ਰਹਿੰਦਾ। ਜਿਵੇਂ ਸਵਾਦ ਵੀ ਫਿਰ ਬਾਈ ਜੀ ਇਸ ਗੱਲ ਦਾ ਫਿਰ ਸਵਾਦ ਵੀ ਇਸ ਗੱਲ ਦਾ ਵੀ ਕੋਈ ਗੱਲ ਨਹੀਂ ਫਿਰ ਮਿਹਨਤ ਇਹੀ ਹੁੰਦੀ ਆ ਨਾ। ਸੰਘਰਸ਼ ਇਹ ਥੋੜਾ ਵੀ ਆਏ ਨਿਕਲੇ 5 ਸਾਲ ਬਾਅਦ 'ਚ ਉਹ ਕੋਈ ਛੁੱਟੀਆਂ ਮਨਾਉਣ ਚਲਾ ਗਿਆ ਕੋਈ ਕਿਤੇ ਚਲਾ ਗਿਆ ਫਿਰ ਅਗਲੇ 5 ਸਾਲ ਸਰਕਾਰ 'ਚ ਆ ਗਏ। ਉਹ 2019 ਹਾਰ ਕੇ ਰਾਹੁਲ ਗਾਂਧੀ ਜੀ ਗਏ ਸੀ ਘੁੰਮਣ ਵਾਸਤੇ ਛੁੱਟੀਆਂ। ਤੁਹਾਡੀ ਪਾਰਟੀ ਲੀਡਰਸ਼ਿਪ ਤੁਹਾਡੇ ਹਾਈ ਕਮਾਂਡ ਉਹ ਬਾਈ ਜੀ 365 ਦਿਨਾਂ 'ਚੋਂ ਜੇ 5 ਦਿਨ ਚਲਾ ਗਿਆ ਤੇ ਕਿਹੜਾ ਭਾਰ ਟੁੱਟ ਗਿਆ। ਤੁਸੀਂ ਹੁਣੇ ਗੱਲ ਕੀਤੀ ਨਹੀਂ ਉਹ ਮੈਂ ਉਹੀ ਕਹਿ ਰਿਹਾ ਵੀ ਛੁੱਟੀਆਂ ਮਨਾਉਣ ਦਾ ਇਹ ਮਤਲਬ ਨਹੀਂ ਆ ਵੀ 5 ਸਾਲ ਹੀ ਛੁੱਟੀਆਂ ਮਨਾਉਂਦੇ ਰਹੋ। ਢਿੱਲੋਂ ਸਾਹਿਬ ਤੁਹਾਨੂੰ ਵੱਡਾ ਲਾਲਚ ਦਿੱਤਾ ਲੱਗਦਾ ਕਾਂਗਰਸ ਨੇ ਤਾਂ ਕਰਕੇ ਤੁਸੀਂ ਵਾਰ-ਵਾਰ ਕਹਿੰਦੇ ਮੈਂ ਨਹੀਂ ਛੱਡਦਾ। ਨਹੀਂ ਤੇ ਐਡੀਆਂ ਓਪੋਰਚੁਨਿਟੀਜ਼ ਹੈਗੀਆਂ ਨੇ। ਉਹ ਉਸਤਾਦ ਸਾਹਿਬ ਦਾ ਗੀਤ ਵੀ ਤਾਂ ਹੈਗਾ। ਨਵੇਂ ਮੁੰਡੇ ਆਏ ਪਹਿਲੀ ਵਾਰ ਉਹ ਬਣ ਗਏ MLA ਬਣ ਗਏ। ਜਿਹੜੇ 3 ਦਿਨ ਪਹਿਲਾਂ ਟਿਕਟ ਲੈ ਗਏ ਉਹ ਵੀ MLA ਬਣ ਗਏ। ਬਿਲਕੁਲ ਠੀਕ ਗੱਲ ਆ। ਅਗਰ ਇੱਕ ਦਿਨ ਦੀ ਰਾਜਨੀਤੀ ਕਰਨੀ ਆ ਤੇ ਬੜੀਆਂ ਓਪਰਚੁਨਿਟੀਆਂ ਹੁੰਦੀਆਂ। ਅਗਰ ਤੁਸੀਂ ਇੱਕ ਦਿਨ ਵਾਸਤੇ MLA ਬਣਨਾ ਜਿਹੜੇ ਮੁੱਖ ਮੰਤਰੀ ਬਣੇ ਸੀ ਉਹ ਲੈ ਗਏ। ਜਿਨ੍ਹਾਂ ਦੇ ਪਿਓ ਮੁੱਖ ਮੰਤਰੀ ਸੀ ਉਹਨਾਂ ਦੇ ਸੁਪਨੇ ਅੱਜ ਮੁੱਖ ਮੰਤਰੀ ਬਣ। ਸੋ ਇਹ ਤਾਂ ਰਾਜਨੀਤੀ ਮੈਂ ਉਹੀ ਕਹਿ ਰਿਹਾ ਨਾ ਆਪਣੀ ਸਾਰਿਆਂ ਦੀ ਸੋਚ ਇਹ ਹੁੰਦੀ ਆ ਵੀ ਪ੍ਰੀ ਡਿਸਾਈਡਡ ਕਰ ਲਈਏ
ਵੀ ਐਮਐਲਏ ਬਣ ਜਾਓ, ਸਮਾਂ ਵਾ, ਟਾਈਮ ਆ, ਨਹੀਂ ਵੀ ਬਣਾਂਗੇ ਤਾਂ ਵੀ ਸੰਤੁਸ਼ਟੀ ਹੋਣੀ ਚਾਹੀਦੀ ਆ ਕਿ ਆ ਅਹੁਦਿਆਂ ਦੇ ਨਾਲ ਹੀ ਸਾਰਾ ਕੁਝ ਜੁੜ ਕੇ ਬਹਿ ਜਾਣਾ। ਔਰ ਤੁਸੀਂ ਗੱਲ ਕਹਿੰਦੇ ਲਾਲਚ ਦੀ ਨਹੀਂ ਗੱਲ ਹੈਗੀ, ਗੱਲ ਫਿਦਰਤ ਦੀ, ਕਰੈਕਟਰ ਦੀ ਵੀ ਹੁੰਦੀ ਆ, ਜਿਹਦੇ ਨਾਲ ਖੜੋ ਹੁਣ ਤੁਹਾਨੂੰ ਇਹ ਲੱਗੀ ਜਾ ਰਿਹਾ। ਮੈਂ ਤੁਹਾਨੂੰ ਇਹ ਕਹਿੰਦਾ ਇਹ ਪ੍ਰੋਫੈਸ਼ਨ ਨਹੀਂ ਆ ਨਾ, ਇਹ ਇਕੱਲਾ ਉਹ ਨਹੀਂ ਆ ਵੀ ਬੈਟਰ ਓਪਰਚੁਨਿਟੀਜ਼ ਵੀ ਹੁਣ ਇੱਕ ਕੰਪਨੀ ਤੋਂ ਦੂਜੀ ਕੰਪਨੀ 'ਚ, ਕਿਤੇ ਨਾ ਕਿਤੇ ਜਦੋਂ ਰਾਤ ਨੂੰ ਨੀਂਦ ਚੰਗੀ ਆਉਣੀ ਚਾਹੀਦੀ ਔਰ ਇਸ ਕਰਕੇ ਆ ਜਾਂਦੀ ਆ। ਸ਼ਾਇਦ ਇਹ ਲੱਗਦਾ ਵੀ ਕੋਈ ਇਸ ਗੱਲ ਤੇ ਗਾਲਾਂ ਨਹੀਂ ਕਹੂਗਾ। ਹੁਣ ਮੈਂ ਅੱਜ ਜਾਖੜ ਸਾਹਿਬ ਬਾਰੇ ਬੋਲ ਰਿਹਾ, ਮੈਂ ਠੋਕ ਕੇ ਕਹਿੰਦਾ ਵੀ ਜਾਖੜ ਸਾਹਿਬ ਮਾੜਾ ਟਾਈਮ ਆਇਆ, ਤੁਸੀਂ ਭੱਜ ਗਏ। ਕੱਲ੍ਹ ਨੂੰ ਜਦੋਂ ਮੈਂ ਮੰਨ ਲਓ ਅਗਰ ਇਹੋ ਜਿਹੀ ਕੋਈ ਸਵਿੱਚ ਕਰਨਾ ਹੋਵੇ ਤਾਂ ਬੰਦੇ ਨੂੰ ਆਪਣੇ ਆਪ ਨੂੰ ਅੰਦਰੋਂ ਝੰਜੋੜਦਾ ਨਹੀਂ ਹੋਊਗਾ ਜਾਖੜ ਸਾਹਿਬ ਨੂੰ। ਮੈਂ ਹਰ ਵਾਰ ਸੋਚਦਾ ਜਾਖੜ ਸਾਹਿਬ ਮੋਦੀ ਦੇ ਅੱਗੇ ਜਿਹਨੂੰ ਸਾਰਾ ਟਾਈਮ ਗਾਲਾਂ ਕੱਢਦੇ ਸੀ, ਉਹਦੇ ਅੱਗੇ ਬੈਠੇ ਕੁਰਸੀਆਂ ਦੇ ਅੱਗੇ ਹੱਥ ਜੋੜ ਕੇ ਕੀ ਕਹਿ ਰਹੇ ਹੋਣਗੇ? ਕਮਾਲ ਹੈ। ਮਤਲਬ ਇਹ ਚੀਜ਼ ਜਾਖੜ ਸਾਹਿਬ ਮਤਲਬ ਕੀ ਮੋਦੀ ਨੂੰ ਇੰਨਾ ਕਾਨੂੰਨਾਂ ਦੇ ਟਾਈਮ ਤੇ ਪੁੱਠਾ ਬੋਲੇ, ਠੀਕ ਆ ਜਿਹੜੇ ਅੱਜ ਆਪਣਾ ਜਿੰਨੇ ਮੁੱਖ ਮੰਤਰੀ ਬਣੇ ਫਿਰਦੇ ਆ, ਭਗਵੰਤ ਮਾਨ ਮਨਪ੍ਰੀਤ ਬਾਦਲ ਦੇ ਨਾਲ ਕੈਨੇਡਾ ਟੂਰ ਦੇ ਵਿੱਚ ਕਿੱਕੀ ਢਿੱਲੋਂ, ਮਨਪ੍ਰੀਤ ਬਾਦਲ, ਇਹ ਸਾਰੇ ਗਏ ਸੀ। ਐਡਾ ਵੱਡਾ ਜਿਗਰਾ ਮੋਦੀ ਸਾਹਿਬ ਦਾ, ਫਿਰ ਵੀ ਉਹਨਾਂ ਨੇ ਅਪਣਾ ਲਿਆ ਉਹਨਾਂ ਨੂੰ। ਉਹਦਾ ਸਮਾਂ ਦੱਸੂਗਾ ਨਾ, ਪਰਾਂਦੇ ਕੇ ਵੱਢਦੇ ਆ, ਇਹਦਾ ਸਮਾਂ ਦੱਸੂਗਾ ਨਾ ਜਦੋਂ ਲਿਆਂਦਾ। ਤੇ ਫਿਰ ਜਦੋਂ ਹੁਣ ਤਾਂ ਬੈਠੇ ਆ ਸਾਹਮਣੇ, ਉਹ ਮੋਦੀ ਨੂੰ ਵੀ ਸਵਾਦ ਆ ਰਿਹਾ ਹੋਣਾ ਵੀ ਹਾਂ ਪੁੱਤ ਬਹੁਤ ਬੋਲਦਾ ਸੀ ਜਾਖੜ ਸਾਹਿਬ, ਪਾਰਲੀਮੈਂਟ 'ਚ ਬੜਾ ਗਰਜਦਾ ਸੀਗਾ, ਹੁਣ ਬੈਠਾ ਨਾ ਸਾਹਮਣੇ ਆ ਹੱਥ ਜੋੜੀ। ਇੱਕ ਸਟਾਈਲ ਹੈ ਵੈਸੇ ਜਾਖੜ ਸਾਹਿਬ ਦਾ ਕਿ ਜਦੋਂ ਸਾਹਿਬ ਕਹਿ ਕੇ ਗੱਲ ਕਰਦੇ ਹੁੰਦੇ ਆ। ਦੇਖੋ ਮੈਂ ਜਾਖੜ ਸਾਹਿਬ ਦਾ ਮੈਂ ਐਵੇਂ ਕਹੂੰਗਾ ਮੈਂ ਉਹਨਾਂ ਦਾ ਮਤਲਬ ਪਾਸ਼ਕ ਰਿਹਾ, ਮੈਨੂੰ ਉਹਨਾਂ ਦਾ ਸਟਾਈਲ ਵਧੀਆ। ਇਹਨਾਂ ਦਿਨਾਂ 'ਚ ਕਦੀ ਫੋਨ ਤੇ ਗੱਲ ਨਹੀਂ ਹੋਈ ਉਹਨਾਂ ਦੇ ਨਾਲ? ਪਾਸ਼ਕ ਰਹੇ ਹੋ ਤੁਸੀਂ? ਨਹੀਂ ਮੈਂ ਤੁਹਾਨੂੰ ਕਦੀ ਐਂ ਬੰਦਾ ਕਹਿ ਲੈਂਦਾ ਯਾਰ ਪੋਲਿਟਿਕਸ ਤੋਂ ਉੱਠ ਕੇ ਫੋਨ ਕਰ ਲੈਂਦਾ, ਜਾਖੜ ਸਾਹਿਬ ਦੱਸੋ ਕੋਈ ਰਾਏ ਦਿਓ। ਮੇਰੀ ਤਕਲੀਫ ਜੈਨੂਇਨ ਆ ਬਾਈ ਜੀ। ਸਾਨੂੰ ਇਹ ਲੱਗਦਾ ਵੀ ਜਾਖੜ ਸਾਹਿਬ ਤੁਹਾਡੇ ਪਿੱਛੇ ਸਾਰਿਆਂ ਨੇ ਸਟੈਂਡ ਲਿੱਤੇ, ਅਸੀਂ ਤਾਂ ਬਹੁਤ ਛੋਟੇ ਹਾਂ, ਸਾਡਾ ਕੋਈ ਲੈਵਲ ਨਹੀਂ ਸੀਗਾ ਜਾਖੜ ਸਾਹਿਬ ਦੇ ਪਿੱਛੇ ਸਟੈਂਡ ਲੈਣ ਦਾ। ਕਈ ਐਮਐਲਏਆਂ ਨੇ ਆਪਣੀ ਸਭ ਕੁਝ ਦਾਅ 'ਤੇ ਲਾ ਕੇ ਇਹਨਾਂ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਇੱਕ ਤਰਫਾ ਹੋ ਕੇ ਇੱਕ ਲਾਈਨ 'ਚ ਖੜ ਗਏ ਔਰ ਇਹ ਰਾਤੋਂ ਰਾਤ ਹੀ ਸਭ ਨੂੰ ਛੱਡ ਗਏ। ਨਹੀਂ ਜਾਖੜ ਸਾਹਿਬ ਕਹਿੰਦੇ ਮੇਰਾ ਆਤਮ ਸਨਮਾਨ, ਉਹ ਜਿਹੜੇ ਬੰਦੇ ਤੁਹਾਡੇ ਮਗਰ ਖੜੇ ਸੀ ਲਾਈਨਾਂ ਲਾ ਕੇ ਤੁਹਾਨੂੰ ਵੋਟਾਂ ਪਾਈਆਂ, ਕਿਸੇ ਇੱਕ ਨਾਲ ਸਲਾਹ ਕਰ ਲੈਂਦੇ। ਭਾਨੀ ਵੀ ਵੱਜੀ ਸੀਐਮ ਨਾ ਬਣਨ ਦੇ ਤਾਂ ਹੀ ਗੁੱਸੇ ਹੋ ਕੇ ਗਏ ਨੇ। ਫਿਰ ਮੈਂ ਉਹੀ ਕਹਿ ਰਿਹਾ ਨਾ, ਕਮਜ਼ੋਰ ਨਿਕਲੇ ਨਾ ਵੀ ਮੁੱਖ ਮੰਤਰੀ ਬਣਨਾ ਸੀ, ਮੁੱਖ ਮੰਤਰੀ ਨਹੀਂ ਬਣਨੇ, ਆਤਮ ਸਨਮਾਨ ਹਰਟ ਹੋ ਗਿਆ। ਤੇ ਜਦੋਂ ਆਪਣਾ ਤੁਹਾਨੂੰ ਕੁਰਸੀਆਂ ਦਿੱਤੀਆਂ ਸੀ, ਕਿਸੇ ਦੀ ਮਾਰ ਕੇ ਕੁਰਸੀ ਦਿੱਤੀ ਸੀ ਨਾ, ਜਦੋਂ ਪੀਸੀਸੀ ਪ੍ਰਧਾਨ ਬਣੇ ਸੀ ਉਦੋਂ ਵੀ ਕੋਈ ਬਰਡਾ ਚਾਹਦਾ ਸੀ, ਉਹਦਾ ਆਤਮ ਸਨਮਾਨ ਨਾ ਹਰਟ ਹੋਇਆ। ਕੁਲਜੀਤ ਨਾਗਰਾ ਦਾ ਐਗਜ਼ਾਮਪਲ ਦਿੰਦਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਕੁਲਜੀਤ ਨਾਗਰਾ AICC ਸੈਕਟਰੀ, ਸਭ ਤੋਂ ਮਤਲਬ ਵਧੀਆ ਉਹਨਾਂ ਦਾ ਸਿਸਟਮ ਸੀਗਾ ਕਾਂਗਰਸ ਪਾਰਟੀ 'ਚ। ਪਹਿਲੀ ਵਾਰ 'ਚ ਮੰਤਰੀ ਨਹੀਂ ਬਣਦੇ, ਦੂਜੀ ਵਾਰ 'ਚ ਮੰਤਰੀ ਬਣਨ ਲੱਗਦੇ ਆ। ਫਿਰ ਆਪਣਾ ਕੀ ਕਹਿੰਦੇ ਉਹਨਾਂ ਨੂੰ ਲਾਸਟ ਮੌਕੇ ਤੇ, ਅਸੀਂ ਉਹ ਲਿਸਟ ਵੇਖੀ ਸੀ, ਕੁਲਜੀਤ ਨਾਗਰਾ ਫਾਈਨਲ ਸੀ ਮੰਤਰੀ, ਲੇਕਿਨ ਲਾਸਟ ਮੌਕੇ ਤੇ ਕੁਲਜੀਤ ਨਾਗਰਾ ਜੀ ਦਾ ਨਾਮ ਹਟਦਾ। ਔਰ ਕੁਲਜੀਤ ਨਾਗਰਾ ਜੀ ਆਪ ਇਹ ਗੱਲ ਕਹਿੰਦੇ ਆ, ਕੁਲਜੀਤ ਨਾਗਰਾ ਜੀ ਇਹ ਕਹਿ ਰਹੇ ਹੁੰਦੇ ਖੁਦ ਵੀ ਮੈਂ ਨਹੀਂ ਬਣਨਾ ਮੰਤਰੀ। ਉਦੋਂ ਮੌਕਾ ਪੰਗਾ, ਉਹ ਕਹਿੰਦੇ ਮੈਨੂੰ ਨਾ ਬਣਾਓ, ਮੈਨੂੰ ਕੱਟ ਦਿਓ। ਇਹ ਜਦੋਂ 17 'ਚ ਕੈਬਨਿਟ ਬਣਨੀ ਹੁੰਦੀ ਹੈ ਸ਼ੁਰੂਆਤ ਦੇ ਵਿੱਚ, 17 ਵਿੱਚ ਵੀ ਉਹਨਾਂ ਨੇ ਇਹ ਕਿਹਾ ਔਰ 19 'ਚ ਬਾਅਦ 'ਚ ਵੀ ਉਹਨਾਂ ਨੇ ਇਹ ਕਿਹਾ। ਅੱਛਾ, ਇੱਕ ਕੁਲਜੀਤ ਨਾਗਰਾ ਜੀ ਨੇ ਇਹ ਕਿਹਾ ਵੀ ਉਹਨਾਂ ਨੇ ਬਾਅਦ ਵਿੱਚ ਇਹ ਕਿਹਾ ਵੀ ਮੈਂ ਨਹੀਂ ਲੈਣਾ ਅਹੁਦਾ। ਉਹਨਾਂ ਨੂੰ ਵੀ ਬੜੇ ਮੌਕੇ ਮਿਲੇ, ਲੇਕਿਨ ਅੱਜ ਵੀ ਉਹ ਉੱਥੇ ਦਰੀ ਦੇ ਉੱਤੇ ਬੈਠਾ ਹੋਇਆ ਕੁਲਜੀਤ ਨਾਗਰਾ। ਤੇ ਫਿਰ ਕੁਲਜੀਤ ਨਾਗਰਾ ਨੂੰ ਇੰਨਾ ਕੁ ਸਨਮਾਨ ਨਹੀਂ ਦਿੱਤਾ ਪਾਰਟੀ ਨੇ, ਲੇਕਿਨ ਉਹ ਬਰਾਬਰ ਦਾ ਐਮਐਲਏ ਆ ਬੈਠਾ ਹੋਇਆ। ਐਂ ਹੀ ਮੈਂ ਤੁਹਾਨੂੰ ਕਈ ਐਮਐਲਏ ਦੱਸ ਦਿੰਦਾ। ਤ੍ਰਿਪਤ ਬਾਜਵਾ ਜੀ ਆ, ਤ੍ਰਿਪਤ ਬਾਜਵਾ ਜੀ ਕਦੋਂ ਸੀਗੇ ਆਖਰੀ ਵਾਰ ਮੰਤਰੀ? ਤ੍ਰਿਪਤ ਬਾਜਵਾ ਜੀ ਦਾ ਵੀ ਦਿਲ ਕਰਦਾ ਹੋਊਗਾ ਮੈਨੂੰ ਮੁੱਖ ਮੰਤਰੀ ਬਣਾ ਦਿਓ, ਨਹੀਂ ਬਣਾਇਆ ਤੇ ਤ੍ਰਿਪਤ ਬਾਜਵਾ ਜੀ ਨਾਰਾਜ਼ ਹੋ ਕੇ ਆਪਣਾ ਘਰੇ ਬਹਿ ਗਏ। ਉਹ ਵੀ ਕੰਟੈਂਡਰ ਸੀ, ਉਹ ਵੀ ਕੰਟੈਂਡਰ ਸੀ। ਔਂ ਹੀ ਹੋਰ ਕੰਟੈਂਡਰ ਵੀ, ਸੁਖਜਿੰਦਰ ਰੰਧਾਵਾ ਸੀ ਕੰਟੈਂਡਰ। ਸੁਖਜਿੰਦਰ ਰੰਧਾਵਾ ਨੂੰ ਆਪਣਾ ਤੁਸੀਂ ਡਿਪਟੀ ਮੁੱਖ ਮੰਤਰੀ ਬਣਾਇਆ, ਉਹ ਮੁੱਖ ਮੰਤਰੀ ਤੋਂ ਡਿਪਟੀ ਮੁੱਖ ਮੰਤਰੀ ਵੀ ਤਿਆਰ ਹੋ ਗਏ। ਉਹ ਅੱਜ ਨਾਰਾਜ਼ ਹੋ ਕੇ ਘਰ ਬਹਿ ਜਾਂਦੇ ਵੀ ਉਹ ਵੀ ਅੱਜ ਲੜ ਰਹੇ ਆ। ਲੜਾਈ ਜਿਹੜੀ ਆ ਬਾਈ ਜੀ ਅਹੁਦਿਆਂ ਦੇ ਨਾਲ ਅਗਰ ਲੜਨੀ ਆ ਤੇ ਫਿਰ ਜਦੋਂ ਅਹੁਦੇ ਮਿਲੇ, ਹੁਣ ਮੈਨੂੰ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਣਾਤਾ, ਮੈਂ ਬਣਿਆ ਪੰਜਾਬ ਯੂਥ ਕਾਂਗਰਸ, ਮੈਨੂੰ 2 ਵਾਰ ਪਾਰਟੀ ਨੇ ਟਿਕਟ ਦਿੱਤੀ। ਹੁਣ ਮੈਂ ਕਹਾਂ ਵੀ ਮੈਨੂੰ ਹੁਣ ਆਹ ਨਹੀਂ ਮਿਲਿਆ, ਹੁਣ ਮੈਂ ਨਾਰਾਜ਼ ਆ, ਮੈਂ ਪੁਰਾਣੀਆਂ ਸਾਰੀਆਂ ਭੁੱਲ ਜਾ? ਨਹੀਂ ਭੁੱਲੀਆਂ ਜਾ ਸਕਦੀਆਂ ਨਾ। ਠੀਕ ਆ, ਪਾਰਟੀਆਂ ਦੇ ਵਿੱਚ ਡਿਫਰੈਂਸਿਸ ਹੁੰਦੇ ਆ, ਕਿਤੇ ਕਿਸੇ ਦਾ ਸੈਲਫ ਰਿਸਪੈਕਟ ਵੀ ਹੁੰਦੀ, ਲੇਕਿਨ ਸੈਲਫ ਰਿਸਪੈਕਟ ਨੂੰ ਐ ਨਾ ਵੇਚੋ ਵੀ ਇਕੱਲੀ ਅੱਜ ਤੁਹਾਡੀ ਸੈਲਫ ਰਿਸਪੈਕਟ ਹਟ, ਬੜੀਆਂ ਦੀ ਸੈਲਫ ਰਿਸਪੈਕਟ ਹਟ ਹੋਈ। ਤੁਸੀਂ ਇਹ ਨਾ ਸੋਚੋ ਜਾਖੜ ਸਾਹਿਬ ਵੀ ਤੁਹਾਡੇ ਪਿੱਛੇ ਖੜਦੇ ਸੀ ਸਾਰੇ, ਦੁੱਖ ਤਕਲੀਫ ਤਾਂ ਹੁੰਦੀ ਆ, ਉਹਨਾਂ ਮਗਰ ਲੜਦੇ ਸੀ, ਸ਼ਾਇਦ ਉਹਨਾਂ ਨੂੰ ਪਤਾ ਵੀ ਨਾ ਹੋਵੇ, ਕਿਤੇ ਬੜੀ ਜਗ੍ਹਾ ਲੋਕਾਂ ਨੂੰ ਲੜਦੇ ਸੀ। ਉਹ ਸਾਰੇ ਕਹਿੰਦੇ ਪ੍ਰਧਾਨ, ਅਸੀਂ ਕਹਿੰਦੇ ਨਹੀਂ ਜਾਖੜ ਸਾਹਿਬ ਠੀਕ ਆ। ਉਹਨਾਂ ਨੇ 1 ਮਿੰਟ ਹੀ ਲਾਇਆ ਫੈਸਲਾ ਲੈਣ ਨੂੰ, ਮੇਰਾ ਆਤਮ ਸਨਮਾਨ ਹਟ ਹੋ ਗਿਆ। ਤੁਸੀਂ ਆਪਣੇ ਬੈਟਰ ਓਪਰਚੁਨਿਟੀਜ਼ ਵਾਸਤੇ ਤੁਹਾਨੂੰ ਲੱਗਦਾ, ਉਹਨਾਂ ਨੂੰ ਲੱਗਦਾ ਨਾ ਕਾਂਗਰਸ ਡੁੱਬਦਾ ਜਹਾਜ਼ ਆ, ਉਹਨਾਂ ਨੂੰ ਇਹ ਲੱਗਦਾ ਪਿਆ ਵੀ ਕਾਂਗਰਸ ਗਈ ਤੇ ਮੈਂ ਆਪਣੀ ਰਾਜਨੀਤੀ ਬਚਾਉਣ ਵਾਸਤੇ ਕਿਤੇ ਹੋਰ ਪਾਸੇ ਚੱਲ ਜਾ, ਅਸੂਲ ਗਏ ਦਫਾ ਹੋਣ, ਸਾਰੀ ਚੀਜ਼ਾਂ ਜਾਂ ਪਾਸੇ ਹੋਣ, ਲੇਕਿਨ ਮੈਂ ਆਪਣੀ ਰਾਜਨੀਤੀ ਬਚਾ ਲਾਂ। ਅੱਛਾ, ਗੁਲਾਮ ਨਬੀ ਆਜ਼ਾਦ ਹੋਰਾਂ ਨੇ ਅਸਤੀਫਾ ਦਿੱਤਾ ਹੈਗਾ, ਬਹੁਤ ਵੱਡੇ ਲੀਡਰ ਨੇ, 50 ਸਾਲ ਤਕਰੀਬਨ ਹੋਏ, 50 ਸਾਲ ਤੋਂ ਵੱਧ ਹੀ ਹੋ ਗਏ ਹੋਣਗੇ, ਉਹਨਾਂ ਨੇ ਅਸਤੀਫਾ ਦਿੱਤਾ। ਤੇ ਚਿੱਠੀ ਪੜ੍ਹੀ ਆ ਤੁਸੀਂ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਹੈ? ਮੈਂ ਬਿਲਕੁਲ ਪੜ੍ਹੀ ਆ, ਮੈਂ ਹਾਰਦਿਕ ਪਟੇਲ ਦੀ ਵੀ ਪੜ੍ਹੀ ਆ,
ਜਿਹੜੇ ਜਿਹੜੇ ਅਸਤੀਫੇ ਦਿੰਦੇ ਆ ਮੈਂ ਉਹਨਾਂ ਦੀ ਸਾਰੀਆਂ ਦੀ ਚਿੱਠੀਆਂ ਜ਼ਰੂਰ ਪੜ੍ਹਦਾ ਹੁੰਦਾ ਵੀ ਕਿੰਨੇ ਦੋਗਲੇ ਬੰਦੇ ਆ। ਗੁਲਾਮ ਨਬੀ ਆਜ਼ਾਦ ਨੂੰ ਤੁਸੀਂ ਦੋਗਲਾ ਕਹਿ ਰਹੇ ਹੋ? ਮੈਂ ਗੁਲਾਮ ਨਬੀ ਆਜ਼ਾਦ ਨੂੰ ਦੋਗਲਾ ਨਾ ਕਹੀਏ ਤੇ ਕੀ ਕਹੀਏ। ਜਾਖੜ ਸਾਹਿਬ ਜਿਹੜੇ ਅੱਜ ਗੁਲਾਮ ਨਬੀ ਆਜ਼ਾਦ ਦੀ ਗੱਲ ਕਰਦੇ ਆ, ਸਭ ਤੋਂ ਵੱਧ ਗਾਲਾਂ ਗੁਲਾਮ ਨਬੀ ਆਜ਼ਾਦ ਨੂੰ ਜਾਖੜ ਸਾਹਿਬ ਨੇ ਕੱਢੀਆਂ ਸੀ ਮੀਟਿੰਗ ਵਿੱਚ, ਖੜੇ ਹੋ ਕੇ ਕੱਢ ਕੇ ਸੀ ਉੱਥੇ ਪੂਰੀਆਂ ਹਾਲ 'ਚ ਵੀ ਤੁਸੀਂ ਲੋਕਾਂ ਨੇ ਰਾਹੁਲ ਗਾਂਧੀ ਦਾ ਨੁਕਸਾਨ ਕੀਤਾ, ਤੁਸੀਂ ਲੋਕ ਜਿਨ੍ਹਾਂ ਨੇ ਕਾਂਗਰਸ ਆਹੀ ਸਲਾਹਕਾਰ ਸੀਗੇ ਜਿਹੜੇ ਰਾਹੁਲ ਗਾਂਧੀ ਨੂੰ ਖਰਾਬ ਕਰਦੇ ਸੀ। ਅੱਜ ਕੀ ਆ, ਜਦੋਂ ਜਗ੍ਹਾ ਨਹੀਂ ਮਿਲਦੀ ਨਾ ਉਦੋਂ ਬੰਦੇ ਨੂੰ ਫਿਰ ਸਾਰੇ ਅਸੂਲ ਯਾਦ ਆ ਜਾਂਦੇ ਆ। ਇਹ ਹਿਊਮਨ ਫਿਦਰਤ ਆ, ਸ਼ਾਇਦ ਸਾਡੇ ਅੰਦਰ ਵੀ ਐਵੇਂ ਹੋਵੇ। ਅੱਜ ਮੇਰੇ ਕੋਲ ਅਹੁਦਾ ਹੋਵੇ ਤੇ ਮੈਂ ਕਹਾਂ ਸਭ ਕੁਝ ਠੀਕ ਆ, ਜਿੱਦਣ ਮੇਰੇ ਤੋਂ ਕੁਝ ਮਾੜਾ ਜਿਹਾ ਪਾਰਟੀ ਕਵੇ ਵੀ ਕਾਕਾ ਜੀ ਸੰਘਰਸ਼ ਕਰੋ, ਥੋੜਾ ਜਿਹਾ ਥੱਲੇ ਕਰੋ, ਤੇ ਫਿਰ ਤੁਹਾਨੂੰ ਉਦੋਂ ਸਾਰਾ ਕੁਝ ਯਾਦ ਆ ਜਾਂਦਾ। ਮੇਰਾ ਸਿਰਫ ਇੱਕ ਅੱਜ ਗੁਲਾਮ ਨਬੀ ਆਜ਼ਾਦ ਨੇ ਅਗਰ 50 ਸਾਲ ਪਾਰਟੀ ਨੂੰ ਦਿੱਤੇ, ਗੁਲਾਮ ਨਬੀ ਆਜ਼ਾਦ ਨੇ ਅਗਰ ਸਰਕਾਰਾਂ ਬਣਾਈਆਂ, ਅੱਜ ਪਾਰਟੀ ਉਹਨਾਂ ਤੋਂ ਕੀ ਮੰਗ ਰਹੀ ਸੀ? ਸਾਥ ਮੰਗ ਰਹੀ ਸੀ ਗੱਲਾਂ, ਅੱਜ ਸਾਥ ਮੰਗ ਰਹੀ ਸੀ, ਅਹੁਦਾ ਨਹੀਂ ਦੇ ਰਹੀ ਸੀ, ਬਸ ਰਾਜ ਸਭਾ ਨਹੀਂ ਮਿਲੀ। ਰੌਲਾ ਰਾਜ ਸਭਾ ਦਾ ਸੀ। ਅੱਜ ਉਹੀ ਲੋਕ ਬਾਰ-ਬਾਰ ਰਿਪੀਟ ਹੁੰਦੇ ਆ, ਤੇ ਸਾਡੇ ਵਰਗਿਆਂ ਨੂੰ ਜਾਂ ਹੋਰ ਲੋਕਾਂ ਨੂੰ ਕਿੱਥੇ ਮੌਕੇ ਮਿਲਣਗੇ? ਤੁਸੀਂ ਅੱਜ ਗੁਲਾਮ ਨਬੀ ਆਜ਼ਾਦ ਦੀ ਕੀ ਅਪੀਲ ਆ ਅਮੰਗ ਦੀ ਯੂਥ? ਅਗਰ ਕਾਂਗਰਸ ਪਾਰਟੀ ਉਹਨਾਂ ਨੇ ਖੜੀ ਕੀਤੀ ਤੇ ਅੱਜ ਖੜੀ ਕਰਨ ਗੁਲਾਮ ਨਬੀ ਆਜ਼ਾਦ ਹੋਣੀ ਤੇ ਬਾਕੀ ਲੀਡਰ, ਔਰ ਜਦੋਂ ਖਰਾਬ ਹੋਵੇ ਉਹ ਕਰੇ ਇਕੱਲਾ ਰਾਹੁਲ ਗਾਂਧੀ। ਕਿਉਂਕਿ ਇਲਜ਼ਾਮ ਉਹਨਾਂ ਤੇ ਲੱਗਦੇ ਆਏ ਨੇ ਪ੍ਰਧਾਨਗੀ ਉਹਨਾਂ ਦੇ ਕੋਲ ਆ, ਕੋਈ ਇੰਨਾ ਵੱਡਾ ਐਕਸ਼ਨ ਹਾਲੇ ਤੱਕ ਪਾਰਟੀ ਦੇ ਵੱਲੋਂ ਕੀਤਾ ਨਹੀਂ ਗਿਆ। ਤੁਹਾਡੇ ਇੱਕ ਮੁਹਿੰਮ ਹੈ ਭਾਰਤ ਜੋੜੋ ਜਿਹੜੀ ਤੁਸੀਂ ਸ਼ੁਰੂ ਕੀਤੀ ਹੈਗੀ ਆ, ਉਹ ਕਹਿੰਦੇ ਕਿ ਕਾਂਗਰਸ ਜੋੜੋ ਨਾਂ ਦੀ ਮੁਹਿੰਮ ਸ਼ੁਰੂ ਹੋਣੀ ਚਾਹੀਦੀ ਹੈ ਕਿ ਕਾਂਗਰਸ ਪਾਰਟੀ ਵੀ ਆ। ਮੈਂ ਉਹੀ ਕਹਿ ਰਿਹਾ ਨਾ, ਕੌਣ ਲੋਕ ਕਹਿ ਰਹੇ ਆ? ਇਹ ਉਹੀ ਲੋਕ ਨੇ ਜਿਹੜੇ 50 ਸਾਲ ਤੋਂ ਵੱਧ ਸਮਾਂ ਤੁਹਾਡੀ ਪਾਰਟੀ ਦੇ ਵਿੱਚ ਮੌਜੂਦ ਸੀਗੇ ਜੀ। ਇਹਨਾਂ ਨੇ ਬੜੇ ਸੰਘਰਸ਼ ਲੜੇ, ਵਿੱਚ ਆਪਣੀ ਚਿੱਠੀਆਂ ਤੇ ਬਹੁਤ ਕੁਝ ਗਿਣਾਇਆ ਇਹਨਾਂ ਨੇ, ਤੇ ਹੁਣ ਉਹੀ ਕਹਿ ਰਹੇ ਕਿ ਅਸੀਂ ਖਫਾ ਹੋ ਕੇ ਜਾ ਰਹੇ ਹਾਂ। ਅਸ਼ੋਕ ਗਹਿਲੋਤ ਕਹਿ ਰਹੇ ਆ, ਉਹਨਾਂ ਦਾ ਉਸ ਤੋਂ ਵੀ ਜ਼ਿਆਦਾ ਸੰਘਰਸ਼ ਆ। ਮੈਂ ਤੁਹਾਨੂੰ ਲੀਡਰਾਂ ਦੇ ਨਾਮ ਸ਼ੁਰੂ ਕਰਦਾ ਵਾਂ, ਤੁਸੀਂ ਉੱਪਰੋਂ ਲੈ ਕੇ ਨੀਚੇ ਤੱਕ ਜਿਨ੍ਹਾਂ ਦੇ 50-50 ਸਾਲ ਜਿਹੜੇ ਰਿਟਾਇਰ ਵੀ ਹੋ ਗਏ। ਇੱਕ ਐਂਟਨੀ ਆ, ਮੁੱਖ ਮੰਤਰੀ ਨਹੀਂ ਬਣਾਇਆ ਅੱਜ ਤੱਕ ਕੇਰਲਾ ਦੇ। ਅੱਜ ਵੀ ਆਪਣਾ ਕਹਿੰਦੇ ਸਭ ਤੋਂ ਮਤਲਬ ਕਿੰਨੇ ਸਾਲ ਹੋ ਗਏ ਉਹਨਾਂ ਨੂੰ। ਓਮਨ ਚੈਂਡੀ ਆ, ਮੈਂ ਤੁਹਾਨੂੰ ਥੱਲੋਂ ਸ਼ੁਰੂ ਕਰ ਲਓ ਤੁਸੀਂ। ਮਹਾਰਾਸ਼ਟਰ ਦੇ ਵਿੱਚ ਕਿੰਨੇ ਲੀਡਰ ਆ, ਸਾਬਕਾ ਮੁੱਖ ਮੰਤਰੀ ਆ। ਗੁਜਰਾਤ ਦੇ ਵਿੱਚ 25 ਸਾਲਾਂ ਤੋਂ ਸਰਕਾਰ ਨਹੀਂ ਆਈ, ਫਿਰ ਵੀ ਉੱਥੇ ਬੰਦੇ ਝੰਡਾ ਲੈ ਕੇ ਖੜੇ ਆ, ਉਹਨਾਂ ਨੂੰ ਕੋਈ ਅਹੁਦਾ ਨਹੀਂ ਮਿਲਿਆ। ਇਹਨਾਂ ਨੂੰ ਜਿਨ੍ਹਾਂ ਨੇ ਸਰਕਾਰਾਂ ਹਟਾਈਆਂ, ਜਿਨ੍ਹਾਂ ਨੇ ਮੰਤਰੀ ਵਿਸ਼ੇ ਪੜਾਏ, ਇਹ ਅੱਜ ਛੱਡ ਕੇ ਜਾ ਰਹੇ ਆ। ਫਰਕ ਪਊਗਾ ਕਾਂਗਰਸ ਨੂੰ? ਫਰਕ ਤਾਂ ਪੈਂਦਾ ਹੀ ਆ। ਅੱਜ ਹਾਲਾਤ ਇਹੋ ਜਿਹਾ, ਫਰਕ ਤਾਂ ਪੈਂਦਾ ਹੀ ਆ। ਇਹਦੇ ਵਿੱਚ ਕਹਿਣ 'ਚ ਕੋਈ ਗੁਰੇਜ਼ ਨਹੀਂ। ਜਦੋਂ ਵੱਡਾ ਲੀਡਰ ਜਾਂਦਾ, ਕੈਪਟਨ ਅਮਰਿੰਦਰ ਸਿੰਘ ਗਏ, ਫਰਕ ਪਿਆ। ਅਗਰ ਇਸ ਗੱਲ ਨੂੰ ਅਸੀਂ ਆਸ਼ੰਕਾ 'ਚ ਹੋਵਾਂਗੇ, ਠੀਕ ਆ, ਅੱਜ ਤੁਸੀਂ ਇਹ ਸੋਚੋ, ਕੈਪਟਨ ਅਮਰਿੰਦਰ ਸਿੰਘ ਨਾ ਜਾਂਦੇ ਔਰ ਚੰਨੀ ਸਾਹਿਬ ਮੁੱਖ ਮੰਤਰੀ ਮਤਲਬ ਬਣਾ ਦਿੱਤੇ ਜਾਂਦੇ, ਕੈਪਟਨ ਅਮਰਿੰਦਰ ਸਿੰਘ ਘਰੇ ਬਹਿ ਜਾਂਦੇ, ਅੱਜ ਕਦ ਕਾਂਗਰਸ ਵਿੱਚ ਵਾਧਾ ਕਿ ਘਟਦਾ? ਤੁਸੀਂ ਸਾਡੀ ਸਹਿਣਸ਼ੀਲਤਾ ਦੀ ਗੱਲ ਕਰ ਰਹੇ ਸੀ। ਕੈਪਟਨ ਅਮਰਿੰਦਰ ਸਿੰਘ ਨੇ ਉਦੋਂ, ਅਗਰ ਅੱਜ ਕੈਪਟਨ ਅਮਰਿੰਦਰ ਸਿੰਘ ਕਾਂਗਰਸ 'ਚ ਹੁੰਦੇ ਤੇ ਅੱਜ ਕੈਪਟਨ ਅਮਰਿੰਦਰ ਸਿੰਘ ਦਾ ਕੱਦ ਵਾਧਾ ਕਿ ਘਟਦਾ? ਅੱਜ ਸਮਾਂ ਸੀ ਨਾ, ਉਦੋਂ ਡਿਸੀਜਨ ਲੈ ਗਏ। ਮੈਂ ਤੁਹਾਨੂੰ ਸੱਚੀ ਗੱਲ ਕਹਿੰਦਾ ਵੀ ਮੈਂ ਕੈਪਟਨ ਅਮਰਿੰਦਰ ਸਿੰਘ ਦਾ ਰਾਜਨੀਤੀ ਦਾ ਮੈਂ ਉਹਨਾਂ ਦੀ ਦੇਖਦਾ ਹੁੰਦਾ ਸੀ ਔਰ ਮੈਨੂੰ ਵਧੀਆ ਲੱਗਦੀ ਸੀ। ਲੇਕਿਨ ਆਹ ਫੈਸਲਾ ਛੱਡ ਕੇ ਜਾਣ ਦਾ, ਇਹੀ ਜਾਖੜ ਸਾਹਿਬ ਦਾ ਛੱਡ ਕੇ ਜਾਣ ਦਾ, ਅਸੀਂ ਤਾਂ ਬਹੁਤ ਛੋਟੇ ਲੈਵਲ ਸੀਗਾ, ਲੇਕਿਨ ਸਾਡੇ ਨਾਲ ਵੀ ਬਹੁਤ ਧੱਕੇ ਹੋਏ। ਕੀ ਇਹ ਸਮਝੌਤੇ ਨੇ? ਕੇਸ ਕੂਸ ਈਡੀ ਜਿਹੜੀਆਂ ਗੱਲਾਂ ਚੱਲਦੀਆਂ ਨੇ, ਅਖਬਾਰਾਂ ਦੇ ਵਿੱਚ ਵੀ ਆਉਂਦੀਆਂ ਨੇ, ਸਬੂਤ ਵੀ ਆਉਂਦੇ ਨੇ ਕਿ ਸੱਚੀ ਇਹੀ ਕਾਰਨ ਹੁੰਦੇ ਨੇ, ਈਡੀਆਂ ਹੁੰਦੀਆਂ ਨੇ, ਇਹੀ ਕੇਸ ਹੁੰਦੇ ਨੇ ਜਿਨ੍ਹਾਂ ਕਰਕੇ ਸਮਝੌਤੇ ਕਰਦੇ ਨੇ ਫਿਰ ਆਪਣੀਆਂ ਵਿਚਾਰਧਾਰਾਵਾਂ ਦੇ ਨਾਲ। ਈਡੀ ਤੇ ਕੇਸਾਂ ਦੇ ਨਾਲ ਮੈਨੂੰ ਲੱਗਦਾ ਪਰਸਨਲ ਈਗੋਸ ਜ਼ਿਆਦਾ ਹੁੰਦੀਆਂ। ਏਡੇ ਵੱਡੇ ਕੱਦ ਆ, ਉਹਨਾਂ ਨੂੰ ਈਗੋ ਜਿਹੜੀ ਆ ਨਾ, ਉਹ ਬੜੀ ਤਕਲੀਫ ਦਿੰਦੀ ਆ ਵੀ ਯਾਰ ਅਗਲੇ ਨੂੰ ਕਿਵੇਂ, ਇਹਨੂੰ ਕਿਵੇਂ ਮੁੱਖ ਮੰਤਰੀ। ਮੈਨੂੰ ਨਹੀਂ ਲੱਗਦਾ ਕੈਪਟਨ ਅਮਰਿੰਦਰ ਸਿੰਘ ਨੂੰ ਨੀਂਦ ਆਈ ਹੋਣੀ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਬਣਾਤੇ ਹੋਣੇ। ਹੁਣ ਲੱਗਿਆ ਹੋਣਾ ਵੀ ਚਰਨਜੀਤ ਚੰਨੀ ਮੇਰੀ ਰਿਪਲੇਸਮੈਂਟ ਬਣਾਤੀ ਇਹਨਾਂ ਨੇ। ਚੰਨੀ ਸਾਹਿਬ ਨੇ ਪੂਰਾ ਮਾਹੌਲ ਬਣਾਇਆ, ਉਹਨਾਂ ਨੇ ਕਦੇ ਸੋਚਿਆ ਨਹੀਂ ਸੀਗਾ ਮਤਲਬ ਵੀ ਕੈਪਟਨ ਅਮਰਿੰਦਰ ਸਿੰਘ ਨੇ। ਹੁਣ ਉਹ ਈਗੋ ਹਰਟ ਹੋਈ ਹੋਣੀ ਕਿਤੇ। ਚੰਨੀ ਸਾਹਿਬ ਨੂੰ ਬੁਲਾ ਲਓ, ਬਾਹਰ ਹੀ ਆਏ ਨਹੀਂ ਮੁੜ ਕੇ। ਕਹਿ ਦੋ ਕੈਮਰੇ ਤੇ ਦੇਖਦੇ ਵੀ ਹੋਣੇ ਆ ਕਿ ਵਾਪਸ ਕਦੋਂ ਆ ਰਹੇ। ਕਾਂਗਰਸ ਨੂੰ ਤਾਂ ਬਹੁਤ ਧਰਨਿਆਂ ਦੇ ਵਿੱਚ ਸਾਡੇ ਤੁਹਾਡੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਨਹੀਂ ਲੱਭ ਰਹੇਗੇ। ਕੈਪਟਨ ਚੰਨੀ ਸਾਹਿਬ ਪਾਰਟੀ ਦੇ ਵਿੱਚ ਤਾਂ ਕੋਈ ਅਹੁਦਾ ਨਹੀਂ। ਸਾਬਕਾ ਮੁੱਖ ਮੰਤਰੀ ਬੀਬੀ ਭੱਠਲ ਵੀ ਆ, ਠੀਕ ਆ, ਸਾਬਕਾ ਮੁੱਖ ਮੰਤਰੀ ਹੋਰ ਵੀ ਆ। ਕੈਪਟਨ ਅਮਰਿੰਦਰ ਸਿੰਘ ਚਲੇ ਗਏ ਆ। ਇਹ ਤਾਂ ਨੌਜਵਾਨ ਸੀ ਚੰਨੀ ਸਾਹਿਬ, ਮੈਂ ਕਹਿੰਦਾ ਨੌਜਵਾਨ ਸੀ, ਪ੍ਰਸ਼ੰਸਕ ਇਹਨਾਂ ਨੂੰ ਸੀਗੇ, ਇਹਨਾਂ ਦੇ ਪਸੰਦ ਕਰਦੇ ਸੀ ਲੋਕ। ਉਹਨਾਂ ਨੂੰ ਵੀ ਹਾਰ ਦੀ ਪਰੇਸ਼ਾਨੀ ਆ, ਉਹ ਆਪਣੀ ਸੀਟ ਵੀ ਹਾਰ ਗਏ। ਉਹਨਾਂ ਨੂੰ ਲੱਗਦਾ ਸੀਗਾ ਇੱਕ ਬੰਦੇ ਦਾ, ਤੁਸੀਂ ਸੋਚੋ ਕਿੰਨੇ ਉੱਪਰੋਂ ਪਰੇਸ਼ਾਨ ਹੋਏ ਹੋਣਗੇ। ਇਹ ਮੈਂਟਲੀ ਕਿੰਨਾ ਕੁ ਇਫੈਕਟ ਪਾਉਂਦਾ ਇਹ ਹਾਰਾਂ, ਇਹ ਇਲੈਕਸ਼ਨ? ਤੁਸੀਂ ਵੀ ਚੋਣ ਲੜੀ, ਇਸ ਵਾਰ ਸੀ ਉਮੀਦ ਕਿ ਯਾਰ ਮੈਂ ਡਟ ਕੇ ਜਾਣਾ ਹੈਗਾ। ਪਹਿਲਾਂ ਬੰਦਾ ਪਾਰਟੀ ਪੋਲਿਟਿਕਸ ਦੇ ਵਿੱਚ ਲੜਦਾ ਹੈਗਾ, ਉਸ ਤੋਂ ਬਾਅਦ ਟਿਕਟ ਮਿਲਦੀ ਹੈਗੀ ਆ, ਮਿਹਨਤ ਕਰਦਾ ਹੈਗਾ, ਤੇ ਉਸ ਤੋਂ ਬਾਅਦ ਵੀ ਜਦੋਂ ਝੋਲੀ ਨਹੀਂ ਪੈਂਦੀ ਜਿੱਤ, ਮੈਂਟੈਲਿਟੀ ਤੇ ਕੀ ਅਸਰ ਪੈਂਦਾ? ਪੋਲੀਟੀਸ਼ੀਅਨ ਕੀ ਸੋਚਦਾ ਜਦੋਂ ਹਾਰਦਾ? ਦੇਖੋ ਮੈਂ ਐਵੇਂ ਕਹਾਂ ਫਰਕ ਤਾਂ ਬਹੁਤ ਪੈਂਦਾ, ਤਕਲੀਫ ਹੀ ਹੁੰਦੀ ਆ। ਐਵੇਂ ਕਹੀਏ ਵੀ ਮਸਲਾ ਮਤਲਬ ਹਾਰ ਕਿਹਨੂੰ ਬਰਦਾਸ਼ਤ ਹੁੰਦੀ ਆ, ਲੇਕਿਨ ਹਾਰ ਬਰਦਾਸ਼ਤ ਕਰਨੀ ਰਾਜਨੀਤੀ ਦਾ ਇੱਕ ਤੁਹਾਡੇ ਤੋਂ ਮਤਲਬ ਤੁਹਾਨੂੰ ਸਿਖਾਉਂਦੀ ਆ।
ਤੁਹਾਨੂੰ ਜ਼ਿੰਦਗੀ ਦੇ ਵਿੱਚ ਤੁਸੀਂ ਵੀ ਬੜੇ ਕਿਤੇ ਨਾ, ਹਰ ਕੋਈ ਬੰਦਾ ਹਰ ਟਾਈਮ ਸਕਸੈਸ 'ਚ ਨਹੀਂ ਰਿਹਾ, ਕਿਸੇ ਨਾ ਕਿਸੇ ਦਾ ਫੇਲੀਅਰ ਕਿਤੇ ਨਾ ਕਿਤੇ ਆਉਂਦਾ, ਇਹ ਫੇਲੀਅਰਸ ਪਰ ਇੰਨੇ ਵੱਡੇ ਪੱਧਰ ਤੇ ਐਕਸਪੋਜ਼ ਵੀ ਹੁੰਨੇ ਹੋ, ਕਹਿਣ ਦਾ ਭਾਵ ਹਾਰ ਤੁਹਾਡੀ ਵਾਰ-ਵਾਰ ਤੁਹਾਨੂੰ ਗਿਣਾਈ ਜਾਂਦੀ ਹੈਗੀ ਆ। ਉਹਨੇ ਵੀ ਵੇਖਿਆ ਤੁਹਾਡੇ ਕਮੈਂਟਾਂ ਥੱਲੇ, ਉਹ 2 ਵਾਰ ਹਾਰ ਗਿਆ, ਓਏ ਚੁੱਪ ਕਰ ਜਾ, ਐ ਕਰਨਗੇ ਇਹੋ ਜੀ, ਮਤਲਬ ਉਹ ਉਹਨਾਂ ਦੀ ਸੋਚ ਨਹੀਂ ਆ ਲੋਕਾਂ ਦੀ, ਉਹਦੇ ਬਾਰੇ ਮੈਂ ਰਿਐਕਟ ਕਰਕੇ ਆਪਣਾ ਉੱਥੇ ਨਹੀਂ ਕਰਨਾ। ਪਰ ਹਾਰ ਜਿੱਤ ਜ਼ਿੰਦਗੀ ਦਾ ਹਿੱਸਾ ਵਾ। 2 ਵਾਰ ਹਾਰਨ ਤੋਂ ਬਾਅਦ ਅਗਲੀ ਵਾਰ ਪਤਾ ਨਹੀਂ ਕੀ ਲਿਖਿਆ ਕਿਸਮਤ ਵਿੱਚ, ਪਤਾ ਨਹੀਂ ਅੱਗੇ ਕੀ ਕਿਸਮਤ। ਸੋ ਹਾਰ ਕੇ ਨਿਰਾਸ਼ ਹੋਣਾ, ਮੈਂ ਚੰਨੀ ਸਾਹਿਬ ਨੂੰ ਤੁਹਾਡੇ ਅਗਰ ਤਾਂ ਕਹਿੰਦਾ, ਮੈਂ ਚੰਨੀ ਸਾਹਿਬ ਨੂੰ ਅਪੀਲ ਕਰਦਾ, ਚੰਨੀ ਸਾਹਿਬ ਆਓ ਲੜੀਏ, ਜ਼ਮੀਨ ਤੇ ਲੜਨਾ ਪੈਣਾ ਹੁਣ, ਠੀਕ ਆ ਤੁਹਾਡੇ ਦੇ ਤੇ। ਇੱਕ ਸਾਹਿਬ ਕਹਿੰਦੇ ਮੇਰੀ ਤਾਂ ਗੱਲ ਹੀ ਨਹੀਂ ਹੋਈ ਚੰਨੀ ਸਾਹਿਬ ਨਾਲ, ਇੱਕ ਵਾਰੀ ਵੀ ਗੱਲ ਨਹੀਂ ਹੋਈ। ਪ੍ਰਿੰਟ ਦੇ ਵਿੱਚ ਰਿਪੋਰਟ ਛਪੀ, ਕਹਿੰਦੇ ਮੇਰੀ ਤਾਂ ਉਸ ਤੋਂ ਬਾਅਦ ਗੱਲਬਾਤ ਹੀ ਨਹੀਂ ਹੋਈ, ਗੱਲ ਹੀ ਨਹੀਂ ਕਰਦੇ ਪਏ, ਗੱਲ ਕਰਨੀ ਛੱਡਤੀ ਇੱਕ ਦੂਜੇ ਦੇ ਨਾਲ। ਉਹ ਕਹਿੰਦੇ ਈਡੀਆ ਪੈੜਾ ਨੱਪਦੀਆਂ ਫਿਰਦੀਆਂ, ਹੁਣ ਚੰਨੀ ਸਾਹਿਬ ਨਹੀਂ ਵਾਪਸ ਆਉਂਦੇ। ਦੇਖੋ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਤੁਸੀਂ ਤੰਜ ਕੱਸਨੇ ਆ, ਤੁਸੀਂ ਸਵਾਦ ਲੈਣੇ ਆ। ਹੁਣ ਰਾਜਨੀਤੀ 'ਚ ਹੁਣ ਕੀ ਪਤਾ, ਮੈਂ ਤੇ ਲੰਕੇਸ਼ ਭਾਈ ਜਦੋਂ ਆ ਰਹੇ ਸੀ ਨਾ, ਅਸੀਂ ਇਹੀ ਕਿਹਾ ਸੀ ਕਿ ਯਾਰ ਢਿੱਲੋਂ ਸਾਹਿਬ ਬੜੇ ਜੈਨੂਅਨ ਬੰਦੇ ਨੇ ਤੇ ਬੜੇ ਸਹੀ ਸਵਾਲ ਜਵਾਬ ਕਰਦੇ ਹੈਗੇ, ਤਾਂ ਹੀ ਅਸੀਂ ਤੁਹਾਡੇ ਕੋਲ ਆਏ ਹੈਗੇ ਆ। ਤੇ ਇਹ ਸਾਡੇ ਸਵਾਲ ਅਸੀਂ ਤਾਂ ਹੀ ਪੁੱਛ ਰਹੇ ਹੈਗੇ ਕਿ ਢਿੱਲੋਂ ਸਾਹਿਬ ਤੁਹਾਨੂੰ ਪਤਾ ਹੈ ਕਿ ਤੁਸੀਂ ਜੈਨੂਅਲੀ ਉਸ ਨਾਲ ਗੱਲਾਂ ਦੇ ਜਵਾਬ ਦਿੰਦੇ। ਦੇਖੋ ਮੈਂ ਤੁਹਾਨੂੰ ਇਹੀ ਕਹਿੰਦਾ, ਮੈਨੂੰ ਸਿਰਫ ਇੱਕ ਤਕਲੀਫ ਆਪਣੀ ਪਾਰਟੀ ਵਿੱਚ, ਮੈਨੂੰ ਇਹ ਹੁੰਦੀ ਜਦੋਂ ਲੜਨਾ ਛੱਡ ਦਿੰਦੀ ਪਾਰਟੀ। ਠੀਕ ਹੈ, ਲੜ ਰਹੀ ਹੈ, ਲੜਨ ਦੀ ਤਿਆਰੀ ਤਾਂ ਕਰ ਰਹੀ ਆ, ਤਿਆਰੀ ਕਰ ਰਹੀ ਹੈ। ਦੇਖੋ ਰਿਜ਼ਲਟ ਦੀ ਪਈ ਆ ਲੜਨ ਦਾ ਤਿਆਰੀ ਦਾ ਮਤਲਬ ਪਤਾ ਕਿਉਂ, ਤਿਆਰੀ ਕਿਉਂ ਕਰ ਰਿਹਾ? ਰਾਜਾ ਵੜਿੰਗ ਇਕੱਲਾ ਲੜੂਗਾ ਤੇ ਪਾਰਟੀ ਨਹੀਂ ਕਾਮਯਾਬ ਹੋਊਗੀ। ਰਾਜਾ ਵੜਿੰਗ ਦਾ ਕਿਹੜੇ ਲੋਕ ਸਾਥ ਨਹੀਂ ਦੇ ਰਹੇ ਆ? ਤੁਸੀਂ ਇਹ ਖੈਰਾ ਹੈਗੇ ਨੇ, ਖੈਰਾ ਸਾਥ ਦੇ ਰਹੇ ਨੇ। ਇੱਕ ਮਿੰਟ, ਹਾਲੇ ਸ਼ੁਰੂ ਤਾਂ ਹੋਈ ਆ ਗੱਡੀ, ਤੁਸੀਂ ਤਾਂ ਪਹਿਲਾਂ ਹੀ ਖਿਲਾਰਨ ਦੀ ਸਲਾਹ ਕਰ ਰਹੇ। ਇੱਕ ਮਿੰਟ, ਅੱਜ ਖੈਰਾ ਸਾਹਿਬ ਨੇ ਉਹ ਟਵੀਟ ਦੇ ਕਰਕੇ ਨਹੀਂ ਸਾਥ ਦਿੱਤਾ, ਉਹਨਾਂ ਦਾ ਇੱਕ ਟਵੀਟ ਆਇਆ, ਉਸ ਹਿਸਾਬ ਨਾਲ ਉਹ ਨਹੀਂ ਸਾਥ ਦੇ ਰਹੇ। ਲੇਕਿਨ ਮੇਰਾ ਤੁਸੀਂ ਇਹ ਕਹਿੰਦਾ, ਮੇਰਾ ਜਿਹੜਾ ਤੁਹਾਨੂੰ ਕਹਿਣ ਦਾ ਮਤਲਬ ਆ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਲੜਨ ਦੀ ਤਿਆਰੀ ਦਾ ਕੀ ਮਤਲਬ ਆ? ਲੜਾਈ ਤਾਂ ਹਾਲੇ 6 ਮਹੀਨੇ ਇਹਨਾਂ ਨੂੰ ਵੀ ਮਿਲਨੇ ਆ, ਸਾਲ ਇਹਨਾਂ ਨੂੰ ਵੀ ਮਿਲੂਗਾ। ਅੱਜ ਹਾਲੇ ਤਾਂ ਨਵੀਂ ਸ਼ੇਪ ਹੋ ਰਹੀ ਆ, ਪਾਰਟੀ ਸ਼ੇਪ ਲੈ ਰਹੀ ਆ। ਪ੍ਰਤਾਪ ਬਾਜਵਾ ਜੀ ਲੜ ਰਹੇ ਆ, ਪ੍ਰਤਾਪ ਬਾਜਵਾ ਜੀ ਵਿਧਾਨ ਸਭਾ 'ਚ ਲੜ ਰਹੇ ਆ। 2 ਨਵੇਂ ਚਿਹਰੇ ਦਿੱਤੇ ਨਾ ਪਾਰਟੀ ਨੇ ਅੱਗੇ ਕੀਤੇ ਵੀ ਹੁਣ ਬਈ ਤੁਸੀਂ ਅੱਗੇ ਲੱਗੋ। ਉਹਦੇ ਸਾਥ ਕੌਣ ਨਹੀਂ ਦੇ ਰਿਹਾ ਵੜਿੰਗ ਸਾਹਿਬ ਦਾ? ਤੁਸੀਂ ਬੜਾ ਇੱਕ ਜੈਨੂਇਨ ਜਿਹਾ ਪੁਆਇੰਟ ਰੇਜ਼ ਕੀਤਾ ਹੈਗਾ, ਸਾਰਿਆਂ ਨੂੰ ਇਕੱਠਾ ਹੋ ਕੇ ਚੱਲਣਾ ਪਏਗਾ, ਵੜਿੰਗ ਸਾਹਿਬ ਇਕੱਲੇ ਕੁਝ ਨਹੀਂ ਕਰ ਸਕਦੇ। ਸਾਥ ਕੌਣ ਨਹੀਂ ਦੇ ਰਿਹਾ ਵੜਿੰਗ ਸਾਹਿਬ ਦਾ? ਦੇਖੋ ਅਮਿਤ ਨੇ ਨਾ ਹੁਣੇ ਕਿਹਾ 2 ਮਿੰਟ ਪਹਿਲਾਂ ਨਾ ਤੁਸੀਂ ਚੜਾਇਆ ਮੈਨੂੰ ਮਾੜਾ ਜਿਹਾ ਪੰਪ ਗਿਆ ਵੀ ਬੜੀ ਸਾਫ਼ ਸਪਸ਼ਟ ਗੱਲਾਂ ਕਰਦੇ ਹੋ, ਔਰ ਹੁਣ ਤੁਸੀਂ ਮੇਰੇ ਤੋਂ ਨਾਮ ਪੁੱਛ ਰਹੇ ਜੇ ਤਾਂ ਕਿ ਉਹ ਖਬਰ ਜੀ ਬਣਾਈਏ ਆਪਾਂ। ਨਹੀਂ ਤੁਸੀਂ ਨਾਮ ਨਹੀਂ ਦੇਣਾ ਚਾਹੁੰਦੇ, ਲੋਕਾਂ ਨਾਲ ਜਸਟਿਸ ਹੋ ਜਾਏਗਾ, ਤੁਸੀਂ ਨਾਮ ਰੋਕ ਲਕੋ ਲੋਗੇ। ਨਹੀਂ ਮੈਂ ਜਸਟਿਸ ਨਹੀਂ ਹੋ ਜਾਊਗਾ, ਪਰ ਇਹ ਸਾਫ਼ ਸਪਸ਼ਟ, ਇਹਦੇ ਨਾਲ ਇਹ ਸਾਡੀ ਇੰਟਰਨਲ ਪਾਰਟੀ ਦਾ ਮਸਲਾ ਵਾ, ਇਹਦੇ ਨਾਲ ਕੀ ਪੰਜਾਬ ਦਾ ਮੁੱਦਾ ਇਫੈਕਟ ਹੋ ਰਿਹਾ? ਉਸ ਬੰਦੇ ਦਾ ਨਾਂ ਨਹੀਂ ਸਾਹਮਣੇ ਆਊਗਾ ਕਿ ਯਾਰ ਇਹ ਪਾਰਟੀ ਦੇ ਨਾਲ ਨਹੀਂ ਖੜਾਗਾ। ਉਹ ਹਾਲੇ ਹਰਕਤਾਂ ਥੋੜੀਆਂ ਜਿਹੀ ਦੇਖ ਤਾਂ ਲੈਣ ਦੋ। ਹਾਲੇ ਵੜਿੰਗ ਸਾਹਿਬ ਨੂੰ ਬਣੇ ਤਾਂ 3 ਮਹੀਨੇ ਹੋਏ ਆ, ਅੱਜ ਹੀ ਕਿਵੇਂ ਕਹਦੀ ਕਈਆਂ ਨੂੰ ਜਿਹੜਾ ਹੁਣ ਵੀ ਨਹੀਂ ਸਾਥ ਦੇ ਰਿਹਾ। ਜਦੋਂ ਖਹਿਰਾ ਸਾਹਿਬ ਆ ਕੇ ਧਰਨੇ 'ਚ ਬਹਿ ਜਾਣ, ਖਹਿਰਾ ਸਾਹਿਬ ਆ ਕੇ ਪ੍ਰੈਸ ਕਾਨਫਰੰਸ 'ਚ ਬਹਿ ਜਾਣ, ਇਹਦਾ ਮਤਲਬ ਸਾਥ ਦੇ ਰਹੇ ਆ ਨਾ। ਅੱਜ ਤੁਸੀਂ ਖਹਿਰਾ ਸਾਹਿਬ ਨੂੰ ਧਰਨੇ 'ਚ ਆਏ ਸੀਗੇ, ਕਿੱਥੋਂ? ਵਿਜੀਲੈਂਸ ਦੇ ਬਾਹਰ ਜਿਹੜਾ ਲਾਇਆ ਸੀਗਾ, ਬਿਲਕੁਲ ਆਏ ਸੀ, ਵਿਜੀਲੈਂਸ ਦੇ ਧਰਨੇ ਇੱਥੋਂ ਆਏ ਸੀ, ਉੱਥੇ ਵੀ ਪਹੁੰਚੇ ਸੀਗੇ, ਉਹ ਸਾਰੀ ਪਾਰਟੀ ਇਕੱਠੀ ਹੋਈ ਸੀ। ਮੇਰਾ ਕਹਿਣ ਦਾ ਮਤਲਬ ਹੈ ਇਹ ਸਾਰੀਆਂ ਚੀਜ਼ਾਂ। ਰਾਣਾ ਕੇਪੀ ਸਾਥ ਦੇ ਰਹੇ ਆ? ਬੜਾ ਸਵਾਲ ਹੈ ਤੁਹਾਨੂੰ, ਰਾਣਾ ਕੇਪੀ ਯਾਦ ਆ ਗਿਆ ਅੱਜ, ਕਿਉਂਕਿ ਚਲ ਗਏ ਸੀ ਨਾ ਵਾਪਸ ਉੱਥੋਂ, ਪੰਜਾਬ ਕਾਂਗਰਸ ਭਵਨ ਤੋਂ ਵਾਪਸ ਨਿਕਲ ਗਏ ਸੀਗੇ, ਉਹਨਾਂ ਨਾਲ ਬੈਠ ਕੇ ਗੱਡੀ ਦੇ ਵਿੱਚ ਪ੍ਰਤਾਪ ਬਾਜਵਾ ਹੋਰਾਂ ਦੇ ਨਾਲ। ਲੈ ਲੈਣਾ ਚਾਹੀਦਾ ਸੀ ਡਿਸਪਲਿਨਰੀ ਐਕਸ਼ਨ। ਉਹਨਾਂ ਦੇ ਡੀ ਵਾਲਾ ਜੋ ਵੱਡੀ ਚੀਜ਼ ਕਰ ਰਹੇ ਆ ਵੜਿੰਗ ਸਾਹਿਬ ਦਾ, ਡਿਸਪਲਿਨਰੀ ਐਕਸ਼ਨ ਲੈ ਲੈਣਾ ਚਾਹੀਦਾ ਸੀ ਕੇਪੀ ਮੈਂ ਤਾਂ ਡਿਸਪਲਿਨ ਦੀ ਗੱਲ ਕਰ ਰਿਹਾ ਵੀ ਜਿਹੜਾ ਵੀ ਕੋਈ ਡਿਸਪਲਿਨ ਭੰਗ ਕਰੂਗਾ, ਔਰ ਤਾਂ ਓਪੀ ਸੋਨੀ ਸਾਹਿਬ ਵੀ ਸੀਗੇ, ਪ੍ਰਤਾਪ ਬਾਜਵਾ ਵੀ ਸੀਗੇ। ਮੈਂ ਕਹਿ ਰਿਹਾ ਪ੍ਰਤਾਪ ਬਾਜਵਾ ਜੀ ਸੀਐਲਪੀ ਆ, ਉਹਨਾਂ ਤੇ ਡਿਸਪਲਿਨਰੀ ਐਕਸ਼ਨ ਨਹੀਂ ਹੋ ਸਕਦਾ ਕਿਉਂਕਿ ਉਹ ਕੇਪੀ ਸਾਹਿਬ ਤੇ ਤੁਸੀਂ ਚਾਹੁੰਦੇ ਹੋ ਜਾਣਾ ਚਾਹੀਦਾ ਸੀ। ਨਹੀਂ, ਮੈਂ ਨਹੀਂ ਕਹਿ ਰਿਹਾ ਕਿਸੇ ਤੇ ਹੋ ਜਾਣਾ ਚਾਹੀਦਾ। ਜਨਤਾ ਜਨਾਰਦਨ ਹੈ, ਉਹਨੇ ਫੜ ਲੈਣੀ ਇਹ ਗੱਲ। ਨਹੀਂ, ਮੈਂ ਤਾਂ ਕਿਹਾ ਵੀ ਤੁਸੀਂ ਮੈਨੂੰ ਕਿਹਾ ਵੀ ਅਗਰ ਕੁਝ ਕਿਸੇ ਨੇ ਗਲਤ ਕੀਤਾ ਉਹਦੇ ਖਿਲਾਫ ਡਿਸਪਲਿਨਰੀ ਐਕਸ਼ਨ ਲੈ ਲੈਣਾ, ਕੋਈ ਵੀ ਆ। ਅੱਛਾ, ਸਾਥ ਕੌਣ ਨਹੀਂ ਦੇ ਰਿਹਾ? ਰਾਣਾ ਕੇਪੀ ਦੇ ਰਿਹਾ ਸਾਥ? ਮੀਡੀਆ ਨਹੀਂ ਦੇ ਰਹੀ, ਰੋਜ਼ਾਨਾ ਸਪੋਕਸਮੈਨ ਨਹੀਂ ਦੇ ਰਹੀ, ਹਰੇਕ ਪੱਖ ਤੇ ਗੱਲ ਕਰ ਰਹੇ ਆ। ਮੀਡੀਆ ਬਿਲਕੁਲ ਸਾਥ ਨਹੀਂ ਦੇ ਰਹੀ, ਮੀਡੀਆ ਬਾਇਕਾਟ ਕਰ ਰਹੀ ਆ, ਮੀਡੀਆ ਬਲੈਕਆਊਟ ਕਰ ਰਹੀ ਆ। ਅਸੀਂ ਤੁਹਾਨੂੰ ਹਾਂਜੀ ਤੁਹਾਡੇ ਕੋਲ ਹਰੇਕ ਸਵਾਲ ਪੁੱਛਣਾ ਅਸੀਂ, ਹਾਂਜੀ, ਤੇ ਫਿਰ ਅਸੀਂ ਕਿਉਂ ਨਹੀਂ ਤੁਹਾਡਾ ਸਾਥ ਦੇ ਰਹੇ? ਮੈਂ ਦੱਸ ਰਿਹਾ ਕਿਉਂ ਨਹੀਂ ਸਾਥ ਦੇ ਰਹੇ, ਕਿਉਂਕਿ ਤੁਸੀਂ ਇਹ ਸਵਾਲ ਭਗਵੰਤ ਮਾਨ ਤੋਂ ਕਦੋਂ ਪੁੱਛੇ? ਉਹ ਸਾਨੂੰ ਮਿਲਦੇ ਨਹੀਂ, ਮਿਲਦੇ ਨਹੀਂ। ਤੁਸੀਂ ਇਹ ਗੱਲ ਉਹਨਾਂ ਦੇ ਮੰਤਰੀਆਂ ਤੋਂ ਕਦੋਂ ਪੁੱਛੀ? ਅਸੀਂ ਆਪੋਜੀਸ਼ਨ ਆ, ਅਸੀਂ ਪੰਜਾਬ ਦੇ ਮੁੱਦਿਆਂ ਦੇ ਵਿੱਚ ਅਸੀਂ ਬੋਲਣਾ। ਅੱਜ ਸਰਕਾਰ ਤੋਂ ਪੁੱਛੋ। ਮੈਂ ਸਿਰਫ ਕਹਿੰਦਾ ਤੁਸੀਂ ਦੇਖੋ ਮੀਡੀਆ ਦੇ ਉੱਤੇ, ਮੈਂ ਤੁਹਾਡੀ ਮਜਬੂਰੀਆਂ ਵੀ ਸਮਝਦਾ। ਨਹੀਂ ਮੀਡੀਆ ਦੇ ਉੱਤੇ ਜਿਹੜਾ ਧੱਕਾ ਹੋ ਰਿਹਾ ਇਸ ਟਾਈਮ, ਅਸੀਂ ਤੁਹਾਡੇ ਨਾਲ ਖੜੇ ਹਾਂ। ਇੱਕ ਪਰਸੈਪਸ਼ਨ ਹੈ ਜਿਹੜੀ ਬਣਾਈ ਜਾ ਰਹੀ ਹੈ, ਅਸੀਂ ਤੁਹਾਡੇ ਨਾਲ ਖੜੇ ਹਾਂ। ਮੀਡੀਆ ਨਾਲ ਜਿਹੜਾ ਤੁਸੀਂ ਧੱਕਾ ਹੋ ਰਿਹਾ ਇਸ ਟਾਈਮ, ਜਿਸ ਤਰੀਕੇ ਨਾਲ ਇੱਕ ਮੰਤਰੀ ਨਾਲ 2 ਬੰਦੇ ਲਾ ਕੇ ਮੰਤਰੀ ਨੂੰ ਕਹਿ ਦਿੰਦੇ ਆ ਕੱਟ ਔਨ ਆਫ, ਜਿਸ ਤਰੀਕੇ ਨਾਲ ਆਪੋਜੀਸ਼ਨ ਨੂੰ ਸਪੇਸ ਘਟਾਣੀ ਸ਼ੁਰੂ ਕਰਤੀ ਆ। ਔਰ ਉਹਨਾਂ ਦਾ ਇਹ ਵੀ ਅਗਰ ਖਬਰ ਆ ਜਾਂਦੀ ਆ ਵੀ ਭਗਵੰਤ ਮਾਨ ਨੇ ਆਪੋਜੀਸ਼ਨ ਨਜ਼ਰ ਤਾਂ ਆਵੇ ਪਹਿਲਾਂ, ਕੋਈ ਇੱਧਰ ਸਾਊਥ ਵੱਲ ਤੁਰਿਆ ਪਿਆ, ਕੋਈ ਨਾਰਥ ਵੱਲ ਤੁਰਿਆ ਪਿਆ, ਇਹਨਾਂ ਦੇ ਪੁਆਇੰਟਸ ਹੀ ਨਹੀਂ ਸਮਝ ਆ ਰਹੇ, ਆਪੋਜੀਸ਼ਨ ਇਕੱਠੀ ਨਜ਼ਰ ਨਹੀਂ ਆ ਰਹੀ। ਤੁਸੀਂ ਆਪ ਕਹਿੰਦੇ ਹੋ ਵੜਿੰਗ ਸਾਹਿਬ ਦਾ ਸਾਥ ਕੋਈ ਨਹੀਂ ਦਿੰਦਾ ਪਿਆ। ਅੱਜ ਭਗਵੰਤ ਮਾਨ ਇੱਕ
ਚਿੱਠੀ ਵੀ ਦਿੰਦਾ ਕੋਈ ਜਾਂ ਭਗਵੰਤ ਮਾਨ ਕੋਈ ਅਗਰ ਮੰਨ ਲਓ ਕੋਈ ਛੋਟੀ ਵੀ ਚੀਜ਼ ਕਰਦਾ ਉਹਦੇ ਬਾਰੇ ਏਡੇ ਏਡੇ ਬੈਨਰ ਲਾ ਕੇ ਸਾਰੇ ਚੈਨਲ ਉਹ ਮਾਊਥਪੀਸ ਬਣ ਚੁੱਕੇ ਆ ਮੈਨੂੰ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਲੱਗਦਾ ਨਹੀਂ ਕਿ ਕਾਂਗਰਸ ਕੋਲ ਮੇਰਾ media PR ਟੀਮ ਚੰਗੀ ਨਹੀਂ ਸੀਗੀ। ਜਿਵੇਂ ਤੁਸੀਂ ਨਹੀਂ ਯਾਰ ਕਾਂਗਰਸ ਨੇ ਇੰਨਾ ਸੋਚਿਆ ਨਹੀਂ ਵੀ ਉਹਨਾਂ ਨੂੰ ਮਾਰਕੀਟਿੰਗ ਕਰਨੀ ਅੱਛੀ ਕਰਨੀ ਹੁੰਦੀ ਹੈ, 100 ਕਰੋੜ ਦਾ ਲੱਗਦਾ ਬਜਟ ਅਸੀਂ 700 ਕਰੋੜ ਤੇ ਲੈ ਤਾਂ ਜਾਈਏ। ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਮਾਰਕੀਟਿੰਗ ਅੱਛੀ ਕਰਨੀ ਹੁੰਦੀ ਹੈ। ਕਰਦੇ ਆ ਮਾਰਕੀਟਿੰਗ ਅੱਛੀ ਕਰਦੇ, ਇਹ 'ਚ ਕੋਈ ਦੋ ਰਾਏ ਨਹੀਂ ਕਾਂਗਰਸ ਪਾਰਟੀ ਦੀ ਪ੍ਰੋਬਲਮ ਕਿੱਥੇ ਰਹੀ? ਕਾਂਗਰਸ ਪਾਰਟੀ ਜਿਹੜੀ ਪ੍ਰੋਬਲਮ ਰਹੀ, ਉਹਨਾਂ ਨੇ ਆਪਣਾ ਜਿਹੜਾ ਦਿੱਲੀ ਮਾਡਲ ਆਫ ਪੋਲਿਟਿਕਸ ਆ ਉਹ ਪਬਲਿਸਿਟੀ ਮਾਰਕੀਟਿੰਗ ਔਰ ਇਹੀ ਸਭ ਕੁਝ ਆ ਵੀ ਚੀਜ਼ ਨੂੰ ਵੱਡਾ ਕਿਵੇਂ ਕਰਨਾ। ਇਹ ਚੀਜ਼ ਕਾਂਗਰਸ ਉਹ ਬੀਜੇਪੀ ਨੇ ਵੀ ਕੀਤਾ ਔਰ ਕਾਂਗਰਸ ਆਪਣੇ ਸਮੇਂ ਦੇ ਵਿੱਚ ਇਹ ਚੀਜ਼ਾਂ ਨਹੀਂ ਕਰ ਸਕੀ। ਹੁਣ ਕਰੇਗੀ ਕਿਹਦੀ ਮੀਡੀਆ PR ਇਹ ਸਭ ਵਾਲੇ ਪਾਸੇ ਵੀ, ਕਿਉਂਕਿ ਇੰਟਰਨੈਟ ਦਾ ਜ਼ਮਾਨਾ, ਸੋਸ਼ਲ ਮੀਡੀਆ ਦਾ ਜ਼ਮਾਨਾ। ਅੱਜ ਕੱਲ ਸਾਨੂੰ ਇਹ ਮਹਿਸੂਸ ਹੋ ਰਿਹਾ ਸੱਚ ਜਿਹੜਾ ਵਾ ਉਹਨੂੰ ਜ਼ਿਆਦਾ ਝੂਠ ਵਿਖਾ ਕੇ ਕਈ ਵਾਰ ਸੱਚ ਦਬਾਇਆ ਜਾ ਰਿਹਾ। ਅਗਰ ਤੁਸੀਂ ਅੱਜ ਭਾਰਤ ਜੋੜੋ ਯਾਤਰਾ ਵਾ, ਗੁਲਾਮ ਨਬੀ ਆਜ਼ਾਦ ਦਾ ਉਸ ਤੋਂ ਪਹਿਲਾਂ ਅਸਤੀਫਾ ਆਂਦਾ, ਭਾਰਤ ਜੋੜੋ ਯਾਤਰਾ ਕੀ ਆ? ਬੇਰੁਜ਼ਗਾਰੀ, ਮਹਿੰਗਾਈ, ਆਹ ਮੁੱਦਿਆਂ ਦੇ ਉੱਤੇ ਮਹਿਲਾ ਸ਼ਕਤੀਕਰਨ, ਇਹ ਸਾਰੀਆਂ ਚੀਜ਼ਾਂ ਨੂੰ ਇਸ਼ੂ ਤਾਂ ਕਿ ਜਿਹੜੀ ਨਾਨ ਇਸ਼ੂਜ਼ ਤੋਂ ਰਾਜਨੀਤੀ ਨੂੰ ਇਸ਼ੂਜ਼ ਤੇ ਲੈ ਕੇ ਆਇਆ ਜਾਵੇ। ਇਹ ਲੋਕਾਂ ਦੇ ਵਿੱਚ ਇਹ ਪਰਸੈਪਸ਼ਨ ਵੀ ਬਣ ਗਿਆ ਕਿ ਇਹ ਸਿਰਫ ਗੱਲਾਂ ਨੇ, ਜਿਵੇਂ ਤੁਸੀਂ ਬੇਰੋਜ਼ਗਾਰੀ ਕਿਹਾ, ਮਹਿੰਗਾਈ ਕਿਹਾ, ਬਹੁਤ ਮੈਂ ਕਹਿੰਦਾ ਬਹੁਤ ਵਧੀਆ ਗੱਲ ਕੀਤੀ ਤੁਸੀਂ। ਆਪਾਂ ਹੁਣ ਮਹਿੰਗਾਈ ਤੇ ਬੇਰੋਜ਼ਗਾਰੀ ਤੇ ਵੀ ਗੱਲ ਕਰਾਂਗੇ। ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ, ਇਹ ਅਮਿਤ ਤੁਹਾਡੀ ਗੱਲ ਸਹੀ ਹੈ। ਲੋਕਾਂ ਨੂੰ ਲੱਗਦਾ ਇਹ ਗੱਲਾਂ ਵਾ, ਸਰਕਾਰਾਂ ਬਦਲ ਜਾਣੀਆਂ, ਇਹ ਚੀਜ਼ਾਂ ਦਾ ਓਂ ਹੀ ਚੱਲਦੀਆਂ ਰਹਿਣੀਆਂ। ਇਹ ਧਾਰਨਾ ਤੋੜਨੀ ਪੈਣੀ। ਅਸੀਂ ਕੈਬ ਦੇ ਵਿੱਚ ਆਉਂਦੇ ਪਏ ਸੀਗੇ, ਮੈਂ ਕਹਿੰਦਾ ਵੀਰੇ ਤੁਸੀਂ ਜ਼ਰੂਰ ਉਸ ਗੱਲ ਦਾ ਜ਼ਿਕਰ ਕਰੋ ਕਿ ਬੰਦਾ ਸਾਨੂੰ ਪੁੱਛਦਾ ਕਿ ਯਾਰ ਜਦੋਂ ਲੀਡਰ ਹੁੰਦੇ ਨੇ ਉਹ ਸੱਚੇ ਹੁੰਦੇ ਨੇ ਕਿ ਬਸ ਗੱਲਾਂ ਹੀ ਕਰਦੇ ਨੇ। ਮੈਂ ਦੱਸਦਾ ਝੂਠੇ ਬਹੁਤ ਝੂਠੇ ਹੁੰਦੇ ਆ। ਅਸਲ ਵਿੱਚ ਜਿਹੜੇ ਝੂਠੇ ਸੀਗੇ ਨਾ, ਲੋਕਾਂ ਨੇ ਵੀ ਉਹਨਾਂ ਨੂੰ ਚੁਣ ਕੇ ਲਿਆ ਅੱਗੇ ਕੀਤਾ। ਲੋਕਾਂ ਨੇ ਬੰਦੇ ਤਾਂ ਵੇਖੇ ਨਹੀਂ ਐਤਕੀ, ਲੀਡਰ ਵੇਖ ਲੈਂਦੇ ਤੇ ਮਾਜਰੇ ਹੋਣੀ ਕਿੱਥੋਂ ਆ ਜਾਂਦੇ ਅੱਗੇ। ਜੇ ਲੋਕਾਂ ਨੇ ਲੀਡਰ ਵੇਖਣੇ ਹੁੰਦੇ ਤੇ ਆਪਣਾ ਕੀ ਕਹਿੰਦੇ ਭਾਵੇਂ ਜਿਹੜੇ ਮਰਜ਼ੀ ਆ, ਭਾਵੇਂ ਜੋ ਮਰਜ਼ੀ ਆ, ਇਹ ਨਹੀਂ ਅਗਲੇ ਦੀ ਪਰਸਨਲ ਲਾਈਫ ਆ। ਲੇਕਿਨ ਅਗਰ ਇਹੀ ਚੀਜ਼ ਪਹਿਲਾਂ ਐਕਸਪੋਜ਼ ਹੋਈ ਹੁੰਦੀ ਕਿ ਉਹ MLA ਦੀ ਇਲੈਕਸ਼ਨ ਜਿੱਤ ਜਾਂਦੇ। ਇਹਨਾਂ ਦੇ ਕਈ MLA ਆ ਜਿਨ੍ਹਾਂ ਤੇ ਕਿਸੇ ਦੇ ਪੁਲਿਸ ਫੜ ਕੇ ਸੱਟੇ ਦੇ ਕੰਮ ਵਿੱਚ ਅੰਦਰ ਲੈ ਕੇ ਜਾ ਰਹੀ ਆ। ਫਿਰ ਕਸੂਰ ਲੀਡਰਾਂ ਦੇ ਨਾਲੋਂ ਲੋਕਾਂ ਦਾ ਵੀ ਹੋਇਆ ਨਾ, ਵੀ ਤੁਸੀਂ ਲੀਡਰ ਤਾਂ ਵੇਖੇ ਨਹੀਂ, ਤੁਸੀਂ ਵੀ ਗੱਲਾਂ 'ਚ ਆ ਕੇ ਆਪਾਂ ਹਰ ਵਾਰ ਕਹਿੰਦੇ ਯਾਰ ਅਸੀਂ ਇਹਨਾਂ ਦੀ ਗੱਲਾਂ 'ਚ ਆ ਗਏ। ਫਿਰ ਘੰਗੋਰ ਲਓ ਉਹਨਾਂ ਨੂੰ, ਚੰਗੀ ਤਰ੍ਹਾਂ ਪਰਖ ਲਓ, ਪਤਾ ਵੀ ਕਰ ਲਓ ਵੀ ਜਿਹੜੀਆਂ ਇਹ ਗੱਲਾਂ ਕਹਿ ਰਹੇ ਆ ਵੀ ਹੋਣੀਆਂ ਵੀ ਆ ਕਿ ਨਹੀਂ, ਕੋਈ ਰਸਤੇ ਵੀ ਹੈਗੇ ਇਹ ਚੀਜ਼ਾਂ ਦੇ ਕਿ ਨਹੀਂ। ਆਪਾਂ ਕਹਿੰਦੇ ਇੱਕ ਨੇ ਕਿਹਾ 1000, ਦੂਜੇ ਨੇ ਕਿਹਾ 2000, ਅਗਲੇ ਨੂੰ ਲੱਗਦਾ ਵੀ ਠੀਕ ਆ, ਦੋਵਾਂ 'ਚੋਂ ਆ ਬੰਦਾ 2000 ਵਾਲਾ ਠੀਕ ਲੱਗਦਾ, ਇਹਨੂੰ ਪਾ ਲਓ। ਹੋਵੇ ਨਾ ਹੋਵੇ, ਲੋਕੀ ਉਮੀਦ ਦੇ ਉੱਤੇ ਹਰ ਵਾਰ ਵੋਟ ਪਾਉਂਦੇ ਆ। ਉਹ ਤੁਹਾਡਾ ਹਲੇ ਜਵਾਬ ਨਹੀਂ ਦਿੱਤਾ ਗਿਆ ਕਿਹੜਾ ਹੋਰ ਜਵਾਬ ਇਸ ਨਾਲ ਲੱਗ ਰਿਹਾ ਆਏਗਾ, ਹੁਣ ਹੌਲੀ ਹੌਲੀ ਆਏਗਾ। ਗੱਲ ਹੁੰਦੀ ਹੈ ਯਾਰ, ਪੋਲੀਟੀਸ਼ੀਅਨ ਕੋਲ ਗੱਲਾਂ ਦੇ ਵਿੱਚ ਅੱਗੇ ਲੈ ਜਾਂਦੇ ਆ। ਵੜਿੰਗ ਸਾਹਿਬ ਦਾ ਤੁਸੀਂ ਕਰੋ, ਅਪੀਲ ਕਰੋ ਉਹਨਾਂ ਨੂੰ, ਕਹੋ ਲੀਡਰੋ ਆ ਸੁਣੋ, ਕਹਿ ਦਿਓ ਉਹਨਾਂ ਨੂੰ ਕਿ ਸਾਥ ਦੇਣਗੇ, ਤੁਹਾਡੇ ਨਾਲ ਖੜੇ ਹੋਣਗੇ। ਤੁਹਾਡੀ ਨਿਗਾਹ 'ਚ ਹੈਗੇ ਜਿਹੜੇ ਨਹੀਂ ਦੇ ਰਹੇ ਸਾਥ? ਤੁਹਾਨੂੰ ਪਤਾ ਮੈਂ ਤਾਂ ਤੁਹਾਡੀ ਗੱਲ ਤੇ ਉੱਤੇ ਸਵਾਲ ਕੀਤਾ। ਨਹੀਂ, ਮੈਂ ਤੁਹਾਨੂੰ ਪੁੱਛਣਾ ਕੋਈ ਹੈਗੇ? ਤੁਸੀਂ ਰਾਣਾ ਕੇਪੀ ਦੇ ਉੱਤੇ ਕਹਿ ਰਹੇ ਡਿਸਪਲਿਨਰੀ ਐਕਸ਼ਨ ਹੋ ਜਾਣਾ ਚਾਹੀਦਾ। ਮੈਂ ਨਹੀਂ ਕਿਹਾ, ਮੈਂ ਕਿਹਾ ਵੀ ਜਿਹੜਾ ਵੀ ਬੰਦਾ ਕੋਈ ਆਪਣਾ ਚੰਕ 'ਚ ਵਾਰ-ਵਾਰ ਚਲਵਾਉਂਗਾ ਮੈਂ, ਜੇ ਰਾਣਾ ਕੇਪੀ ਵਾਲੀ ਗੱਲ ਆ ਨਾ, ਹਾਈਲਾਈਟ ਕਰਕੇ ਚਲਵਾਣੀ ਹੈ। ਦੇਖੋ ਮੇਰਾ ਅੱਛਾ ਨਹੀਂ, ਵੈਸੇ ਔਨ ਅ ਜੈਨੂਇਨ ਪੁਆਇੰਟ, ਕਿਉਂਕਿ ਕਾਂਗਰਸ ਜਿਸ ਤਰੀਕੇ ਦੇ ਨਾਲ ਵਿਖਰਦੀ ਪਈ ਹੈ ਔਰ ਲੀਡਰਾਂ ਨੂੰ ਇਕੱਠਾ ਹੋਣਾ ਚਾਹੀਦਾ। ਔਰ ਤੁਸੀਂ ਬੜੀ ਇੱਕ ਜੈਨੂਇਨ ਜੀ ਗੱਲ ਕਹੀ ਹੈ ਕਿ ਵੜਿੰਗ ਸਾਹਿਬ ਇਕੱਲੇ ਕੀ ਕਰ ਲੈਣਗੇ, ਸਾਥ ਹੋਣਾ ਜ਼ਰੂਰੀ ਹੈ। ਲੀਡਰ ਕਿਉਂ ਸਾਥ ਨਹੀਂ ਦੇ ਰਹੇ ਵੜਿੰਗ ਸਾਹਿਬ ਦਾ? ਉੱਥੇ ਈਗੋ ਇਸ਼ੂ ਹੈ ਜਾਂ ਉਹ ਚਾਹੁੰਦੇ ਕਿ ਅਸੀਂ ਇਸ ਪਾਸੇ ਤੁਰਨਾ ਚਾਹੁੰਦੇ ਹਾਂ, ਵੜਿੰਗ ਸਾਹਿਬ ਦੂਜੇ ਪਾਸੇ ਤੁਰ ਰਹੇ? ਚੱਕਰ ਕੀ ਹੈ, ਵਿਚਲਾ ਮਸਲਾ ਕੀ ਹੈ? ਇੱਥੇ ਵੀ ਕਹਿੰਦੇ ਨੇ ਕਿ ਨਵੇਂ ਮੁੰਡੇ ਵਿੱਚ ਪ੍ਰਧਾਨ ਬਣਾਤੇ, ਇਦਾਂ ਹੁੰਦੀਆਂ ਗੱਲਾਂ ਪਾਰਟੀ ਦੇ ਵਿੱਚ ਹੁੰਦੀਆਂ। ਦੇਖੋ ਵੜਿੰਗ ਸਾਹਿਬ ਦਾ ਇੱਕ ਵੜਿੰਗ ਸਾਹਿਬ ਅੱਜ ਅਗਰ ਐਕਟਿਵ ਹੁੰਦੇ ਪਏ ਆ, ਜਾਂ ਤੁਸੀਂ ਇੱਕ ਗੱਲ ਤਾਂ ਮੰਨੋਗੇ ਨਾ, ਰਾਜਾ ਵੜਿੰਗ ਨੇ ਆ ਕੇ 5 ਮਹੀਨਿਆਂ 'ਚ ਕੋਈ ਦਿਨ ਘਰੇ ਤਾਂ ਨਹੀਂ ਬੈਠਾ, ਉਹ ਲੜਾਈ ਤਾਂ ਲੜ ਰਿਹਾ ਨਾ। ਇਸ ਗੱਲ ਦੇ ਉੱਤੇ ਤਾਂ ਕੋਈ ਦੋ ਰਾਏ ਨਹੀਂ ਆ। ਹੁਣ ਜਿਨ੍ਹਾਂ ਨੇ ਐਕਟੀਵਿਟੀ ਵੱਲੋਂ ਕੋਈ ਕਮੀ ਨਹੀਂ ਆ, ਵੜਿੰਗ ਸਾਹਿਬ ਮਤਲਬ ਜੇ ਸਵੇਰੇ ਮੁਕਤਸਰ ਆ ਤੇ ਸ਼ਾਮੀ ਚੰਡੀਗੜ੍ਹ ਵੀ ਆ ਤੇ ਵਿੱਚ ਕਰ ਲੁਧਿਆਣੇ ਵੀ ਰੋਕ ਕੇ ਆ ਜਾਂਦੇ ਆ। ਇਹਦੇ ਵਿੱਚ ਅਗਰ ਕੋਈ ਸਾਥ ਨਹੀਂ ਦੇ ਰਿਹਾ ਔਰ ਅਗਰ ਰਾਜਾ ਵੜਿੰਗ ਜੀ ਨੇ ਤਾਂ ਹਾਲੇ ਕੋਈ ਡਿਸੀਜਨ ਵੀ ਨਹੀਂ ਲਿੱਤੇ। ਯਾਰ ਮੈਂ ਇਹ ਚੀਜ਼ ਕਦੋਂ ਵੇਖਾਂਗਾ ਕਿ ਪੰਜਾਬ ਦੀ ਭਾਜਪਾ ਚੋਂ, ਪੰਜਾਬ ਦੀ ਆਮ ਆਦਮੀ ਪਾਰਟੀ ਚੋਂ ਬੰਦੇ ਟੁੱਟ ਕੇ ਕਾਂਗਰਸ ਜੁਆਇਨ ਕਰ ਰਹੇ ਆ? ਇਹ ਚੀਜ਼ ਨਜ਼ਰ ਆਏਗੀ, ਦੇਖਣ ਨੂੰ ਆਏਗੀ ਕਿ ਤੁਹਾਡੇ ਹੋਰ ਜਿੰਨੇ ਰਹਿ ਗਏ ਨੇ ਉਹ ਵੀ ਨਿਕਲ ਜਾਣਗੇ? ਯਾਰ ਕਿੰਨੇ ਬੰਦਿਆਂ ਨੇ ਸਰਕਾਰ ਤੋਂ ਪਹਿਲਾਂ ਜੁਆਇਨ ਕੀਤਾ, ਹੁਣ ਸਰਕਾਰ ਨਹੀਂ ਹੈਗੀ। ਮੇਰੀ ਗੱਲ ਵੀ ਸਮਝੋ ਤੁਸੀਂ। ਹੁਣ ਲੋਕ ਜੁਆਇਨ ਕਰਕੇ ਵੀ ਨਾਲ ਧਰਨਿਆਂ ਤੇ ਬੈਠਣ ਨੂੰ, ਅਗਲਾ ਕਹਿੰਦਾ ਯਾਰ ਜਦੋਂ ਟਾਈਮ ਕੋਈ ਨਹੀਂ ਕਰਨਾ ਚਾਹੁੰਦਾ, ਸਟਰਗਲ ਕੋਈ ਨਹੀਂ ਕਰਨਾ ਚਾਹੁੰਦਾ, ਸੰਘਰਸ਼ ਕੋਈ ਨਹੀਂ। ਅਗਲਾ ਕਹਿੰਦਾ ਵੀ ਯਾਰ ਜਦੋਂ ਮਾਹੌਲ ਜਿਹਾ ਬਣੂਗਾ ਮੈਂ ਆਪਣਾ ਟੋਲਾ ਜਿਹਾ ਲੈ ਕੇ ਆ ਜਾਊਗਾ। ਲੇਕਿਨ ਇਹੀ ਤਰਾਸ਼ਦੀ ਆ ਨਾ ਰਾਜਨੀਤੀ ਦੀ, ਇਹੀ ਤਾਂ ਪ੍ਰੋਬਲਮ ਆ ਰਾਜਨੀਤੀ ਵਿੱਚ। ਰਾਜਨੀਤੀ 'ਚ ਹਰ ਕੋਈ ਸਰਕਾਰ ਬਣਾਉਣ ਵਾਸਤੇ ਆਉਂਦਾ। ਮੰਨ ਲਓ ਅਗਰ ਸਰਕਾਰ ਨਹੀਂ ਬਣਦੀ ਤਾਂ ਰਾਜਨੀਤੀ ਛੱਡ ਦਈਏ। ਸਰਕਾਰ ਬਣਾਉਣਾ ਇੱਕ ਰਾਜਨੀਤੀ ਦਾ ਇੱਕ
ਬਣ ਗਿਆ ਵੀ ਇੱਕ ਸਿਸਟਮ ਆ ਵੀ ਸਰਕਾਰ ਬਣਾਓ, ਵੀ ਰਾਜਨੀਤੀ 'ਚ ਆਏ ਆ ਵੀ ਵੋਟਾਂ ਲਓ ਔਰ ਸਰਕਾਰ ਬਣਾਓ, ਉਹੀ ਰਾਜਨੀਤੀ ਆ। ਲੇਕਿਨ ਉਸ ਤੋਂ ਇਲਾਵਾ ਵੀ ਰਾਜਨੀਤੀ ਆ। ਹੁਣ ਇੱਕ ਪੋਲੀਟੀਕਲੀ ਅਗਰ ਆਪਾਂ ਗੱਲ ਕਹੀਏ ਵੀ ਇਕੱਲੀ ਸਰਕਾਰ ਬਣਾਉਣ ਤੱਕ ਸੀਮਿਤ ਰੱਖਣਾ ਵਾ, ਤੇ ਫਿਰ ਆ ਸਭ ਕੁਝ ਚੱਲੂਗਾ। ਹੁਣ ਵੋਟਾਂ ਦੀ ਗੱਲ ਆਉਂਦੀ ਆ, ਤੁਸੀਂ ਹਰ ਵਾਰ ਵੋਟਾਂ ਦੇ ਵਿੱਚ ਬੰਦਾ ਮੈਨੂੰ ਇਸ ਗੱਲ ਦੇ ਉੱਤੇ ਬੜੀ ਹੈਰਾਨਗੀ ਹੁੰਦੀ ਆ, ਭਾਈ ਇਹ ਕੰਮ ਨਾ ਹੋਇਆ ਤੇ ਵੋਟ ਨਹੀਂ ਪੈਣੀ। ਬੰਦਾ ਇਹ ਨਹੀਂ ਕੰਮ ਕਹਿੰਦਾ ਵੀ ਬਾਈ ਇਹ ਕੰਮ ਨਾ ਹੋਇਆ ਤੇ ਪੰਜਾਬ ਦਾ ਨੁਕਸਾਨ ਹੋ ਜਾਣਾ ਜਾਂ ਪੰਜਾਬ ਦਾ ਭਲਾ ਹੋ ਜਾਣਾ। ਕਿਉਂਕਿ ਜਦੋਂ ਪੰਜਾਬ ਨੁਕਸਾਨ ਭਲੇ ਦੀ ਗੱਲ ਕਰਾਂ, ਅਗਲਾ ਛੱਡ ਯਾਰ, ਅਗਲਾ ਮਤਲਬ ਇਹ ਥੱਲੇ ਸੁਸਾਇਟੀ 'ਚ ਵੀ ਨਾ ਤੁਸੀਂ ਲੀਡਰਾਂ ਨੂੰ ਤਾਂ ਘੇਰਨ ਲੱਗ ਪੈਂਦੇ ਹੋ। ਅੱਜ ਜਿਵੇਂ ਪੋਲੀਟੀਕਲ ਬੰਦਿਆਂ ਦੀ ਕ੍ਰੈਡੀਬਿਲਿਟੀ ਖਤਮ ਹੋਈ ਆ, ਉਵੇਂ ਮੀਡੀਆ ਦੀ ਵੀ ਖਤਮ ਹੋਈ ਆ। ਸੌਰੀ ਟੂ ਸੇ, ਮਤਲਬ ਇਹ ਗੱਲ ਤੁਸੀਂ ਵੀ ਮੰਨਿਆ ਕਰੋ ਨਾ। ਇਸ ਗੱਲ ਤੁਸੀਂ ਅਸੀਂ ਤਾਂ ਮੰਨਦੇ ਆ, ਲੋਕਤੰਤਰ ਆ, ਲੋਕਾਂ ਨੇ ਛੱਡਾਂਗੇ। ਮੈਂ ਲੋਕਾਂ ਦੇ ਛੱਡ ਦਿਓ ਤੁਸੀਂ। ਅੱਜ ਮੀਡੀਆ ਦੀ ਕ੍ਰੈਡੀਬਿਲਿਟੀ ਜਿਵੇਂ ਹੌਲੀ ਹੌਲੀ ਤੁਸੀਂ ਵੇਖੋ, ਸਿਰਫ ਅੱਜ ਤੁਸੀਂ ਜਦੋਂ ਇਹ ਗੱਲ ਕਹਿੰਦੇ ਹੋ ਸਾਡਾ ਹਾਸਾ ਕਿਉਂ ਨਿਕਲ ਜਾਂਦਾ? ਅਸੀਂ ਸੀਰੀਅਸ ਕਿਉਂ ਨਹੀਂ ਲੈਂਦੇ ਇਸ ਗੱਲ ਨੂੰ ਤੁਹਾਡੀ? ਕਿਉਂਕਿ ਸਾਡਾ ਹਾਸਾ ਨਿਕਲ ਜਾਂਦਾ, ਤੁਸੀਂ ਕਹਿੰਦੇ ਮੀਡੀਆ ਦੀ ਕ੍ਰੈਡੀਬਿਲਿਟੀ ਨਹੀਂ, ਅਸੀਂ ਦੋਵੇਂ ਹੱਸਣ ਲੱਗ ਪੈਂਦੇ ਹਾਂ। ਅਸੀਂ ਤੁਹਾਡੀ ਇਸ ਗੱਲ ਨੂੰ ਸੀਰੀਅਸ ਕਿਉਂ ਨਹੀਂ ਲੈਂਦੇ? ਉਹਦਾ ਕਾਰਨ ਇਹ ਆ ਵੀ ਤੁਸੀਂ ਅੰਦਰੋਂ ਜਾਣਦੇ ਹੋ ਵੀ ਇਹ ਖਤਮ ਹੋਈ ਪਈ ਆ। ਔਰ ਤੁਸੀਂ ਦੇਖੋ ਇੱਕ ਗੱਲ ਨੂੰ ਮੰਨੋ, ਪਰ ਲੱਗਦਾ ਕਿ ਜੈਨੂਇਨ ਹਲੇ ਵੀ ਹੁਣ ਮੈਂ ਲੰਕੇਸ਼ ਦੀ ਕ੍ਰੈਡੀਬਿਲਿਟੀ ਨਹੀਂ ਕਹਿ ਰਿਹਾ, ਮੈਂ ਅਮਿਤ ਦੀ ਕ੍ਰੈਡੀਬਿਲਿਟੀ ਨਹੀਂ ਕਹਿ ਰਿਹਾ, ਮੈਂ ਮੀਡੀਆ ਦੀ ਕਹਿ ਰਿਹਾ, ਮੈਂ ਰੋਜ਼ਾਨਾ ਸਪੋਕਸਮੈਨ ਦੀ ਵੀ ਨਹੀਂ ਕਹਿ ਰਿਹਾ। ਤੁਸੀਂ ਵੀ ਬਾਦਲਾਂ ਦੇ ਉਲਟ ਬੜੀ ਦੇਰ ਲੜਾਈ ਲੜੀ, ਤੁਸੀਂ ਕਾਂਗਰਸ ਦੇ ਵੀ ਆਪਣਾ ਹੀ ਕਹਿੰਦੇ ਲੜਾਈ ਲੜੀ। ਮੈਂ ਤੁਹਾਡੀ ਜਿੱਥੇ ਤਾਰੀਫ ਆ, ਪਰ ਅੱਜ ਕੱਲ ਸਾਨੂੰ ਇਹ ਲੱਗਦਾ ਵੀ ਅੱਜ ਕੱਲ ਆਮ ਆਦਮੀ ਤੋਂ ਹੁਣ ਸਵਾਲ ਉਸ ਤਰੀਕੇ ਦੇ ਨਹੀਂ ਪੁੱਛੇ ਜਾ ਰਹੇ। ਸਾਡਾ ਵੀ ਖਦਸ਼ਾ ਹੋ ਸਕਦਾ ਨਾ, ਠੀਕ ਆ, ਤੁਸੀਂ ਕਹਿ ਦੋ ਵੀ ਨਹੀਂ ਭਾਈ ਅਸੀਂ ਪੁੱਛਦੇ ਆ, ਫਿਰ ਮੈਂ ਤੁਹਾਨੂੰ ਕੁਝ ਚੀਜ਼ਾਂ ਕੱਢ ਕੇ ਲਿਆਉਂਗਾ ਜਿੱਥੇ ਤੁਹਾਨੂੰ ਵੀ ਅਸੀਂ ਘੇਰ ਸਕਦੇ ਹਾਂ, ਕਿਉਂਕਿ ਤੁਹਾਡੇ ਬਿਨਾਂ ਸਾਡੀ ਰਾਜਨੀਤੀ ਵੀ ਨਹੀਂ ਆ ਨਾ। ਸਾਨੂੰ ਮੀਡੀਆ ਨੂੰ ਵੀ ਸਿਆਸਤ ਦੇ ਵਿੱਚ ਨਹੀਂ, ਮੀਡੀਆ ਬਹੁਤ ਇੰਪੋਰਟੈਂਟ ਪਾਰਟ ਆ। ਤੁਸੀਂ ਇੱਕ ਲੋਕਾਂ ਤੱਕ ਪਹੁੰਚਣ ਦਾ ਇੱਕ ਬਹੁਤ ਵਧੀਆ ਜ਼ਰੀਆ। ਇੱਕ ਤਾਂ ਅਸੀਂ ਆਪਣੇ ਜ਼ਰੀਏ ਥਰੂ ਪਹੁੰਚਣਾ, ਲੇਕਿਨ ਤੁਹਾਡੇ ਥਰੂ ਗੱਲਾਂ ਲੋਕਾਂ ਤੱਕ ਪਹੁੰਚਦੀਆਂ। ਅਸੀਂ ਵੀ ਚਾਹੁੰਦੇ ਸੀਰੀਅਸ ਇਸ਼ੂਜ਼ ਤੇ ਡਿਬੇਟ ਹੋਵੇ, ਅਸੀਂ ਵੀ ਚਾਹੁੰਦੇ ਹਾਂ ਰੋਜ਼ਗਾਰ ਦੇ ਉੱਤੇ ਡਿਬੇਟ ਹੋਵੇ, ਅਸੀਂ ਵੀ ਚਾਹੁੰਦੇ ਹਾਂ ਅੱਜ ਪੰਜਾਬ ਦੇ ਵਿੱਚ ਪਿਛਲੀ ਵਾਰ ਕਿੰਨੀਆਂ ਨੌਕਰੀਆਂ ਮਿਲੀਆਂ, ਅਗਲੀ ਵਾਰ ਕਿੰਨੀਆਂ ਨੌਕਰੀਆਂ ਮਿਲਣਗੀਆਂ। ਫੈਕਟਸ ਨੂੰ ਮਿਸਇੰਟਰਪ੍ਰੀਟ ਨਾ ਕੀਤਾ ਜਾਵੇ। ਪਿਛਲੀ ਸਰਕਾਰਾਂ ਦਾ ਡਾਟਾ ਚੱਕ ਕੇ ਇਹ ਸਰਕਾਰ ਉਹਦਾ ਲਾਹ ਲੈਣ ਦੀ ਕੋਸ਼ਿਸ਼ ਨਾ ਕਰੇ। ਅੱਜ ਤੱਕ ਕਦੋਂ ਬਜਟ ਡੀਕੋਡ ਹੋਏ ਆ, ਫਿਗਰਸ ਆ ਜਾਂਦੀਆਂ, ਲੋਕੀ ਵੀ ਕਹਿੰਦੇ ਫਿਗਰਸ। ਅੱਜ ਕੱਲ ਹੈ ਕਿ ਘਰ ਵਾਲੇ ਦੀ ਲੜਾਈ ਚਲਾਉਂਦੇ ਆ, ਉਹ ਚੱਲਦੀ ਪੂਰੀ ਮੀਡੀਆ ਦੇ ਉੱਤੇ। ਚੱਲਦੀ ਨਹੀਂ ਚੱਲਦੀ ਤਾਂ ਦੱਸ ਦਿਓ। ਅੱਜ ਕੱਲ ਮਤਲਬ ਜਦੋਂ ਤੁਸੀਂ ਇਦਾਂ ਦੀਆਂ ਇੰਟਰਵਿਊਜ਼ ਦੇਖਦੇ ਹੋ ਜਿੱਥੇ ਘਰ ਵਾਲਾ ਘਰ ਵਾਲੀ ਦੇ ਨਾਲ ਲੜਦਾ ਪਿਆ, ਇਦਾਂ ਦੀਆਂ ਇੰਟਰਵਿਊਜ਼ ਤੁਸੀਂ ਅੱਜ ਕੱਲ ਬੰਦੇ ਵੀ ਬੜੇ ਵਾਇਰਲ ਹੁੰਦੇ ਆ, ਦੁੱਧ ਬੋਲਣ ਵਾਲੇ, ਉਹ ਵੀ ਦੇਖਦੇ। ਮੈਂ ਉਹੀ ਕਹਿ ਰਿਹਾ ਵੀ ਇਹ ਚੀਜ਼ਾਂ ਨੂੰ ਮਤਲਬ ਐਕਚੁਅਲੀ ਨੈਗੇਟਿਵਿਟੀ ਔਰ ਟੌਕਸਿਸਿਟੀ ਵੇਖੀ ਨਹੀਂ ਜਾਂਦੀ, ਲੇਕਿਨ ਕਈਆਂ ਨੂੰ ਲੋਕ ਚੱਲਦੀ ਇਹੀ ਆ ਜ਼ਿਆਦਾ। ਕਿਉਂਕਿ ਸਾਡੀ ਆਪ ਦਾ ਸ਼ਾਇਦ ਆਪ ਨਹੀਂ ਇਹ ਇੰਨਾ ਸੋਸ਼ਲ ਮੀਡੀਆ ਜਾਂ ਚੀਜ਼ਾਂ ਤੇ ਵੇਖਿਆ ਜਾਂਦਾ, ਲੇਕਿਨ ਆਹ ਚੀਜ਼ ਨੂੰ ਅਗਰ ਤੁਸੀਂ ਵੇਖੋਗੇ ਤੇ ਵਿੱਚ ਅੱਜ ਕੱਲ ਤੁਸੀਂ ਵੇਖੋ ਕਈ ਵਾਰ ਇਹੋ ਜਿਹੀ ਖਬਰਾਂ ਚੱਲਦੀਆਂ, ਤੁਸੀਂ ਵੀ ਹੱਸਦੇ ਹੋਗੇ, ਉਦੋਂ ਤੁਹਾਨੂੰ ਵੀ ਹਾਸਾ ਆਉਂਦਾ ਹੋਊਗਾ। ਹੁਣ ਤੁਹਾਨੂੰ ਵੀ ਅਸਰ ਮੀਡੀਆ ਸਟਾਇਰ ਕਿੰਨਾ ਚੱਲਦਾ ਪਿਆ। ਜਦੋਂ ਮਤਲਬ ਮੰਨ ਲਓ ਉਹ ਲਾਰੈਂਸ ਨੂੰ ਲਿਆਂਦਾ ਗਿਆ ਸੀ, ਇੱਕ ਬੰਦੇ ਦੀ ਮੈਂ ਵੀਡੀਓ ਵੇਖ ਰਿਹਾ ਸੀ, ਉਹ ਬੰਦੇ ਦੀ ਮਤਲਬ ਕਿੰਨੀ ਵਾਇਰਲ ਹੋਈ ਵੀ ਹੁਣ ਲਾਰੈਂਸ ਨੂੰ ਇੱਥੇ ਲੈ ਗਿਆ। ਮਤਲਬ ਉਹ ਬੰਦੇ ਦਾ ਇੱਕ ਆਪਣਾ ਤਰੀਕਾ ਸੀਗਾ, ਮਤਲਬ ਐਂ ਕਰਕੇ ਬੜਾ ਮੀਡੀਆ ਸਟਾਇਰ ਵੀ ਚੱਲਦਾ। ਕੱਲ ਇੱਕ ਬਿਲਡਿੰਗ ਤਹਿਸ ਨਹਿਸ ਹੋਈ, ਡਿਸਟਰਕਸ਼ਨ ਹੋਈ, ਤੁਸੀਂ ਵੇਖੋ ਉਹਦੇ ਬਾਰੇ ਵੀ ਮਤਲਬ ਕਿਸ ਤਰੀਕੇ। ਸੋ ਕ੍ਰੈਡੀਬਿਲਿਟੀ ਜਿਹੜੀ ਇਸ਼ੂਜ਼ ਤੁਸੀਂ ਗੱਲ ਕਰਦੇ ਹੋ, ਉਹ ਹਰ ਪਾਸੇ ਅੱਜ ਕੱਲ੍ਹ ਕ੍ਰਾਈਸਿਸ ਆ। ਚੰਗਾ ਲੱਗਾ ਯਾਰ ਗੱਲ ਕਰਕੇ, ਥੈਂਕ ਯੂ।